ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 10 ਅਸ਼ਟਪਦੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 11ਵੀਂ ਅਸ਼ਟਪਦੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ ਉਹ ਹੈ ਕਿ ਪ੍ਰਭੂ ਦਾ ਹੁਕਮ ਸਾਰੇ ਸੁੱਖਾਂ ਦਾ ਮੂਲ ਹੈ, ਸੁੱਖਾਂ ਦੀ ਮਣੀ ਹੈ, ਯਾਨੀ ਸੁੱਖ ਦੇਣ ਵਾਲਾ ਹੈ। ਰੱਬ ਦਾ ਹੁਕਮ ਸਾਰੇ ਸੁੱਖਾਂ ਦਾ ਮੂਲ ਹੈ ਔਰ ਰੱਬ ਦੇ ਭਗਤ ਉਹ ਅਖਵਾਉਂਦੇ ਨੇ ਜਿਹੜੇ ਰੱਬੀ ਹੁਕਮ ਵਿੱਚ ਤੁਰਦੇ ਨੇ, ਜੋ ਹੁਕਮ ਦੀ ਪ੍ਰੀਤ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ, ਦਿਲੀ ਪਿਆਰ ਰੱਬੀ ਹੁਕਮ ਦੇ ਨਾਲ ਕਰਦੇ ਨੇ। ਤਾਂ ਅਸੀਂ ਕਹਿ ਸਕਦੇ ਹਾਂ, ਜੋ ਰੱਬੀ ਰਜਾ ਭਾਣੇ ਦੇ ਅੰਦਰ ਤੁਰੇਗਾ ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਪੈਦਾ ਹੋਏਗੀ। ਆਓ ਅਸੀਂ ਅਗਲੀ ਵਿਚਾਰ ਆਰੰਭ ਕਰੀਏ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਇਹਨੂੰ ਕਰਨ ਕਾਰਨ ਨਹੀਂ ਪੜਨਾ, ਅਣਾਣੇ ਦੀ ਆਵਾਜ਼ ਦੇਣੀ ਹੈ। ਕਰਨ ਕਾਰਨ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਕਰਨ ਦਾ ਮਤਲਬ ਰਚਨਾ, ਕਰਨ ਕਾਰਨ ਦਾ ਮਤਲਬ ਜਗਤ ਦਾ ਮੂਲ। ਅਕਾਲ ਪੁਰਖ ਇੱਕ ਹੈ, ਦੂਜਾ ਹੋਰ ਕੋਈ ਨਹੀਂ ਹੈ। ਯਾਨੀ ਜੋ ਇਸ ਜਗਤ ਦਾ ਮੂਲ ਹੈ ਉਹ ਇੱਕ ਹੈ ਤੇ ਉਹ ਇੱਕ ਹੀ ਇਸ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ। ਉਸ ਇੱਕ ਤੋਂ ਬਿਨਾਂ ਦੂਜਾ ਕੋਈ ਨਹੀਂ, ਸਾਰਾ ਕੁਝ ਇੱਕ ਹੈ। ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਮੂਲ ਮੰਤਰ ਦਾ ਪਾਠ, ਮੰਗਲਾਚਰਨ, ਇੱਕ ਓੰਕਾਰ, ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਇੱਕ ਹੀ ਇਸ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ, ਯਾਨੀ ਇੱਕ ਪਰਮ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਇੱਕ ਹੈ, ਦੂਸਰ ਨਾ ਹੀ ਕੋਈ, ਦੂਜਾ ਕੋਈ ਹੋਰ ਹੈ ਹੀ ਨਹੀਂ। ਦੇਖੋ ਹੁਣ ਕਿੰਨੇ ਪਿਆਰੇ ਬਚਨ ਨੇ, ਜੇ ਅਸੀਂ ਇਹਨਾਂ ਨੂੰ ਜ਼ਿੰਦਗੀ ਦੇ ਅੰਦਰ ਅਪਲਾਈ ਕਰੀਏ ਤਾਂ ਰੱਬ ਇੱਕ ਮੂਲ, ਸਾਰੇ ਜਗਤ ਦਾ ਮੂਲ ਰੱਬ ਹੈ, ਉਹਦੇ ਤੋਂ ਬਿਨਾਂ ਦੂਜਾ ਹੈ ਨਹੀਂ। ਸਾਡੇ ਸਾਰਿਆਂ ਦੇ ਅੰਦਰ ਉਹ ਸਮਾਇਆ ਹੈ। ਤੇ ਜੇ ਅਸੀਂ ਇਸ ਚੀਜ਼ ਨੂੰ ਅਮਲ ਵਿੱਚ ਲਿਆਈਏ, ਇੱਕ ਦੂਜੇ ਨਾਲ ਅਸੀਂ ਰੱਬ ਵਰਗਾ ਪਿਆਰ ਸਤਿਕਾਰ ਕਰੀਏ, ਤਾਂ ਸਮਝ ਲਓ ਅਸੀਂ ਰੱਬ ਦੇ ਪਿਆਰੇ ਹਾਂ, ਰੱਬ ਦੇ ਨਾਲ ਅਸੀਂ ਪਿਆਰ ਕਰ ਰਹੇ ਹਾਂ, ਰੱਬ ਦੇ ਹੁਕਮ ਵਿੱਚ ਤੁਰ ਰਹੇ ਹਾਂ ਔਰ ਸਾਡੀ ਜ਼ਿੰਦਗੀ ਦੇ ਅੰਦਰ ਕਿੰਨੀ ਵੱਡੀ ਚੇਂਜਿੰਗ ਆਏਗੀ, ਕਿੰਨਾ ਵੱਡਾ ਮਹਾਨ ਬਦਲਾਵ ਆਏਗਾ। ਨਾਨਕ ਕਿਸ ਬਲਿਹਾਰਣਾ, ਜਲ ਥਲ ਮਹੀਲ ਸੋਏ। ਨਾਨਕ ਤੇ ਥੋੜਾ ਜਿਹਾ ਰੁਕ ਜਾਣਾ ਹੈ। ਨਾਨਕ ਕਿਸ ਬਲਿਹਾਰਣਾ, ਜਲ ਥਲ ਮਹੀਲ ਸੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਮੈਂ ਉਸ ਪ੍ਰਭੂ ਤੋਂ ਬਲਿਹਾਰ ਹਾਂ, ਵਾਰਨੇ ਸਦਕੇ ਹਾਂ, ਘੋਲ ਘੁਮਾਈ ਜਾਂਦਾ ਹਾਂ, ਜੋ ਜਲ ਵਿੱਚ ਵੀ, ਥਲ ਵਿੱਚ ਵੀ, ਧਰਤੀ ਤੇ ਔਰ ਆਕਾਸ਼ ਦੇ ਅੰਦਰ ਵੀ ਮੌਜੂਦ ਹੈ। ਜਲ ਵਿੱਚ, ਥਲ ਵਿੱਚ, ਮਹੀ ਦਾ ਮਤਲਬ ਧਰਤੀ, ਅਲ ਦਾ ਮਤਲਬ ਆਕਾਸ਼, ਯਾਨੀ ਜੋ ਜਲ ਵਿੱਚ, ਥਲ ਵਿੱਚ, ਧਰਤੀ ਵਿੱਚ ਔਰ ਆਕਾਸ਼ ਦੇ ਅੰਦਰ ਵਿਆਪਕ ਹੈ, ਮੈਂ ਉਸ ਤੋਂ ਬਲਿਹਾਰ ਹਾਂ। ਬਲਿਹਾਰ ਦੋ ਸ਼ਬਦਾਂ ਤੋਂ ਬਣਿਆ ਹੈ, ਬਲ ਪਲਸ ਹਾਰ। ਬਲ ਦਾ ਮਤਲਬ ਤਾਕਤ, ਹਾਰ ਦਾ ਮਤਲਬ ਹਾਰ ਜਾਣਾ, ਯਾਨੀ ਸਰੈਂਡਰ ਹੋਣਾ। ਮੈਂ ਰੱਬ ਦੀ ਰਜਾ ਭਾਣੇ ਵਿੱਚ ਤੁਰਦਾ, ਉਸ ਤੋਂ ਕੁਰਬਾਨ ਹਾਂ, ਉਹਦੇ ਅੱਗੇ ਮੈਂ ਆਪਣਾ ਆਪਾ ਸਮਰਪਣ ਕਰਦਾ ਹਾਂ, ਜੋ ਜਲ ਥਲ ਧਰਤੀ ਆਕਾਸ਼ ਦੇ ਅੰਦਰ ਸਮਾਇਆ ਹੋਇਆ ਹੈ। ਅਸੀਂ ਉਸ ਪ੍ਰਭੂ ਦੇ ਰਜਾ ਹੁਕਮ ਭਾਣੇ ਦੇ ਅੰਦਰ ਤੁਰਨ ਦਾ ਯਤਨ ਕਰਨਾ। ਕਰਨ ਕਰਾਵਨ ਕਰਨੈ ਜੋਗ। ਜੋਗ ਦਾ ਮਤਲਬ ਹੈਗਾ ਸਮਰੱਥ। ਯੋਗ ਦਾ ਮਤਲਬ ਜੁੜਨਾ ਵੀ ਹੁੰਦਾ ਹੈ, ਯੋਗ ਦਾ ਅਰਥ ਯੋਗ ਵਾਸਤੇ ਵੀ ਲਿਆ ਜਾਂਦਾ ਹੈ, ਯੋਗ ਦਾ ਮਤਲਬ ਯੋਗਾ ਵੀ ਹੁੰਦਾ ਹੈ, ਪਰ ਇੱਥੇ ਯੋਗ ਦਾ ਮਤਲਬ ਹੈ ਸਮਰੱਥ, ਤਾਕਤ ਵਾਲਾ। ਕਰਨ ਕਾਰਨ ਦਾ ਮਤਲਬ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਨੂੰ ਕੰਮ ਕਰਨ ਲਈ ਪ੍ਰੇਰਨ ਜੋਗਾ ਹੈ। ਕਰਨ ਕਰਾਵਨ, ਜੀਵਾਂ ਤੋਂ ਕੰਮ ਲੈਣ ਜੋਗਾ ਹੈ, ਭਾਵ ਕਿ ਸਾਰਾ ਸੰਸਾਰ ਉਸ ਮਾਲਕ ਦੇ ਹੁਕਮ ਦੇ ਅੰਦਰ ਹੈ।
ਰਜਾ ਦੇ ਅੰਦਰ ਹੈ। ਸਾਰੇ ਜੀਵ ਜੰਤੂ ਦੀ ਰਜਾ ਦੇ ਅੰਦਰ ਚੱਲਦੇ ਨੇ। ਜੋ ਤਿਸ ਭਾਵੈ ਸੋਈ ਹੋਗ, ਭਾਵੇ ਨਹੀਂ ਪੜਨਾ, ਭਾਵੈ। ਜੋ ਤਿਸ ਭਾਵੈ ਸੋਈ ਹੋਗ, ਹੋਗ ਦਾ ਮਤਲਬ ਹੋਵੇਗਾ। ਜਗਤ ਦੇ ਅੰਦਰ ਉਹੀ ਕੁਛ ਵਾਪਰੇਗਾ ਜੋ ਪ੍ਰਭੂ ਨੂੰ ਚੰਗਾ ਲੱਗੇਗਾ। ਯਾਨੀ ਜੋ ਰੱਬ ਨੂੰ ਚੰਗਾ ਲੱਗਦਾ ਹੈ, ਜਗਤ ਦੇ ਅੰਦਰ ਉਹੀ ਕੁਛ ਹੁੰਦਾ ਹੈ। ਜੋ ਰੱਬ ਨੂੰ ਚੰਗਾ ਨਹੀਂ ਲੱਗਦਾ, ਇਸ ਜਗਤ ਦੇ ਵਿੱਚ ਹੁੰਦਾ ਹੀ ਨਹੀਂ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਰੱਬ ਨੂੰ ਚੰਗਾ ਲੱਗਣ ਦਾ ਮਤਲਬ ਕਿ ਰੱਬ ਦੀ ਰਜ਼ਾ ਦੇ ਅੰਦਰ ਹੀ ਸਾਰਾ ਕੁਝ ਹੁੰਦਾ ਹੈ। ਰੱਬੀ ਰਜ਼ਾ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਇਹ ਚੀਜ਼ਾਂ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ। ਜਿਵੇਂ ਆਮ ਕਰਕੇ ਅਸੀਂ ਨਿੱਕੀਆਂ ਨਿੱਕੀਆਂ ਮਿਸਾਲਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਜਿਵੇਂ ਅਸੀਂ ਆਕਸੀਜਨ ਦੇ ਨਾਲ ਜਿੰਦਾ ਹਾਂ, ਤਾਂ ਆਕਸੀਜਨ ਨਾਲ ਹੀ ਜਿੰਦਾ ਰਹਿ ਸਕਦੇ ਹਾਂ, ਕਿਉਂਕਿ ਰਜ਼ਾ ਹੀ ਹੈ ਨਾ, ਪਾਣਾ ਹੈ ਹੀ ਇਹ, ਸਿਸਟਮ ਹੀ ਇਹ ਹੈ। ਤੇ ਜੇ ਕਿਸੇ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿਣਾ ਚਾਹੀਏ ਤਾਂ ਨਹੀਂ ਰਹਿ ਸਕਾਂਗੇ, ਕਿਉਂਕਿ ਰੱਬ ਨੂੰ ਨਹੀਂ ਪਾਉਂਦਾ, ਇਹ ਸਿਸਟਮ ਦੇ ਵਿੱਚ ਨਹੀਂ ਹੈ। ਜੋ ਤਿਸ ਭਾਵੈ ਸੋਈ ਹੋਗ ਦਾ ਮਤਲਬ ਜਿਹੜਾ ਕੁਛ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਹੀ ਹੁੰਦਾ ਹੈ। ਯਾਨੀ ਸਿਸਟਮ ਤੋਂ ਬਾਹਰ, ਰੱਬੀ ਰਜ਼ਾ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਹੁਣ ਜੇ ਸਾਨੂੰ ਇਹ ਚੀਜ਼ ਸਮਝ ਆ ਜਾਏ ਔਰ ਅਸੀਂ ਇਸ ਚੀਜ਼ ਤੇ ਅਮਲ ਕਰੀਏ ਤਾਂ ਜੋ ਸਾਡਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਧਰਮ ਆਦਿਕ ਦੇ ਨਾਮ ਤੇ ਕੀਤਾ ਜਾਂਦਾ ਹੈ ਉਹ ਨਹੀਂ ਹੋਏਗਾ। ਫਿਰ ਸਾਨੂੰ ਸਮਝ ਆ ਜਾਏਗੀ ਕਿ ਕਰਾਮਾਤ ਦੇ ਨਾਮ ਦੇ ਨਾਲ ਸੰਸਾਰ ਦੇ ਕਿਸੇ ਵੀ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਜੰਤਰਾਂ ਮੰਤਰਾਂ ਨਾਲ ਰੱਬੀ ਰਜ਼ਾ ਨੂੰ ਨਹੀਂ ਬਦਲਿਆ ਜਾ ਸਕਦਾ। ਤਾਂ ਫਿਰ ਅਸੀਂ ਰੱਬੀ ਰਜ਼ਾ ਦੇ ਅੰਦਰ ਤੁਰਾਂਗੇ। ਜੋ ਵੀ ਆ ਜੋਤਿਸ਼ ਵਗੈਰਾ ਜਾਂ ਬਾਬਿਆਂ ਦੇ ਜੋ ਚੱਕਰ ਨੇ, ਜੰਤਰ ਮੰਤਰ ਨੇ, ਕਰਾਮਾਤਾਂ ਨੇ, ਇਹਨਾਂ ਦੇ ਚੱਕਰ ਤੋਂ ਅਸੀਂ ਬਾਹਰ ਆ ਜਾਵਾਂਗੇ। ਸਮਝ ਆ ਜਾਏਗੀ ਕਿ ਇਹ ਚੀਜ਼ਾਂ ਹੈ ਨਹੀਂ, ਰੱਬੀ ਹੁਕਮ ਨੂੰ ਨਹੀਂ ਬਦਲਿਆ ਜਾ ਸਕਦਾ। ਖਿਨ ਮਹਿ ਥਾਪ ਉਥਾਪਨ ਹਾਰਾ। ਥਾਪ ਦਾ ਮਤਲਬ ਬਣਾ ਕੇ, ਪੈਦਾ ਕਰਕੇ। ਉਥਾਪਨ ਹਾਰਾ ਦਾ ਮਤਲਬ ਨਾਸ ਕਰਨ ਵਾਲਾ। ਥਾਪ ਉਥਾਪ ਦਾ ਮਤਲਬ ਬਣਾਣਾ ਔਰ ਖਤਮ ਕਰਨਾ। ਖਿਨ ਦਾ ਮਤਲਬ ਅੱਖ ਚਮਕਣ ਵਿੱਚ ਜਿੰਨਾ ਕੁ ਸਮਾਂ ਲੱਗਦਾ ਹੈ। ਅੱਖ ਦੇ ਫੋਰ ਵਿੱਚ ਜਗਤ ਨੂੰ ਪੈਦਾ ਕਰਕੇ ਨਾਸ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ। ਯਾਨੀ ਰੱਬੀ ਰਜ਼ਾ ਦੇ ਅੰਦਰ ਕੋਈ ਵੀ ਚੀਜ਼ ਪਲ ਵਿੱਚ ਪੈਦਾ ਹੋ ਸਕਦੀ ਹੈ ਔਰ ਪਲ ਵਿੱਚ ਉਹਦਾ ਵਿਨਾਸ਼ ਹੋ ਸਕਦਾ ਹੈ, ਲੇਕਿਨ ਇਹ ਸਾਰਾ ਕੁਝ ਹੁਕਮ ਦੇ ਅੰਦਰ ਹੈ, ਰਜ਼ਾ ਦੇ ਵਿੱਚ ਹੈ। ਜੋ ਵੀ ਉਤਪत्ति ਹੋ ਰਹੀ ਹੈ, ਪਾਲਣਾ ਹੋ ਰਹੀ ਹੈ ਜਾਂ ਵਿਨਾਸ਼ ਹੋ ਰਿਹਾ ਹੈ, ਇਹ ਸਭ ਲਾ ਆਫ ਨੇਚਰ ਵਿੱਚ ਹੈ, ਰੱਬ ਦੀ ਰਜ਼ਾ ਵਿੱਚ ਹੈ, ਭਾਣੇ ਵਿੱਚ ਹੈ, ਹੁਕਮ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੈ। ਸਿਸਟਮ ਤੋਂ ਬਾਹਰ ਕੁਛ ਨਹੀਂ ਹੈ। ਅੰਤ ਨਹੀਂ ਕਿਛ ਪਾਰਾਵਾਰਾ। ਅੰਤ ਨਹੀਂ ਕਿਛ, ਇੱਥੇ ਰੁਕਣਾ ਜਾ ਕੇ ਪਾਰਾਵਾਰਾ, ਕਿ ਉਹਦੀ ਤਾਕਤ ਦਾ, ਉਹਦੇ ਸੰਸਾਰ ਦਾ, ਗੁਣਾਂ ਦਾ ਕੋਈ ਵੀ ਹੱਦ ਬੰਨਾ ਨਹੀਂ। ਪਾਰਾਵਾਰ ਦਾ ਮਤਲਬ ਹੱਦ ਬੰਨਾ, ਕਿ ਕਿੱਥੋਂ ਇਹ ਸੰਸਾਰ ਸ਼ੁਰੂ ਹੁੰਦਾ ਹੈ, ਕਿੱਥੇ ਜਾ ਕੇ ਖਤਮ ਹੋ ਜਾਂਦਾ ਹੈ। ਕਿੰਨੇ ਕੁ ਗੁਣ ਨੇ, ਕਿੰਨੀਆਂ ਕੁ ਦਾਤਾਂ ਨੇ, ਇਹਨਾਂ ਚੀਜ਼ਾਂ ਦਾ ਅੰਤ ਨਹੀਂ ਹੈ। ਭਾਵ ਅਨੰਤ ਹੈ। ਪ੍ਰਭੂ ਅਨੰਤ ਹੈ, ਉਹਦੀ ਕਿਸੇ ਵੀ ਚੀਜ਼ ਦਾ ਅੰਤ ਨਹੀਂ ਹੈ। ਅਨੰਤ ਅਨੰਤ ਹੈ ਸਭ ਕੁਝ, ਅਨੰਤ ਤਾਕਤਾਂ ਦਾ ਮਾਲਕ ਹੈ। ਤੇ ਇਹ ਗੱਲ ਯਾਦ ਰੱਖਣ ਵਾਲੀ ਹੈ, ਉਹ ਜੋ ਅਨੰਤ ਤਾਕਤਾਂ ਦਾ ਮਾਲਕ ਹੈ, ਅਸੀਂ ਉਹਦਾ ਹੀ ਇੱਕ ਪਾਰਟ ਹਾਂ, ਉਹਦੇ ਹੀ ਇੱਕ ਬੁਲਬੁਲੇ ਹਾਂ, ਕਿ ਉਹ ਸਾਡੇ ਅੰਦਰ ਸਮਾਇਆ ਹੋਇਆ ਹੈ। ਅਸੀਂ ਉਹਦਾ ਹੀ ਰੂਪ ਹਾਂ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਜਦੋਂ ਸਾਡੇ ਅੰਦਰ ਇਹ ਵਿਚਾਰ ਆਏਗੀ, ਅਸੀਂ ਇਹਦੇ ਤੇ ਅਮਲ ਕਰਾਂਗੇ, ਤਾਂ ਆਪਣੇ ਅੰਦਰ ਛਿਪੀਆਂ ਅਨੰਤ ਸ਼ਕਤੀਆਂ ਨੂੰ ਬੰਦਾ ਵੇਖੇਗਾ, ਅਨੁਭਵ ਕਰੇਗਾ। ਫਿਰ ਇਹਦੇ ਅੰਦਰੋਂ ਨੈਗੇਟਿਵਿਟੀ ਮੁੱਕੇਗੀ, ਨਕਾਰਾਤਮਕਤਾ ਮੁੱਕੇਗੀ, ਇਹਦੇ ਅੰਦਰ ਸਕਾਰਾਤਮਕਤਾ ਆਏਗੀ ਔਰ ਇਹ ਵੱਡੀਆਂ ਬੁਲੰਦੀਆਂ ਹਾਸਲ ਕਰੇਗਾ। ਹੁਕਮੇ ਧਾਰ ਅਧਰ ਰਹਾਵੇ। ਧਾਰ ਦਾ ਮਤਲਬ ਟਿਕਾ ਕੇ, ਤੇ ਅਧਰ ਦਾ ਮਤਲਬ ਬਿਨਾਂ ਆਸਰੇ ਤੋਂ। ਧਾਰ ਦਾ ਮਤਲਬ ਆਸਰਾ, ਅਧਰ ਦਾ ਮਤਲਬ ਬਿਨਾਂ ਆਸਰੇ ਤੋਂ। ਰਹਾਵੇ ਦਾ ਮਤਲਬ ਰੱਖਦਾ ਹੈ। ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਤੋਂ ਟਿਕਾ ਕੇ ਰੱਖਦਾ ਹੈ, ਆਪਣੇ ਹੁਕਮ ਦੇ ਅੰਦਰ।
ਸ੍ਰਿਸ਼ਟੀ ਨੂੰ ਪੈਦਾ ਕਰਕੇ ਬਿਨਾਂ ਕਿਸੇ ਹੋਰ ਆਸਰੇ ਤੋਂ ਟਿਕਾਇਆ ਹੋਇਆ ਹੈ। ਹੁਕਮ ਦੇ ਅੰਦਰ ਟਿਕੀ ਹੋਈ ਹੈ ਸਾਰੀ ਸ੍ਰਿਸ਼ਟੀ। ਜਿਵੇਂ ਆਮ ਕਰਕੇ ਵਿਚਾਰ ਚੱਲਦੀ ਸੀ ਕਿ ਇਸ ਧਰਤੀ ਨੂੰ ਧੌਲੇ ਬੈਲ ਨੇ ਚੁੱਕਿਆ ਹੋਇਆ ਹੈ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਬਜ਼ੁਰਗ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਕਿ ਧਰਤੀ ਹੈ, ਇਹਨੂੰ ਇੱਕ ਬੈਲ ਨੇ ਚੁੱਕਿਆ ਹੋਇਆ ਹੈ, ਉਹਦਾ ਨਾਮ ਧੌਲਾ ਬੈਲ ਹੈ। ਜਦੋਂ ਉਹ ਥੱਕ ਜਾਂਦਾ ਹੈ ਤੇ ਇੱਕ ਸਿੰਘ ਤੋਂ ਦੂਜੇ ਸਿੰਘ ਦੇ ਉੱਤੇ ਧਰਤੀ ਨੂੰ ਕਰਦਾ, ਧਰਤੀ ਹਿਲਦੀ ਹੈ ਤੇ ਉਦੋਂ ਭੁਚਾਲ ਆਉਂਦੇ ਨੇ। ਇਹ ਚੀਜ਼ਾਂ ਸੁਣਾਉਂਦੇ ਸੀ ਕਿਉਂਕਿ ਆਮ ਜਿਹੜੇ ਨੇ ਧਰਮ ਦੀ ਦੁਨੀਆ ਵਿੱਚ ਵੇਦ ਸ਼ਾਸਤਰਾਂ ਵਿੱਚ ਇਹ ਚੀਜ਼ਾਂ ਲਿਖੀਆਂ ਮਿਲਦੀਆਂ ਸੀ। ਪਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਇਸ ਚੀਜ਼ ਦਾ ਖੰਡਨ ਕੀਤਾ, ਕਹਿਣ ਲੱਗੇ ਕਿ ਉਹ ਕਿਸੇ ਬੈਲ ਆਦਿਕ ਦੇ ਆਸਰੇ ਧਰਤੀ ਨਹੀਂ ਖੜੀ ਹੋਈ। ਜੇ ਮੰਨੋਗੇ ਕਿ ਕਿਸੇ ਬੈਲ ਦੇ ਆਸਰੇ ਖੜੀ ਹੈ ਤਾਂ ਸਵਾਲ ਹੋਏਗਾ ਵੀ ਉਹ ਬੈਲ ਕਿਹਦੇ ਆਸਰੇ ਖੜਿਆ ਹੋਇਆ ਹੈ। ਤੇ ਜੇ ਮੰਨ ਲਈਏ ਕਿ ਬੈਲ ਦੇ ਥੱਲੇ ਇੱਕ ਹੋਰ ਧਰਤੀ ਹੈ ਤੇ ਫਿਰ ਥੱਲੇ ਵਾਲੀ ਧਰਤੀ, ਉਹਦੇ ਥੱਲੇ ਹੋਰ ਬੈਲ, ਬੈਲ ਥੱਲੇ ਧਰਤੀ, ਧਰਤੀ ਥੱਲੇ ਬੈਲ, ਤਾਂ ਇਹ ਸਮਝ ਨਹੀਂ ਆਏਗੀ ਗੱਲ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਧੌਲ ਧਰਮ। ਧਰਮ ਦਾ ਮਤਲਬ ਨਿਯਮ, ਹੁਕਮ, ਹੁਕਮ ਦੇ ਅੰਦਰ ਹੀ ਟਿਕੀ ਹੋਈ ਹੈ। ਭਗਤ ਕਬੀਰ ਜੀ ਦੇ ਨਾਲ ਕਿਸੇ ਬ੍ਰਾਹਮਣ ਦੀ ਵਿਚਾਰ ਹੋਈ ਤੇ ਉਹ ਕਹਿਣ ਲੱਗਾ ਵੀ ਧਰਤੀ ਨੂੰ ਧੌਲੇ ਬੈਲ ਨੇ ਚੁੱਕਿਆ। ਭਗਤ ਕਬੀਰ ਜੀ ਕਹਿਣ ਲੱਗੇ ਵੀ ਜੇ 2 ਮਿੰਟ ਵਾਸਤੇ ਤੇਰੀ ਗੱਲ ਨੂੰ ਮੰਨ ਵੀ ਲਿਆ ਜਾਏ ਵੀ ਬੈਲ ਨੇ ਚੁੱਕਿਆ ਹੈ, ਤੇ ਸਵਾਲ ਪੈਦਾ ਹੋਏਗਾ ਵੀ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ ਉਹਨਾਂ ਨੂੰ ਕਿਹੜੇ ਬੈਲ ਨੇ ਚੁੱਕਿਆ? ਉਹਨਾਂ ਥੱਲੇ ਤੇ ਕੋਈ ਤਾਰਾ ਹੈ ਨਹੀਂ। ਚੰਦਰਮਾ ਥੱਲੇ, ਸੂਰਜ ਥੱਲੇ, ਬਾਕੀ ਜੋ ਗ੍ਰਹਿ ਨਕਸ਼ਤਰ ਨੇ ਉਹਨਾਂ ਥੱਲੇ ਤਾਂ ਕੋਈ ਤਾਰਾ ਹੈ ਨਹੀਂ, ਉਹਨਾਂ ਨੂੰ ਕਿਹਨੇ ਚੁੱਕਿਆ? ਤੇ ਬ੍ਰਾਹਮਣ ਕਹਿਣ ਲੱਗਾ ਕਬੀਰ ਤੂੰ ਕਮਲਾ ਹੈ, ਤੈਨੂੰ ਪਤਾ ਨਹੀਂ, ਜਿਹੜੇ ਤਾਰੇ ਨੇ ਉਹ ਆਕਾਸ਼ ਦੇ ਨਾਲ ਲੱਗੇ ਹੋਏ ਨੇ, ਉਹ ਆਕਾਸ਼ ਨਾਲ ਜੁੜੇ ਨੇ। ਤੇ ਕਬੀਰ ਜੀ ਕਹਿਣ ਲੱਗੇ ਚਲੋ ਮੰਨ ਲੈਂਦੇ ਆ 2 ਮਿੰਟ ਵਾਸਤੇ ਵੀ ਆਕਾਸ਼ ਨਾਲ ਲੱਗੇ ਨੇ, ਤੇ ਫਿਰ ਅਗਲਾ ਸਵਾਲ ਹੈ ਵੀ ਆਕਾਸ਼ ਕਾਹਦੇ ਨਾਲ ਲੱਗਾ ਹੈ? ਉਹ ਜੋ ਦਿਸੇ ਅੰਬਰ ਤਾਰੇ ਕਿਨੋਂ ਚੀਤੇ ਚੀਤਨ ਹਾਰੇ, ਕਹੋਰੇ ਪੰਡਿਤ ਅੰਬਰ ਕਾਸਿਓਂ ਲਾਗਾ, ਆਕਾਸ਼ ਕਿਹਦੇ ਨਾਲ ਲੱਗਾ ਹੋਇਆ? ਬੂਝੇ ਬੂਝਨਹਾਰ ਸੁਭਾਗਾ। ਤਾਂ ਇਹਨਾਂ ਧਰਤੀਆਂ ਦੇ ਥੱਲੇ, ਚੰਦਰਮਾ ਦੇ ਥੱਲੇ ਕੋਈ ਬਾਂਸ ਨਹੀਂ ਖੜੇ, ਕੋਈ ਦੀਵਾਰਾਂ ਨਹੀਂ ਜਿਨ੍ਹਾਂ ਦੇ ਆਸਰੇ ਨੇ। ਇਹਨੂੰ ਕਹਿੰਦੇ ਨੇ ਆਧਾਰ। ਬਿਨਾਂ ਕਿਸੇ ਹੋਰ ਆਸਰੇ ਤੋਂ ਸਿਸਟਮ ਦੇ ਅੰਦਰ, ਕੁਦਰਤੀ ਨਿਯਮਾਂ ਦੇ ਅੰਦਰ ਇਸ ਸ੍ਰਿਸ਼ਟੀ ਨੂੰ ਟਿਕਾਇਆ ਹੋਇਆ ਹੈ। ਹੁਕਮੇ ਧਾਰ, ਧਾਰ ਦਾ ਮਤਲਬ ਧਾਰ ਕੇ, ਟਿਕਾ ਕੇ, ਸ੍ਰਿਸ਼ਟੀ ਨੂੰ ਹੁਕਮ ਦੇ ਅੰਦਰ ਪੈਦਾ ਕਰਕੇ ਬਿਨਾਂ ਕਿਸੇ ਹੋਰ ਆਸਰੇ ਤੋਂ ਟਿਕਾਇਆ ਹੋਇਆ ਹੈ। ਭਾਵ ਕਿ ਕਿਸੇ ਦੇਵੀਆਂ ਦੇਵਤੇ ਤੇ ਹੋਰ ਸ਼ਕਤੀਆਂ ਦਾ ਕੋਈ ਆਸਰਾ ਨਹੀਂ ਹੈ। ਰੱਬੀ ਹੁਕਮ ਦੇ ਅੰਦਰ ਇਹ ਸਾਰਾ ਸੰਸਾਰ ਕੰਮ ਕਰਦਾ ਹੈ। ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਦਾ ਮਤਲਬ ਹੁਕਮ ਵਿੱਚ, ਉਪਜੇ ਦਾ ਮਤਲਬ ਉਪਜਦੀ ਹੈ, ਪੈਦਾ ਹੁੰਦੀ ਹੈ, ਤੇ ਸਮਾਵੈ ਦਾ ਮਤਲਬ ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਇਹ ਸਾਰਾ ਸੰਸਾਰ ਹੁਕਮ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਹੁਕਮ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਹੁਕਮ ਦਾ ਮਤਲਬ ਸਿਸਟਮ, ਰਜਾ, ਭਾਣਾ, ਲੇਖ, ਇਹਨਾਂ ਸਾਰਿਆਂ ਦਾ ਮੀਨਿੰਗ ਹੈ ਸਿਸਟਮ। ਜੋ ਕੁਦਰਤ ਦੇ ਨੇਮ ਨੇ, ਇਹਨਾਂ ਨੇਮਾਂ ਦੇ ਅੰਦਰ ਹਰ ਸ਼ੈ ਪੈਦਾ ਹੋ ਰਹੀ ਹੈ, ਉਹਦੀ ਪਾਲਣਾ ਹੋ ਰਹੀ ਹੈ ਤੇ ਉਹ ਖਤਮ ਹੋ ਰਿਹਾ ਹੈ। ਦੁਨੀਆ ਵਿੱਚ 3 ਚੀਜ਼ਾਂ ਵਾਪਰ ਰਹੀਆਂ ਨੇ, ਨਿਕਾਸ, ਵਿਕਾਸ ਔਰ ਵਿਨਾਸ਼। ਇਹ ਸਾਰਾ ਕੁਝ ਹੁਕਮ ਦੇ ਅੰਦਰ ਹੈ, ਸਿਸਟਮ ਦੇ ਵਿੱਚ ਹੈ। ਹੁਣ ਅਸੀਂ ਬੱਚੇ ਸਾਂ ਤਾਂ ਬੱਚੇ ਬਣ ਕੇ ਇਸ ਜਗਤ ਦੇ ਅੰਦਰ ਜਨਮੇ, ਤਾਂ ਹੁਕਮ ਦੇ ਅੰਦਰ, ਸਿਸਟਮ ਵਿੱਚ ਸਾਡਾ ਜਨਮ ਹੋਇਆ ਨਾ। ਹੁਣ ਸਿਸਟਮ ਦੇ ਅੰਦਰ ਸਾਡਾ ਵਿਕਾਸ ਹੋ ਰਿਹਾ ਹੈ ਤੇ ਹਰ ਵਿਕਾਸਸ਼ੀਲ ਚੀਜ਼ ਨੂੰ ਵਿਨਾਸ਼ ਵੱਲ ਲੈ ਜਾਂਦਾ ਹੈ। ਸਾਡਾ ਵਿਕਾਸ ਹੋਇਆ, ਬਚਪਨ ਤੋਂ ਜਵਾਨ ਹੋਏ, ਜਵਾਨ ਤੋਂ ਬੁੱਢੇ, ਤੇ ਹੁਣ ਇਹ ਜਿਹੜਾ ਵਡੇਪਾ ਹੈ ਮੌਤ ਵੱਲ ਲਈ ਜਾ ਰਿਹਾ ਨਾ, ਵਿਨਾਸ਼ ਵੱਲ। ਇਹ ਸਾਰਾ ਕੁਝ ਸਿਸਟਮ ਵਿੱਚ ਹੋ ਰਿਹਾ ਹੈ, ਯਾਨੀ ਹੁਕਮ ਦੇ ਅੰਦਰ ਹੀ ਪੈਦਾ ਹੋ ਰਿਹਾ ਹੈ, ਹੁਕਮ ਦੇ ਅੰਦਰ ਹੀ ਸਾਰਾ ਕੁਝ ਖਤਮ ਹੋ ਰਿਹਾ ਹੈ। ਕੋਈ ਬ੍ਰਹਮਾ ਪੈਦਾ ਕਰਨ ਵਾਲਾ ਨਹੀਂ, ਕੋਈ ਵਿਸ਼ਨੂੰ ਪਾਲਣਾ ਵਾਲਾ ਨਹੀਂ, ਕੋਈ ਸ਼ਿਵ ਇਹਨੂੰ ਖਤਮ ਕਰਨ ਵਾਲਾ ਨਹੀਂ। ਇਹ ਸਾਰਾ ਕੁਝ ਰੱਬੀ ਹੁਕਮ ਦੇ ਅੰਦਰ ਹੋ ਰਿਹਾ ਹੈ। ਹੁਕਮੇ ਊਚ ਨੀਚ ਵਿਵਹਾਰ। ਹੁਕਮੇ ਦਾ ਮਤਲਬ ਹੁਕਮ ਵਿੱਚ ਜਿਹੜੇ ਆ ਉੱਚੇ ਔਰ ਨੀਵੇਂ ਕਿਸਮ ਦੇ ਵਰਤਾਰੇ ਹੋ ਰਹੇ ਨੇ ਨਾ, ਕੋਈ ਚੰਗਾ ਵਿਹਾਰ ਕਰਦਾ ਹੈ, ਕੋਈ ਮਾੜਾ ਵਿਹਾਰ ਕਰਦਾ ਹੈ। ਉੱਚੇ ਤੇ ਨੀਵੇਂ ਬੰਦਿਆਂ ਦੀ ਜਿਹੜੀ ਵਰਤੋਂ ਹੈ, ਇਹ ਸਭ ਹੁਕਮ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੈ। ਦੇਖੋ ਕਈ ਲੋਕ ਨੇ, ਉਹਨਾਂ ਦਾ ਵਿਹਾਰ ਕਿੰਨਾ ਚੰਗਾ ਹੈ, ਉਹਨਾਂ ਦੀ ਬੋਲਬਾਣੀ ਕਿੰਨੀ ਚੰਗੀ ਹੈ, ਉਹਨਾਂ ਦੀ ਸੋਚ ਕਿੰਨੀ ਚੰਗੀ ਹੈ,
ਤੇ ਕੁਝ ਲੋਕ ਐਸੇ ਨੇ, ਉਹਨਾਂ ਦੀ ਬੋਲ ਬਾਣੀ ਬੜੀ ਭੈੜੀ ਹੈ, ਉਹਨਾਂ ਦੀ ਸੋਚ ਬੜੀ ਮਾੜੀ ਹੈ, ਉਹਨਾਂ ਦਾ ਵਿਹਾਰ ਬੜਾ ਮਾੜਾ ਹੈ। ਯਾਨੀ ਕੁਝ ਚੰਗੀ ਸੋਚ ਵਾਲੇ ਨੇ, ਕੁਝ ਮਾੜੀ ਸੋਚ ਵਾਲੇ ਨੇ, ਕੁਝ ਚੰਗੇ ਨੇ, ਕੁਝ ਮਾੜੇ ਨੇ, ਸੁਖੀ ਨੇ, ਦੁਖੀ ਨੇ। ਤਾਂ ਇਹ ਸਾਰਾ ਕੁਝ ਕਿਵੇਂ ਹੈ? ਸਿਸਟਮ ਦੇ ਅੰਦਰ ਹੈ। ਜੈਸੇ ਸਿਸਟਮ ਨੂੰ ਫੋਲੋ ਕਰੋਗੇ ਵੈਸੇ ਬਣ ਜਾਓਗੇ, ਕਿਉਂਕਿ ਇਹ ਕੁਦਰਤ ਹੈ। ਇੱਥੇ ਹਰ ਸ਼ੈ ਆਪਣੇ ਆਪ ਦੇ ਅੰਦਰ ਨਾ ਚੰਗੀ ਹੈ ਨਾ ਮਾੜੀ ਹੈ। ਇਹਦੀ ਵਰਤੋਂ ਕਿਵੇਂ ਕਰੋਗੇ, ਉਹ ਚੀਜ਼ ਉਹਨੂੰ ਚੰਗਾ ਔਰ ਮਾੜਾ ਬਣਾਏਗੀ। ਪਰ ਹੋਏਗਾ ਸਾਰਾ ਕੁਝ ਸਿਸਟਮ ਦੇ ਵਿੱਚ ਹੀ। ਅੱਗ ਬਲ ਰਹੀ ਹੈ, ਹੁਣ ਅੱਗ ਦੇ ਉੱਤੇ ਤੁਸੀਂ ਭੋਜਨ ਬਣਾ ਲਓ ਔਰ ਭੋਜਨ ਬਣਾ ਕੇ ਕਿਸੇ ਆਏ ਗਏ ਦੀ ਸੇਵਾ ਕਰੋ, ਸਿਸਟਮ ਵਿੱਚ ਇਹ ਭੋਜਨ ਬਣ ਜਾਏਗਾ। ਤੇ ਜੇ ਕਿਸੇ ਤੇ ਤੇਲ ਪਾ ਕੇ ਅੱਗ ਲਾਓਗੇ ਤੇ ਸਿਸਟਮ ਦੇ ਵਿੱਚ ਸਾੜ ਦੇਗੀ, ਉਹਨੇ ਸਾੜਨਾ ਹੈ। ਅੱਗ ਨੂੰ ਕਿਵੇਂ ਵਰਤੋਗੇ ਇਹਦੇ ਤੇ ਡਿਪੈਂਡ ਕਰੇਗਾ। ਸਾਡੀ ਸੋਚ ਹੈ, ਤਾਂ ਜੇ ਇਹਨੂੰ ਚੰਗੀ ਤਰ੍ਹਾਂ ਵਰਤੋਗੇ, ਸੱਚ ਬੋਲੋਗੇ, ਦਇਆ ਕਰੋਗੇ, ਪਿਆਰ ਕਰੋਗੇ, ਤਾਂ ਚੰਗੇ ਹੋ ਜਾਓਗੇ। ਸਿਸਟਮ ਵਿੱਚ ਨਾ ਵਿਹਾਰ। ਤੇ ਜੇ ਅਸੀਂ ਮਾੜਾ ਸੋਚਾਂਗੇ, ਮਾੜਾ ਬੋਲਾਂਗੇ, ਤਾਂ ਇਸ ਸਿਸਟਮ ਦੇ ਅੰਦਰ ਕੀ ਹੋਏਗਾ? ਸਾਡਾ ਜਿਹੜਾ ਵਿਹਾਰ ਹੈ ਮਾੜਾ ਹੁੰਦਾ ਚਲਾ ਜਾਏਗਾ, ਕਿਉਂਕਿ ਸਿਸਟਮ ਹੈ। ਜੈਸਾ ਤੁਸੀਂ ਇਨਪੁਟ ਦੋਗੇ ਵੈਸੀ ਆਊਟਪੁੱਟ ਆਏਗੀ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧਾ ਖੇਤ। ਮੰਨ ਲਓ ਤੁਹਾਡੇ ਕੋਲ ਕੈਲਕੂਲੇਟਰ ਹੈ ਤੇ ਤੁਸੀਂ 3+3 ਇਹਦਾ ਉੱਤਰ ਲੱਭਣਾ ਚਾਹ ਰਹੇ ਹੋ, ਲੇਕਿਨ ਇਹਦਾ ਉੱਤਰ ਆ ਰਿਹਾ 9, ਆਉਣਾ ਚਾਹੀਦਾ 6, ਉੱਤਰ ਆ ਰਿਹਾ 9। ਤਾਂ ਹੁਣ ਅਸੀਂ ਕਵਾਂਗੇ ਵੀ ਕੈਲਕੂਲੇਟਰ ਖਰਾਬ ਹੋ ਗਿਆ। ਕੈਲਕੂਲੇਟਰ ਖਰਾਬ ਨਹੀਂ ਹੋਇਆ, ਕੈਲਕੂਲੇਟਰ ਬਿਲਕੁਲ ਠੀਕ ਹੈ, ਸਿਸਟਮ ਬਿਲਕੁਲ ਠੀਕ ਉੱਤਰ ਦੇ ਰਿਹਾ ਹੈ। ਇਨਫੋਰਮੇਸ਼ਨ ਗਲਤ ਦੇ ਦਿੱਤੀ ਗਈ ਹੈ ਤੇ ਉਸ ਇਨਫੋਰਮੇਸ਼ਨ ਮੁਤਾਬਕ ਉਹ ਉੱਤਰ ਦੇ ਰਿਹਾ ਹੈ। ਦੱਬਣਾ ਸੀ ਪਲੱਸ ਤੇ ਦੱਬ ਦਿੱਤਾ ਹੈ ਗੁਣਾ ਵਾਲਾ ਨਿਸ਼ਾਨ। 3+3 ਦੱਬਣਾ ਸੀ, ਕਿਉਂਕਿ ਅਸੀਂ ਜੋੜ ਕਰਨਾ ਸੀ ਨਾ, ਜੋੜ ਦਾ ਉੱਤਰ ਲੈਣਾ ਚਾਹੁੰਦੇ ਹਾਂ, ਲੇਕਿਨ ਇਨਫੋਰਮੇਸ਼ਨ ਦੇ ਦਿੱਤੀ ਹੈ ਗੁਣਾ ਵਾਲੀ, ਨਿਸ਼ਾਨ ਗੁਣਾ ਵਾਲਾ ਦੱਬਦਾ ਤਾਂ ਉਹ 9 ਉੱਤਰ ਦੇਵੇਗਾ। ਉਹ ਸਿਸਟਮ ਬਿਲਕੁਲ ਠੀਕ ਕੰਮ ਕਰ ਰਿਹਾ, ਅਸੀਂ ਇਨਫੋਰਮੇਸ਼ਨ ਗਲਤ ਦੇ ਦਿੱਤੀ ਹੈ। ਜੈਸੀ ਇਨਫੋਰਮੇਸ਼ਨ ਦੋਗੇ ਸਿਸਟਮ ਵੈਸਾ ਹੀ ਉੱਤਰ ਦੇਵੇਗਾ। ਸਾਡਾ ਦਿਮਾਗ ਵੀ ਕੈਲਕੂਲੇਟਰ, ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਹੈ। ਜੈਸੀ ਇਨਫੋਰਮੇਸ਼ਨ ਦੋਗੇ ਵੈਸਾ ਉੱਤਰ ਆਏਗਾ। ਜੇ ਅੰਦਰ ਇਨਫੋਰਮੇਸ਼ਨ ਚੰਗੀ ਦੇ ਰਹੇ ਹਾਂ, ਸੱਚ ਦੀ, ਦਇਆ ਦੀ, ਪ੍ਰੇਮ ਦੀ, ਤਾਂ ਅੰਦਰੋਂ ਉੱਤਰ ਐਸੀ ਆ ਰਹੇ ਨੇ, ਆਊਟਪੁੱਟ ਵੀ ਐਸੀ ਆ ਰਹੀ ਹੈ। ਤੇ ਜੇ ਆਪਣੇ ਅੰਦਰ ਈਰਖਾ ਦਵੈਸ਼ ਭਰ ਰਹੇ ਹਾਂ ਤਾਂ ਆਊਟਪੁੱਟ ਵੀ ਆ ਰਿਹਾ। ਉਸ ਤਰ੍ਹਾਂ ਸਿਸਟਮ ਹੈ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨਾ ਵੀ ਇਹ ਉੱਚਿਆਂ ਨੀਵਿਆਂ ਲੋਕਾਂ ਦਾ ਵਿਵਹਾਰ ਹੈ, ਇਹ ਸਭ ਰੱਬੀ ਸਿਸਟਮ ਦੇ ਅੰਦਰ ਹੈ। ਰੱਬ ਦੇ ਹੁਕਮ ਤੋਂ ਬਾਹਰ ਕੁਛ ਨਹੀਂ। ਹੁਕਮੇ ਅਨੇਕ ਰੰਗ ਪ੍ਰਕਾਰ, ਪ੍ਰਕਾਰ ਦਾ ਮਤਲਬ ਕਿਸਮ, ਅਨੇਕ ਰੰਗ ਦਾ ਮਤਲਬ ਅਨੇਕਾਂ ਕਿਸਮਾਂ ਦੇ, ਅਨੇਕਾਂ ਕਿਸਮਾਂ ਦੇ ਖੇਡ ਤਮਾਸ਼ੇ ਚੋਜ ਇਸ ਦੁਨੀਆ ਦੇ ਵਿੱਚ ਜੋ ਵਰਤ ਰਹੇ ਨੇ, ਉਹ ਸਭ ਹੁਕਮ ਦੇ ਅੰਦਰ ਨੇ, ਹੁਕਮ ਤੋਂ ਬਾਹਰ ਨਹੀਂ। ਸਿਸਟਮ ਦੇ ਅੰਦਰ ਨੇ। ਨਵੇਂ ਤਾਰੇ ਪੈਦਾ ਹੋ ਰਹੇ ਨੇ, ਖਤਮ ਹੋ ਰਹੇ ਨੇ। ਸਾਡੇ ਸਰੀਰ ਦੇ ਵਿੱਚ ਨਵੇਂ ਸੈੱਲ ਪੈਦਾ ਹੋ ਰਹੇ ਨੇ, ਪੁਰਾਣੇ ਖਤਮ ਹੋ ਰਹੇ ਨੇ। ਵਨਸਪਤੀ ਪੈਦਾ ਹੋ ਰਹੀ ਹੈ, ਜੀਵ ਜੰਤ ਨੇ, ਜਾਂ ਜੋ ਅਸੀਂ ਸਾਇੰਸ ਦੀਆਂ ਖੋਜਾਂ ਕਰ ਰਹੇ ਹਾਂ, ਧਰਮ ਦੀ ਦੁਨੀਆ ਵਿੱਚ ਵਿਚਰ ਰਹੇ ਹਾਂ, ਇਹ ਸਾਰਾ ਕੁਝ ਹੁਕਮ ਦੇ ਅੰਦਰ ਹੈ। ਹੁਕਮ ਤੋਂ ਬਾਹਰ ਕੁਝ ਨਹੀਂ। ਸਾਰਾ ਕੁਝ ਸਿਸਟਮ ਦੇ ਅੰਦਰ ਹੈ। ਅਨੇਕਾਂ ਰੰਗ ਤਮਾਸ਼ੇ ਜਿੰਨੇ ਵੀ ਨੇ। ਕਰ ਕਰ ਦੇਖੈ ਆਪਣੀ ਵਡਿਆਈ, ਵਡਿਆਈ ਦਾ ਮਤਲਬ ਬਜ਼ੁਰਗੀ, ਵਿਸ਼ਾਲਤਾ। ਰਚਨਾ ਰਚ ਕੇ ਉਹ ਆਪਣੀ ਨਿਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ। ਆਪਣੀ ਬਜ਼ੁਰਗੀ ਦੇ ਕੰਮ ਕਰ ਕਰਕੇ ਆਪ ਹੀ ਵੇਖ ਰਿਹਾ ਹੈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਆਪ ਹੀ ਸੰਸਾਰ ਨੂੰ ਰਚ ਕੇ ਤੇ ਆਪ ਇਹਦੀ ਪਾਲਣਾ ਕਰ ਰਿਹਾ ਹੈ। ਵਿਆਪਕ ਹੈ ਨਾ। ਰਜਾ ਦੇ ਅੰਦਰ ਪਾਲਣਾ ਹੋ ਰਹੀ ਹੈ, ਰਜਾ ਦੇ ਅੰਦਰ ਉਤਪਤੀ ਹੋ ਰਹੀ ਹੈ, ਵੇਖ ਰਿਹਾ ਹੈ। ਤਾਂ ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਜੇ ਸਮਝੀਏ ਤਾਂ ਹਕੀਕਤ ਤਾਂ ਇਹੀ ਹੈ ਕਿ ਰੱਬ ਵੇਖ ਹੀ ਰਿਹਾ ਹੈ। ਚੰਗੇ ਕੰਮਾਂ ਨੂੰ ਵੀ ਵੇਖ ਰਿਹਾ, ਮਾੜਿਆਂ ਨੂੰ ਵੀ ਵੇਖ ਰਿਹਾ। ਅਸੀਂ ਕਈ ਵਾਰ ਸਮਝ ਲੈਂਦੇ ਹਾਂ ਕਿ ਇੱਥੇ ਕਿਹੜਾ ਕੋਈ ਵਿੰਦ ਹੈ,
ਮਾੜਾ ਕੰਮ ਕਰ ਲਓ, ਕੋਈ ਚੋਰੀ ਕਰ ਲਓ, ਪਰ ਵੇਖ ਰਿਹਾ ਹੈ ਤੁਹਾਡਾ ਆਪਣਾ ਆਪਾ ਤਾਂ ਵੇਖ ਰਿਹਾ ਨਾ। ਮੈਂ ਚੋਰੀ ਕਰ ਲਵਾਂ ਤੁਹਾਡੇ ਘਰ ਵਿੱਚੋਂ ਕੋਈ ਸ਼ੈ, ਤੁਸੀਂ ਉੱਥੇ ਗੈਰ ਹਾਜ਼ਰ ਹੋ, ਕੈਮਰੇ ਵਗੈਰਾ ਤੁਹਾਡੇ ਘਰ ਨਹੀਂ ਲੱਗੇ, ਮੈਂ ਚੋਰੀ ਕਰ ਲਈ, ਹੈਂ ਤੁਸੀਂ ਮੇਰੇ ਤੇ ਸ਼ੱਕ ਵੀ ਨਹੀਂ ਕੀਤਾ, ਲੇਕਿਨ ਉਹ ਨੋਟ ਤਾਂ ਹੋਈ ਆ, ਮੇਰੇ ਤਾਂ ਤੁਹਾਨੂੰ ਆਉਂਦਾ ਪਤਾ ਪਿਆ ਨਹੀਂ ਨਹੀਂ ਨਾ, ਲੱਗਾ, ਬਸ ਪਰ ਇੰਟਰਨੈਟ ਮੈਨੂੰ ਤਾਂ ਚਾਹੁੰਦਾ ਪਤਾ। ਨਹੀਂ, ਆਲਰੇਡੀ ਮੇਰਾ ਕਨੈਕਟਡ ਹੈ ਨਾ। ਵਿਦਿਆ ਮਿਊਟ ਕਰ ਦਿਓ ਇਹਨਾਂ ਨੂੰ। ਤਾਂ ਚੋਰੀ ਕਰ ਲਈ, ਮੈਨੂੰ ਤਾਂ ਪਤਾ ਨਾ ਮੈਂ ਚੋਰੀ ਕੀਤੀ ਹੈ, ਮੈਂ ਤਾਂ ਆਪਣੇ ਆਪ ਨੂੰ ਵੇਖ ਰਿਹਾ ਹਾਂ, ਆਪਣੇ ਆਪ ਤੋਂ ਕਿਵੇਂ ਛੁਪਾਵਾਂਗਾ? ਮੇਰਾ ਆਪਣਾ ਆਪਾ ਉਹਦਾ ਹੀ ਤੇ ਸਰੂਪ ਹੈ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਸਿਸਟਮ ਤੋਂ ਲੁਕਾ ਕੇ ਤੁਸੀਂ ਕੁਝ ਕਰ ਨਹੀਂ ਸਕਦੇ, ਸਿਸਟਮ ਦੇ ਵਿੱਚ ਹੀ ਕਰੋਗੇ ਨਾ। ਜੇ ਮੰਨ ਲਓ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵਾਸਤੇ ਈਰਖਾ ਪੈਦਾ ਕਰਦੇ ਹੋ, ਤੇ ਸਿਸਟਮ ਤੇ ਵੇਖ ਰਿਹਾ ਹੈ, ਸਿਸਟਮ ਵਿੱਚ ਵਾਚਿਆ ਜਾ ਰਿਹਾ ਹੈ। ਜਦੋਂ ਤੁਸੀਂ ਈਰਖਾ ਕਰਨੀ ਸ਼ੁਰੂ ਕਰੋਗੇ, ਉਸੇ ਵੇਲੇ ਤੁਹਾਡੀ ਸ਼ਾਂਤੀ ਭੰਗ ਹੋ ਜਾਏਗੀ, ਅੰਦਰ ਈਰਖਾ ਦੀ ਅੱਗ ਬਲ ਗਈ। ਸਿਸਟਮ ਨੂੰ ਕਿਵੇਂ ਕਮਲਾ ਕਰੋਗੇ? ਸਿਸਟਮ ਤੋਂ ਕਿਵੇਂ ਲੁਕਾਓਗੇ ਕੋਈ ਚੀਜ਼? ਜਦੋਂ ਤੁਸੀਂ ਪਿਆਰ ਦੇ ਨਾਲ ਸੋਚਦੇ ਹੋ ਕਿਸੇ ਵਾਸਤੇ, ਤਾਂ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ ਪੈਦਾ ਹੋਏਗੀ, ਸਿਸਟਮ ਦੇ ਅੰਦਰ ਸਾਰਾ ਕੁਝ ਮਿਲੇਗਾ। ਤਾਂ ਪ੍ਰਭੂ ਆਪਣੀ ਇਸ ਕਾਇਨਾਤ ਨੂੰ ਰਚ ਰਚ ਕੇ ਆਪ ਇਹਨੂੰ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਨਾਨਕ ਸਭ ਮਹਿ ਰਿਹਾ ਸਮਾਈ। ਨਾਨਕ ਤੇ ਥੋੜਾ ਜਿਹਾ ਰੁਕ ਜਾਣਾ ਹੈ। ਰਿਹਾ ਸਮਾਈ ਦਾ ਮਤਲਬ ਸਮਾਇਆ ਹੋਇਆ ਹੈ। ਹੇ ਨਾਨਕ, ਰੱਬ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਮੇਰੇ ਵਿੱਚ, ਤੁਹਾਡੇ ਵਿੱਚ, ਸਾਰੇ ਸੰਸਾਰ ਅੰਦਰ, ਜੀਵ ਜਨਤਾ ਵਿੱਚ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸਾਰਿਆਂ ਦੇ ਅੰਦਰ ਉਹ ਸਮਾਇਆ ਹੋਇਆ ਹੈ। ਹੁਣ ਦੇਖੋ ਕਿੰਨਾ ਪਿਆਰਾ ਬਚਨ, ਕਿੰਨਾ ਮਹਾਨ ਦੇਣ ਸਾਡੇ ਵਾਸਤੇ ਗੁਰੂ ਜੀ ਦੀ, ਕਿ ਰੱਬ ਕਿਤੇ ਵੱਖਰੇ ਆਕਾਸ਼ ਵਿੱਚ ਨਹੀਂ ਬੈਠਾ, ਕਿਸੇ ਸਵਰਗ ਵਿੱਚ, ਕਿਸੇ ਜੰਨਤ ਵਿੱਚ, ਕਿਸੇ ਬੈਕੁੰਠ ਵਿੱਚ, ਜਾਂ ਕਿਸੇ ਵੱਖਰੇ ਸੱਚਖੰਡ ਵਿੱਚ ਨਹੀਂ ਬੈਠਾ, ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਸਾਰੇ ਸਿਸਟਮ ਦੇ ਅੰਦਰ ਕੰਮ ਕਰ ਰਹੇ ਨੇ, ਸਾਰਿਆਂ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਸਤ ਸੰਤੋਖ ਦਇਆ ਧਰਮ ਆਦਿਕ ਸਾਰਿਆਂ ਦੇ ਵਿੱਚ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਉਹਨੂੰ ਵੇਖਦਾ ਹੈ ਜਾਂ ਨਹੀਂ ਵੇਖਦਾ, ਅਨੁਭਵ ਕਰਦਾ ਹੈ ਜਾਂ ਨਹੀਂ ਅਨੁਭਵ ਕਰਦਾ, ਉਹਦੇ ਗੁਣਾਂ ਨੂੰ ਕੋਈ ਵਰਤਦਾ ਹੈ ਜਾਂ ਨਹੀਂ ਵਰਤਦਾ, ਇਹ ਉਹਦੀ ਆਪਣੀ ਮਰਜ਼ੀ ਹੈ। ਲੇਕਿਨ ਹੈ ਉਹ ਸਾਰਿਆਂ ਦੇ ਅੰਦਰ, ਸਾਰੇ ਉਹਦਾ ਹੀ ਰੂਪ ਨੇ, ਉਹਦੇ ਤੋਂ ਬਿਨਾਂ ਕੋਈ ਵੀ ਨਹੀਂ ਹੈ। ਪ੍ਰਭ ਭਾਵੈ ਮਾਨੁਖ ਗਤ ਭਾਵੈ। ਪ੍ਰਭ ਭਾਵੈ, ਜੇ ਪ੍ਰਭੂ ਨੂੰ ਚੰਗਾ ਲੱਗੇ। ਗਤ ਦਾ ਮਤਲਬ ਉੱਚੀ ਆਤਮਕ ਅਵਸਥਾ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਮਨੁੱਖ ਉੱਚੀ ਆਤਮਕ ਅਵਸਥਾ ਕਰ ਲੈਂਦਾ ਪ੍ਰਾਪਤ, ਜੇ ਪ੍ਰਭੂ ਨੂੰ ਚੰਗਾ ਲੱਗੇ, ਜੇ ਪ੍ਰਭੂ ਨੂੰ ਭਾ ਜਾਏ, ਯਾਨੀ ਜੇ ਰੱਬ ਦੀ ਰਜ਼ਾ ਵਿੱਚ ਤੁਰੇ। ਜੇ ਰੱਬ ਦੀ ਰਜ਼ਾ ਵਿੱਚ ਤੁਰੇ, ਭਾਣੇ ਅਨੁਸਾਰ ਜ਼ਿੰਦਗੀ ਜੀਵੇ, ਤਾਂ ਬੰਦਾ ਉੱਚੀ ਆਤਮਕ ਅਵਸਥਾ ਪਾ ਲਵੇਗਾ, ਮੁਕਤੀ ਪਾ ਲਵੇਗਾ, ਵਿਕਾਰਾਂ ਤੋਂ ਖੁਲਾਸੀ ਪਾ ਲਵੇਗਾ, ਦੁੱਖਾਂ ਤੋਂ ਮੁਕਤ ਹੋ ਜਾਏਗਾ। ਤਾਂ ਜ਼ਰੂਰਤ ਇਹ ਹੈ ਕਿ ਅਸੀਂ ਜੀਵਨ ਕਿਸ ਢੰਗ ਦੇ ਨਾਲ ਜੀਂਦੇ ਹਾਂ। ਜੇ ਤਾਂ ਅਸੀਂ ਰਜ਼ਾ ਭਾਣੇ ਨੂੰ ਸਮਝਦੇ ਹਾਂ ਔਰ ਰਜ਼ਾ ਭਾਣੇ ਨੂੰ ਸਹੀ ਢੰਗ ਦੇ ਨਾਲ ਫੋਲੋ ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਆ ਸਕਦੀ ਹੈ, ਪ੍ਰਸੰਨਤਾ ਆ ਸਕਦੀ ਹੈ, ਆਨੰਦ ਪੈਦਾ ਹੋ ਸਕਦਾ ਹੈ। ਅਸੀਂ ਵਿਕਾਰਾਂ ਤੋਂ ਖੁਲਾਸੀ ਪ੍ਰਾਪਤ ਕਰ ਸਕਦੇ ਹਾਂ, ਚੋਰ ਬਜ਼ਾਰੀਆਂ 2 ਨੰਬਰ ਦੇ ਧੰਦਿਆਂ ਤੋਂ ਸਾਡਾ ਛੁਟਕਾਰਾ ਹੋ ਸਕਦਾ ਹੈ, ਜੇ ਅਸੀਂ ਰਜ਼ਾ ਨੂੰ ਫੋਲੋ ਕਰੀਏ, ਜੇ ਅਸੀਂ ਗੁਰੂ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਫੋਲੋ ਕਰੀਏ, ਤਾਂ ਜਿਹੜਾ ਮਨੁੱਖ ਹੈ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਦਾ ਹੈ। ਇਹ ਪੋਸੀਬਿਲਿਟੀ ਹੈ ਹਰ ਇੱਕ ਦੇ ਅੰਦਰ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭ ਭਾਵੈ ਦਾ ਮਤਲਬ ਜੇ ਕੋਈ ਰੱਬ ਨੂੰ ਚੰਗਾ ਲੱਗੇ, ਰੱਬ ਦੀ ਰਜ਼ਾ ਵਿੱਚ ਤੁਰੇ, ਤਾਂ ਰੱਬ ਪੱਥਰ ਦਿਲ ਇਨਸਾਨ ਨੂੰ ਵੀ ਤਾਰ ਲੈਂਦਾ ਹੈ। ਪਾਥਰ ਦਾ ਮਤਲਬ ਇੱਥੇ ਪੱਥਰ ਦਿਲ ਇਨਸਾਨ ਦੀ ਗੱਲ ਹੈ। ਜਿਸ ਬੰਦੇ ਦਾ ਹਿਰਦਾ ਕਠੋਰ ਹੈ, ਪੱਥਰ ਵਰਗਾ, ਜਿਹਦੇ ਅੰਦਰ ਦਇਆ ਨਹੀਂ ਹੈ, ਕਿਸੇ ਦੇ ਦੁੱਖ ਨੂੰ ਵੇਖ ਕੇ ਉਹਦਾ ਹਿਰਦਾ ਪਸੀਜਦਾ ਨਹੀਂ, ਉਹਦੇ ਅੰਦਰ ਭਾਵਨਾਵਾਂ ਚੰਗੀਆਂ ਪੈਦਾ ਨਹੀਂ ਹੁੰਦੀਆਂ, ਜੋ ਕਿਸੇ ਦੇ ਦੁੱਖ ਦਰਦ ਨੂੰ ਵੇਖ ਕੇ ਜਿਹਦੇ ਅੰਦਰ ਦਰਦ ਨਹੀਂ ਪੈਦਾ ਹੁੰਦਾ, ਪਸੀਜਦਾ ਨਹੀਂ ਹਿਰਦਾ, ਪੱਥਰ ਵਰਗਾ ਕਠੋਰ ਹੈ, ਉਹ ਬੰਦਾ ਵੀ ਤਰ ਸਕਦਾ ਹੈ, ਕਠੋਰਤਾ ਤੋਂ ਬਚ ਸਕਦਾ ਹੈ।
ਦੇਖੋ ਕਿੰਨਾ ਕਠੋਰ ਹੈ ਨਾ ਬੰਦਾ, ਪੱਥਰ ਨਾਲੋਂ ਵੀ ਕਠੋਰ ਹੈ ਜਦੋਂ ਇਹ ਬੰਬ ਧਮਾਕੇ ਕਰਦਾ ਹੈ। ਕਿੰਨਾ ਕਠੋਰ ਬੰਦਾ ਹੈ ਜਿਹਨੇ ਹਾਈਡਰੋਜਨ ਬੰਬ ਤਿਆਰ ਕੀਤੇ ਹੋਏ ਨੇ, ਜਿਹਨੇ ਪਰਮਾਣੂ ਬੰਬ ਤਿਆਰ ਕੀਤੇ ਹੋਏ ਨੇ। ਤੇ ਜੇ ਇਹ ਪਰਮਾਣੂ ਹਥਿਆਰ ਚੱਲਦੇ ਨੇ ਤਾਂ ਕੀ ਤੁਸੀਂ ਸਮਝਦੇ ਹੋ ਕਿ ਇਸ ਦੁਨੀਆ ਦੇ ਵਿੱਚ ਕੋਈ ਜਿਉਂਦਾ ਬਚੇਗਾ? ਪਰਮਾਣੂ ਬੰਬ ਜਿਹੜੇ ਨੇ ਧੂਣੀਆਂ ਸੇਕਣ ਵਾਸਤੇ ਤੇ ਨਹੀਂ ਰੱਖੇ ਵੀ ਸਿਆਲ ਚ ਧੂਣੀ ਸੇਕਾਂਗੇ। ਕਿੰਨਾ ਕਠੋਰ ਬੰਦਾ ਹੈ ਨਾ। ਇਸ ਦੁਨੀਆ ਨੂੰ ਖਤਮ ਕਰਨ ਵਾਸਤੇ ਇੰਨੇ ਹਥਿਆਰ ਨੇ ਕਿ 70 ਵਾਰੀ ਇਹ ਦੁਨੀਆ ਖਤਮ ਹੋ ਸਕਦੀ ਹੈ। ਇੱਕ ਬੰਦੇ ਨੂੰ 70 ਵਾਰ ਮਾਰਿਆ ਜਾ ਸਕਦਾ ਹੈ ਇਹਨਾਂ ਅਸਲਾ ਦੁਨੀਆ ਵਿੱਚ। ਜਦੋਂ ਬੰਦਾ ਇੱਕ ਗੋਲੀ ਨਾਲ ਹੀ ਮਰ ਸਕਦਾ ਤੇ ਫਿਰ 70 ਗੋਲੀਆਂ ਬਣਾਉਣ ਦੀ ਲੋੜ ਤਾਂ ਵੈਸੇ ਨਹੀਂ ਹੈ। ਕਠੋਰ ਹੈ ਨਾ ਬੰਦਾ। ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਕਤਲੋ ਗਾਰਤ, ਆ ਜਿਹੜੀ ਹੁਣ ਟਰੱਕ ਵਾਲੀ ਤੁਸੀਂ ਵਾਰਤਾ ਸਾਂਝੀ ਕਰ ਰਹੇ ਸੀ, ਕਿੰਨਾ ਕਠੋਰ ਹੈ ਨਾ ਬੰਦਾ ਕਿ ਟਰੱਕ ਬੈਕ ਲਾਉਣ ਤੋਂ, ਅੱਗੇ ਪਿੱਛੇ ਕਰਨ ਤੋਂ ਲੜ ਪੈਣਾ ਤੇ ਲਹੂ ਲੁਹਾਨ ਕਰ ਦੇਣਾ ਇੱਕ ਦੂਜੇ ਨੂੰ। ਕਠੋਰ ਹੈ ਨਾ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜੇ ਰੱਬ ਨੂੰ ਚੰਗਾ ਲੱਗੇ ਨਾ, ਜੇ ਰੱਬ ਦੀ ਰਜ਼ਾ ਦੇ ਅੰਦਰ ਤੁਰੇ, ਤਾਂ ਜਿਹੜਾ ਕਠੋਰ ਹਿਰਦੇ ਵਾਲਾ ਸੋਚ ਵਾਲਾ ਬੰਦਾ ਹੈ ਉਹ ਵੀ ਤਰ ਸਕਦਾ ਹੈ, ਉਹਦੇ ਅੰਦਰ ਵੀ ਕੋਮਲਤਾ ਆ ਸਕਦੀ ਹੈ ਔਰ ਆਈ ਹੈ। ਦੇਖੋ ਸੱਜਣ ਕਿੰਨਾ ਕਠੋਰ ਸੀ, ਪਰ ਜਦੋਂ ਪ੍ਰਭੂ ਦੀ ਰਜ਼ਾ ਭਾਣੇ ਨੂੰ ਉਹਨੇ ਸਮਝਿਆ, ਗੁਰੂ ਨਾਨਕ ਦੇਵ ਜੀ ਦੀ ਚਰਨਾਂ ਦੀ ਸ਼ਰਨ ਚ ਆਇਆ ਤੇ ਉਹਦਾ ਹਿਰਦਾ ਨਰਮ ਹੋ ਗਿਆ। ਲੋਕਾਂ ਨੂੰ ਮਾਰਨਾ ਛੱਡ ਦਿੱਤਾ ਉਹਨੇ। ਕੌਡਾ ਭੀਲ ਕਿੰਨਾ ਕਠੋਰ, ਤੇਲ ਦੇ ਵਿੱਚ ਤਲ ਤਲ ਕੇ ਬੰਦਿਆਂ ਨੂੰ ਮਾਰਨਾ। ਪਰ ਜਦੋਂ ਪ੍ਰਭੂ ਦੀ ਰਜ਼ਾ ਭਾਣੇ ਬਾਰੇ ਉਹਨੂੰ ਸਮਝਾਇਆ ਗਿਆ, ਉਹਦੀ ਸਮਝ ਚ ਬਹਿ ਗਈ ਗੱਲ, ਤਾਂ ਉਹਦਾ ਹਿਰਦਾ ਨਰਮ ਹੋ ਗਿਆ ਬਿਲਕੁਲ। ਮਲਕ ਭਾਗੋ ਹੋਰ ਕਿੰਨੇ ਲੋਕ ਤਰੇ, ਅੱਜ ਵੀ ਤਰ ਰਹੇ ਨੇ। ਜਿਹੜਾ ਵੀ ਰਜ਼ਾ ਨੂੰ ਸਮਝੇਗਾ ਉਹਦਾ ਹਿਰਦਾ ਪੱਥਰ ਤੋਂ ਮੋਮ ਹੋ ਜਾਏਗਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਇਹ ਚੀਜ਼ ਸਮਝਣ ਵਾਲੀ ਹੈ। ਹੁਣ ਬਿਨ ਸਾਸ ਦਾ ਮਤਲਬ ਕਿ ਜਿਹਦੇ ਵਿੱਚ ਸਾਸ ਹੀ ਨਹੀਂ ਹੈਗੇ, ਜਿਹਦੇ ਵਿੱਚ ਜਾਨ ਹੀ ਨਹੀਂ ਹੈ, ਜਿਹੜਾ ਮਰ ਹੀ ਚੁੱਕਿਆ ਹੈ। ਜੇ ਰੱਬ ਚਾਹੇ ਰੱਬ ਨੂੰ ਪਾ ਜਾਏ ਤਾਂ ਰੱਬ ਉਹਨੂੰ ਵੀ ਬਚਾ ਲੈਂਦਾ ਮੌਤ ਤੋਂ। ਮੌਤ ਕਿਹੜੀ ਹੈ? ਦੇਖੋ ਸਰੀਰਕ ਮੌਤ ਤੇ ਸਾਰਿਆਂ ਨੂੰ ਆਉਣੀ ਹੈ, ਮਰਨਾ ਹੀ ਪੈਣਾ ਹੈ। ਜੇ ਬੰਦੇ ਨੂੰ ਹਜ਼ਾਰਾਂ ਸਾਲ ਲੰਬੀ ਜ਼ਿੰਦਗੀ ਵੀ ਮਿਲ ਜਾਏ ਤਾਂ ਵੀ ਮਰਨਾ ਪੈਣਾ ਨਾ। ਬਾਬਾ ਫਰੀਦ ਜੀ ਕਹਿੰਦੇ ਨੇ ਜੇ 100 ਵਰਿਆਂ ਜੀਵਣਾ ਧੀ ਤਨ ਹੋ ਸਿੱਖੇ, ਜੇ ਸੈਂਕੜੇ ਸਾਲ ਹਜ਼ਾਰਾਂ ਸਾਲ ਲੰਬੀ ਜ਼ਿੰਦਗੀ ਵੀ ਮਿਲ ਜਾਏ ਮਰਨਾ ਤਾਂ ਆਖਿਰ ਪੈਣਾ ਹੈ। ਤਾਂ ਬਿਨ ਸਾਸ ਤੇ ਕੌਣ ਹੈ? ਅਸਲ ਚ ਮਰਿਆ ਬੰਦਾ ਕੌਣ ਹੈ? ਆਖਾਂ ਜੀਵਾਂ ਵਿਸਰੇ ਮਰ ਜਾਉ। ਅਸਲੀ ਜਿਉਂਦਾ ਇਨਸਾਨ ਉਹ ਹੈ ਜਿਸ ਦੇ ਅੰਦਰ ਇਨਸਾਨੀਅਤ ਜਿੰਦਾ ਹੈ, ਜਿਹਦੀ ਜ਼ਮੀਰ ਜਿੰਦਾ ਹੈ, ਜੋ ਸੱਚ ਦੇ ਨਾਲ ਜੁੜਿਆ ਹੋਇਆ ਹੈ। ਜਿਹਦੇ ਅੰਦਰ ਇਨਸਾਨੀਅਤ ਨਹੀਂ, ਜਿਹਦੇ ਅੰਦਰ ਸੱਚ ਨਹੀਂ, ਉਹ ਬੰਦਾ ਜਿਉਂਦਾ ਬੰਦਾ ਨਹੀਂ ਹੈ, ਉਹ ਇੱਕ ਚੱਲਦੀ ਫਿਰਦੀ ਲਾਸ਼ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜਿਉਂਦਾ ਉਹ ਹੈ ਜਿਹਦੀ ਜ਼ਮੀਰ ਜਿੰਦਾ ਹੈ, ਜਿਹਦੇ ਅੰਦਰ ਰੱਬੀ ਗੁਣ ਨੇ, ਜੋ ਮਨ ਵਚਨ ਕਰਕੇ ਗੁਣਾਂ ਦਾ ਧਾਰ ਨਹੀਂ ਹੈ। ਬਾਕੀ ਤਾਂ ਆਤਮਕ ਮੌਤੇ ਮਰੇ ਹੋਏ ਨੇ। ਆਤਮਕ ਮੌਤੇ ਮਰਿਆ ਇਨਸਾਨ ਕੌਣ ਹੈ? ਜੋ ਅੰਦਰੋਂ ਹੋਰ ਹੋਵੇ ਤੇ ਬਾਹਰੋਂ ਹੋਰ ਹੋਵੇ। ਗੱਲਾਂ ਧਰਮ ਦੀਆਂ ਕਰੇ, ਕੱਪੜੇ ਧਰਮ ਵਾਲੇ ਪਾਏ, ਲੇਕਿਨ ਅੰਦਰ ਧਰਮ ਹੋਵੇ ਹੀ ਨਾ ਤੇ ਉਹ ਸਮਝੋ ਮਰਿਆ ਹੋਇਆ ਇਨਸਾਨ ਹੈ। ਜਦੋਂ ਬੰਦਾ ਕਿਸੇ ਦੀ ਚੋਰੀ ਕਰਦਾ ਨਾ ਤਾਂ ਉਦੋਂ ਬੰਦਾ ਮਰ ਚੁੱਕਾ ਹੁੰਦਾ ਹੈ, ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ, ਤਾਂ ਹੀ ਚੋਰੀ ਕਰੇਗਾ ਨਾ। ਵਿਚਾਰ ਤਾਂ ਹੀ ਕਮਾਏਗਾ ਜੇ ਅੰਦਰੋਂ ਇਨਸਾਨੀਅਤ ਮਰ ਗਈ ਹੋਵੇਗੀ। ਕਿਸੇ ਦਾ ਕੰਮ ਤਾਂ ਹੀ ਗਵਾਏਗਾ ਜੇ ਇਨਸਾਨੀਅਤ ਮਰੇਗੀ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰੋਂ ਇਨਸਾਨੀਅਤ ਮਰ ਗਈ ਹੈ, ਜੋ ਆਤਮਕ ਮੌਤੇ ਮਰੇ ਨੇ, ਜੇ ਉਹ ਰੱਬ ਦੀ ਰਜ਼ਾ ਨੂੰ ਸਮਝ ਲੈਣ ਤਾਂ ਰੱਬ ਉਹਨਾਂ ਨੂੰ ਵੀ ਬਚਾ ਲੈਂਦਾ ਹੈ, ਉਹਨਾਂ ਨੂੰ ਵੀ ਆਤਮਕ ਜੀਵਨ ਬਖਸ਼ ਦਿੰਦਾ ਹੈ। ਉਹ ਵੀ ਆਤਮਕ ਜ਼ਿੰਦਗੀ ਜੀ ਸਕਦੇ ਨੇ। ਜਿਹੜੇ ਇਸ ਦੁਨੀਆ ਵਿੱਚ ਜਿਉਂਦੀਆਂ ਲਾਸ਼ਾਂ ਫਿਰਦੀਆਂ ਨੇ ਨਾ, ਉਹ ਅਸਲੀ ਜ਼ਿੰਦਗੀ ਜੀ ਸਕਦੇ ਨੇ, ਉਹਨਾਂ ਦੇ ਅੰਦਰ ਇਨਸਾਨੀਅਤ ਪੈਦਾ ਹੋ ਸਕਦੀ ਹੈ। ਕਦੋਂ? ਜਦੋਂ ਉਹ ਰੱਬ ਦੀ ਰਜ਼ਾ ਨੂੰ ਸਮਝ ਲੈਣ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਣ, ਤਾਂ ਉਹਨਾਂ ਵਿੱਚ ਵੀ ਇਨਸਾਨੀਅਤ ਪੈਦਾ ਹੋ ਜਾਏਗੀ। ਪਹਿਲੀ ਗੱਲ, ਪਹਿਲਾ ਮੀਨਿੰਗ ਇਹਦਾ ਇਹ ਹੈ। ਦੂਜਾ, ਜਦੋਂ ਅਸੀਂ ਵੇਖਦੇ ਹਾਂ ਕਿ ਜੇ ਰੱਬ ਨੂੰ ਪਾ ਜਾਏ ਤਾਂ ਬੰਦੇ ਨੂੰ ਬਿਨਾਂ ਸਵਾਸ ਤੋਂ ਵੀ ਜਿੰਦਾ ਰੱਖ ਲੈਂਦਾ ਹੈ।
ਜੇ ਅਸੀਂ ਸਰੀਰਕ ਗੱਲ ਕਰੀਏ, ਭਾਣੇ ਦਾ ਮਤਲਬ ਸਿਸਟਮ। ਜੇ ਸਿਸਟਮ ਨੂੰ ਸਮਝਿਆ ਜਾਏ ਤਾਂ ਬੰਦਾ ਬਿਨਾਂ ਸਾਹ ਤੋਂ ਵੀ ਜਿੰਦਾ ਰਹਿ ਸਕਦਾ ਹੈ, ਸਰੀਰਕ ਤੌਰ ਤੇ ਵੀ। ਕਿਵੇਂ? ਦੇਖੋ, ਸਿਸਟਮ ਹੈ ਨਾ ਕਿ ਅਸੀਂ ਆਕਸੀਜਨ ਦੇ ਨਾਲ ਜਿੰਦਾ ਰਹਿਣਾ ਹੈ। ਅਸੀਂ ਸਾਹ ਲੈਂਦੇ ਹਾਂ, ਫੇਫੜਿਆਂ ਰਾਹੀਂ ਆਕਸੀਜਨ ਸਾਡੇ ਅੰਦਰ ਜਾਂਦੀ ਹੈ, ਆਕਸੀਜਨ ਖੂਨ ਵਿੱਚ ਮਿਲਦੀ ਹੈ, ਸਰਕੂਲੇਸ਼ਨ ਕਰਦੀ ਹੈ, ਤੇ ਤਾਂ ਅਸੀਂ ਜਿੰਦਾ ਹਾਂ। ਹੁਣ ਜਿਹੜੇ ਵਿਗਿਆਨਿਕ ਨੇ, ਉਹਨਾਂ ਨੇ ਇਸ ਸਿਸਟਮ ਨੂੰ ਸਮਝਿਆ ਹੈ, ਰੱਬ ਦੀ ਰਜ਼ਾ ਨੂੰ, ਭਾਣੇ ਨੂੰ, ਸਿਸਟਮ ਨੂੰ ਸਮਝਿਆ। ਅਮਰੀਕਾ ਦੇ ਅੰਦਰ ਇੱਕ ਪ੍ਰੈਕਟੀਕਲ ਕੀਤਾ ਗਿਆ ਹੈ, ਇਹਨੂੰ ਪ੍ਰੈਕਟੀਕਲੀ ਇਸ ਚੀਜ਼ ਨੂੰ ਅਪਣਾਇਆ ਗਿਆ ਹੈ। ਪ੍ਰੋਟੀਨ ਦੇ ਅੰਦਰ ਆਕਸੀਜਨ ਮਿਲਾ ਕੇ ਤੇ ਬੰਦੇ ਨੂੰ ਇੰਜੈਕਸ਼ਨ ਰਾਹੀਂ ਆਕਸੀਜਨ ਦਿੱਤੀ ਹੈ ਖੂਨ ਦੇ ਅੰਦਰ। ਅੱਧਾ ਘੰਟਾ ਬੰਦਾ ਜਿੰਦਾ ਰਿਹਾ ਹੈ ਬਿਨਾਂ ਸਵਾਸਾਂ ਤੋਂ। ਇੰਨੀ ਦੇਰ ਉਹਦਾ ਆਪਰੇਸ਼ਨ ਕਰਨਾ ਸੀ ਤੇ ਉਹ ਬਿਲਕੁਲ ਜਿੰਦਾ ਰਿਹਾ ਹੈ। ਉਹਨੂੰ ਆਕਸੀਜਨ ਨੱਕ ਰਾਹੀਂ ਨਹੀਂ ਦਿੱਤੀ, ਪ੍ਰੋਟੀਨ ਵਿੱਚ ਆਕਸੀਜਨ ਮਿਲਾ ਕੇ ਤੇ ਖੂਨ ਦੇ ਵਿੱਚ ਦਿੱਤੀ, ਸਿੱਧੀ ਡਾਇਰੈਕਟ ਇੰਜੈਕਸ਼ਨ ਰਾਹੀਂ। ਤਾਂ ਅੱਗੇ ਹੋ ਸਕਦਾ ਹੈ, ਹੋ ਕੀ ਸਕਦਾ ਕਿ ਹੋਵੇਗਾ ਕਿ ਅੱਗੇ ਆਪਰੇਸ਼ਨ ਕਰਨ ਦੀ ਟੈਕਨੀਕ ਕੀ ਆ ਜਾਏਗੀ, ਆਕਸੀਜਨ ਨੱਕ ਰਾਹੀਂ ਨਹੀਂ, ਆਕਸੀਜਨ ਦਾ ਇੰਜੈਕਸ਼ਨ ਲੱਗ ਗਿਆ ਤੇ ਬੰਦਾ ਬਿਨਾਂ ਸਵਾਸਾਂ ਤੋਂ ਵੀ ਜਿੰਦਾ ਰਹਿ ਗਿਆ। ਪਰ ਇਹ ਕਿਵੇਂ ਰਿਹਾ ਹੈ? ਕੋਈ ਕਰਾਮਾਤ ਨਹੀਂ ਹੈ, ਇਹ ਸਿਸਟਮ ਹੈ। ਸਿਸਟਮ ਨੂੰ ਸਮਝਿਆ ਨਾ ਕਿ ਸਾਡੇ ਖੂਨ ਦੇ ਅੰਦਰ ਆਕਸੀਜਨ ਸਰਕੂਲੇਟ ਕਰੇ ਤਾਂ ਬੰਦਾ ਜਿੰਦਾ ਰਹੇਗਾ। ਆਕਸੀਜਨ ਨੂੰ ਦੂਜੇ ਢੰਗ ਦੇ ਨਾਲ ਦੇ ਦਿੱਤਾ, ਬੰਦਾ ਜਿੰਦਾ ਹੈ। ਗੱਲ ਰੱਬ ਦੀ ਰਜ਼ਾ ਦੀ ਹੈ। ਜੇ ਰੱਬ ਦੀ ਰਜ਼ਾ ਨੂੰ ਸਮਝਿਆ ਜਾਏ ਤੇ ਰਜ਼ਾ, ਭਾਣੇ ਦਾ ਮਤਲਬ ਹੁਕਮ, ਯਾਨੀ ਸਿਸਟਮ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਤਾਂ ਜੇ ਰੱਬ ਦੀ ਰਜ਼ਾ ਨੂੰ ਕੋਈ ਫੋਲੋ ਕਰੇ ਤਾਂ ਜਿਹੜੇ ਜ਼ਮੀਰ ਦੇ ਮਰੇ ਹੋਏ ਇਨਸਾਨ ਨੇ, ਉਹ ਵੀ ਜ਼ਮੀਰ ਜ਼ਿੰਦਾ ਵਾਲੇ ਹੋ ਜਾਂਦੇ ਨੇ, ਉਹਨਾਂ ਨੂੰ ਵੀ ਆਤਮਿਕ ਜੀਵਨ ਮਿਲ ਜਾਂਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਭਾਖੈ ਦਾ ਮਤਲਬ ਉਚਾਰਦਾ ਹੈ। ਜੇ ਰੱਬ ਦੀ ਰਜ਼ਾ ਦੇ ਅੰਦਰ ਜੋ ਚੱਲੇਗਾ ਨਾ, ਪ੍ਰਭੂ ਨੂੰ ਜਿਹੜਾ ਜੀਵ ਚੰਗਾ ਲੱਗੇਗਾ, ਉਹਦੀ ਨਿਸ਼ਾਨੀ ਹੈ ਕਿ ਹਰੀ ਦੇ ਗੁਣ ਉਚਾਰੇਗਾ। ਉਹ ਗੁਣਾਂ ਦੀ ਗੱਲ ਕਰੇਗਾ, ਉਹ ਔਗੁਣਾਂ ਦੀ ਗੱਲ ਨਹੀਂ ਕਰੇਗਾ, ਗੁਣਾਂ ਦੀ ਗੱਲ ਕਰੇਗਾ। ਰੱਬ ਦੀ ਰਜ਼ਾ ਵਿੱਚ ਤੁਰਨ ਵਾਲਾ ਬੰਦਾ ਪੋਜ਼ਿਟਿਵ ਸੋਚੇਗਾ, ਸਕਾਰਾਤਮਕ ਸੋਚੇਗਾ, ਗੁਣਾਂ ਬਾਰੇ ਸੋਚੇਗਾ, ਉਹ ਔਗੁਣਾਂ ਬਾਰੇ ਨਹੀਂ ਸੋਚੇਗਾ। ਸਰਬੱਤ ਦੇ ਭਲੇ ਦੀ ਗੱਲ ਕਰੇਗਾ। ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਮਗਰ ਬਾਣੀ ਦੇ ਅੰਦਰ ਸਰਬੱਤ ਦੇ ਭਲੇ ਦੀ ਗੱਲ ਕਹੀ ਜਾ ਰਹੀ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਇਹ ਨਹੀਂ ਕਿਹਾ ਕਿ ਕਿਸੇ ਇੱਕ ਕੌਮ ਦੀ, ਇੱਕ ਬੰਦੇ ਦੀ ਸੇਵਾ ਕਰੋ, ਸਾਰੀ ਮਨੁੱਖਤਾ ਦੀ। ਜੇ ਦੁਨੀਆ ਦੇ ਅੰਦਰ ਰਹਿ ਕੇ ਸੇਵਾ ਕਮਾਓਗੇ, ਸਹਿਯੋਗ ਕਰੋਗੇ, ਰੱਬੀ ਦਰਗਾਹ ਦੇ ਅੰਦਰ ਬੈਠਣਾ ਮਿਲੇਗਾ। ਗੁਰੂ ਦੀ ਦੇਖੋ ਸਰਬੱਤੀ ਭਲੇ ਦੀ ਗੱਲ ਕਰਦੇ ਨੇ। ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮੈਂ ਵਰਸੇ ਮੈਂ, ਹੀ ਮਾਲਕ ਰਹਿਮਤ ਕਰ ਕਿ ਸਾਰੀ ਜਗਤ ਦੇ ਅੰਦਰ ਹੀ ਸੁੱਖਾਂ ਦੀ ਬਰਸਾਤ ਹੋਵੇ, ਸਾਰਿਆਂ ਦੇ ਉੱਤੇ ਮਿਹਰ ਦੀ ਰਹਿਮਤ ਹੋਵੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸਾਰੇ ਜਗਤ ਵਾਸਤੇ ਅਰਦਾਸ ਕਰਦੇ ਨੇ ਪਏ, ਕਿਸੇ ਇੱਕ ਕੌਮ ਵਾਸਤੇ ਨਹੀਂ, ਕਿਸੇ ਇੱਕ ਬੰਦੇ ਲਈ ਨਹੀਂ, ਕਿਸੇ ਇੱਕ ਦੇਸ਼ ਲਈ ਨਹੀਂ, ਕਿ ਸਾਰੇ ਜਗਤ ਨੂੰ ਹੀ ਵਿਕਾਰਾਂ ਦੀ ਜਲਨ ਤੋਂ ਬਚਾ। ਤਾਂ ਜਿਹੜਾ ਰੱਬ ਦੀ ਰਜ਼ਾ ਦੇ ਅੰਦਰ ਤੁਰੇਗਾ, ਉਹ ਹਰੀ ਦੇ ਗੁਣ ਉਚਾਰਨ ਕਰੇਗਾ। ਸੱਚ, ਸੰਤੋਖ, ਦਇਆ, ਧਰਮ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਦੀ ਗੱਲ ਕਰੇਗਾ, ਗੁਣਾਂ ਬਾਰੇ ਸੋਚੇਗਾ, ਗੁਣਾਂ ਵਾਲਾ ਵਿਹਾਰ ਕਰੇਗਾ। ਦੇਖੋ ਕਿੰਨਾ ਸੌਖਾ ਕੰਮ ਹੈ ਨਾ। ਅਸੀਂ ਬੋਲਣਾ ਤੇ ਹੈ ਹੀ ਹੈ, ਤਾਂ ਗੁਣਾਂ ਵਾਲੇ ਬੋਲ ਬੋਲ ਲਓ, ਪਿਆਰ ਵਾਲੇ ਬੋਲ ਬੋਲੋ, ਨਿਰਭੈਤਾ ਵਾਲੇ, ਨਿਰਵੈਰਤਾ ਵਾਲੇ, ਦੁਨੀਆ ਦੇ ਭਲੇ ਵਾਲੇ। ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਪਤਿਤ ਦਾ ਮਤਲਬ ਜਿਹੜੇ ਡਿੱਗੇ ਹੋਏ ਨੇ। ਡਿੱਗੇ ਹੋਏ ਦਾ ਮਤਲਬ ਜਿਨ੍ਹਾਂ ਦੀ ਸੋਚ ਮਾੜੀ ਹੈ, ਜੋ ਪਾਪ ਕਰਦੇ ਨੇ, ਪਾਪੀ ਨੇ, ਅਪਰਾਧੀ ਨੇ, ਜਿਨ੍ਹਾਂ ਦੀ ਸੋਚ ਮਾੜੀ ਹੈ, ਬੋਲ ਮਾੜੇ ਨੇ, ਜਿਨ੍ਹਾਂ ਦਾ ਵਿਹਾਰ ਮਾੜਾ ਹੈ। ਜੇ ਰੱਬ ਨੂੰ ਪਿਆਰੇ ਲੱਗਣ, ਜੇ ਰੱਬ ਦੀ ਰਜ਼ਾ ਦੇ ਅੰਦਰ ਤੁਰਨ, ਤਾਂ ਰੱਬ ਉਹਨਾਂ ਪਤਿਤਾਂ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਕਿਉਂਕਿ ਰਜ਼ਾ ਦੇ ਅੰਦਰ ਤੁਰਨ ਵਾਲਾ ਕੋਈ ਗਲਤ ਕੰਮ ਕਰੇਗਾ ਹੀ ਨਹੀਂ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜੋ ਅਪਣਾਏਗਾ, ਉਹ ਮਾੜੇ ਕਰਮ ਕਰੇਗਾ ਨਹੀਂ। ਤੇ ਜੇ ਕੋਈ ਕਰ ਰਿਹਾ ਹੈ ਤਾਂ ਉਹ ਬਚ ਸਕਦਾ ਹੈ। ਯਾਨੀ ਜੇ ਸਾਡੀ ਜ਼ਿੰਦਗੀ ਵਿੱਚ ਕਿਤੇ ਕੋਈ ਦੋਸ਼ ਨੇ, ਕਮੀਆਂ ਨੇ, ਚਾਹੇ ਅਸੀਂ ਉਹ ਜਾਣ ਬੁੱਝ ਕੇ ਕਰਮ ਗਲਤ ਕੀਤੇ ਨੇ ਜਾਂ ਅਣਜਾਣ ਪੁਣੇ ਵਿੱਚ ਹੋ ਗਏ ਨੇ, ਔਰ ਅਸੀਂ ਕਰੀ ਜਾ ਰਹੇ ਹਾਂ, ਜੇ ਅਸੀਂ ਰੱਬ ਦੀ ਰਜ਼ਾ ਨੂੰ ਸਮਝ ਲਈਏ
ਤਾਂ ਅਸੀਂ ਇਹਨਾਂ ਵਿਕਾਰਾਂ ਤੋਂ, ਪਾਪਾਂ ਤੋਂ, ਨੈਗੇਟਿਵਿਟੀ ਤੋਂ ਬਚ ਸਕਦੇ ਹਾਂ। ਬਿਲਕੁਲ ਬਚ ਸਕਦੇ ਹਾਂ। ਕਿਵੇਂ ਬਚ ਸਕਦੇ ਹਾਂ? ਮੰਨ ਲਓ ਸਾਡੇ ਅੰਦਰ ਕਿਤੇ ਨੈਗੇਟਿਵਿਟੀ ਆ ਰਹੀ ਹੈ, ਕਿਤੇ ਅਸੀਂ ਐਸੀ ਸਿਚੁਏਸ਼ਨ ਵਿੱਚ ਫਸ ਗਏ ਹਾਂ ਜਿੱਥੇ ਕਿ ਸਾਡੇ ਨਾਲ ਕੋਈ ਮਾੜਾ ਵਿਹਾਰ ਹੋਇਆ ਹੈ, ਤਾਂ ਜਾਂ ਨੈਗੇਟਿਵਿਟੀ ਸਾਡੇ ਅੰਦਰ ਆ ਰਹੀ ਹੈ, ਤਾਂ ਉਦੋਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਰੱਬ ਦੀ ਰਜ਼ਾ ਨੂੰ ਜੇ ਅਸੀਂ ਸਮਝੀਏ ਤਾਂ ਸਾਨੂੰ ਉੱਥੇ ਐਫਰਮੇਸ਼ਨ ਦੇਣੀ ਚਾਹੀਦੀ ਹੈ ਆਪਣੇ ਆਪ ਨੂੰ ਕਿ ਮੈਂ ਸ਼ਾਂਤ ਹਾਂ, ਮੈਂ ਸੰਤੁਸ਼ਟ ਹਾਂ, ਮੈਂ ਸਕਾਰਾਤਮਕ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਸੱਚ ਦੇ ਰਾਹਾਂ ਤੇ ਤੁਰਨ ਵਾਲਾ ਹਾਂ। ਤਾਂ ਜਦੋਂ ਅਸੀਂ ਐਵੇਂ ਸੋਚਾਂਗੇ ਤਾਂ ਹੌਲੀ ਹੌਲੀ ਸਾਡਾ ਜੀਵਨ ਐਸਾ, 1 ਮਹੀਨੇ ਦੀ ਪ੍ਰੈਕਟਿਸ ਕਰਕੇ ਦੇਖ ਲਓ। ਜਦੋਂ ਵੀ ਨੈਗੇਟਿਵਿਟੀ ਆਏ, ਜਦੋਂ ਵੀ ਨਕਾਰਾਤਮਕ ਸੋਚ ਆਏ, ਹੀਨ ਭਾਵਨਾ ਆਏ, ਤਾਂ ਨਾਲ ਦੇ ਨਾਲ ਸੋਚੋ ਕਿ ਮੈਂ ਖੁਸ਼ ਹਾਂ, ਮੈਂ ਚੜ੍ਹਦੀ ਕਲਾ ਵਿੱਚ ਹਾਂ, ਮੈਂ ਪ੍ਰਸੰਨ ਹਾਂ, ਮੈਂ ਬਿਲਕੁਲ ਰਿਲੈਕਸ ਹਾਂ। ਜਦੋਂ ਕੋਈ ਦੁੱਖ ਚਿੰਤਾ ਵਾਲੀ ਗੱਲ ਵਾਪਰੇ, ਕੋਈ ਘਟਨਾ ਘਟੇ, ਤਾਂ ਨਾਲ ਦੇ ਨਾਲ ਇਹ ਗੱਲ ਕਹੋ ਕਿ ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ। 1 ਮਹੀਨਾ ਪ੍ਰੈਕਟਿਸ ਕਰਕੇ ਦੇਖੋ, 1 ਮਹੀਨੇ ਬਾਅਦ ਤੁਸੀਂ ਐਸੇ ਹੋ ਜਾਓਗੇ। ਜਦੋਂ ਵੀ ਕੋਈ ਨੈਗੇਟਿਵਿਟੀ ਆਏਗੀ ਤਾਂ ਆਟੋਮੈਟਿਕਲੀ ਸਾਡਾ ਦਿਮਾਗ ਜਿਹੜਾ ਹੈ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਬਦਲ ਦੇਵੇਗਾ। ਪ੍ਰਭ ਭਾਵ ਹੈ, ਜੇ ਰੱਬ ਨੂੰ ਚੰਗਾ ਲੱਗੇ, ਰੱਬ ਦੀ ਰਜ਼ਾ ਹੋਵੇ, ਰੱਬ ਦੀ ਰਜ਼ਾ ਵਿੱਚ ਕੋਈ ਤੁਰੇ, ਤਾਂ ਪਤਿਤ ਉਧਾਰੈ, ਉਹ ਪਾਪੀਆਂ ਨੂੰ ਵੀ ਬਚਾ ਲੈਂਦਾ ਹੈ। ਰਜ਼ਾ ਦੇ ਵਿੱਚ ਤੁਰਿਆ ਪਾਪਾਂ ਤੋਂ ਬਚਿਆ ਜਾ ਸਕਦਾ ਹੈ ਔਰ ਇਸ ਸੰਸਾਰ ਨੂੰ ਪਾਪਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਆਪ ਕਰੇ ਆਪਨ ਵਿਚਾਰੈ। ਆਪ ਕਰੇ ਦਾ ਮਤਲਬ ਆਪ ਹੀ ਇਹ ਸੰਸਾਰ ਦੀ ਰਚਨਾ ਕਰਦਾ ਹੈ। ਆਪਨ ਵਿਚਾਰੇ ਦਾ ਮਤਲਬ ਆਪਣੇ ਵਿਚਾਰ ਅਨੁਸਾਰ ਆਪ ਕਰੇ। ਜੋ ਕੁਛ ਵੀ ਰੱਬ ਕਰਦਾ ਹੈ ਉਹ ਆਪ ਕਰਦਾ ਹੈ, ਆਪਣੀ ਵਿਚਾਰ ਮੁਤਾਬਕ ਕਰਦਾ ਹੈ, ਆਪਣੀ ਸਲਾਹ ਮੁਤਾਬਕ, ਕਿਸੇ ਦੂਜੇ ਤੋਂ ਸਲਾਹ ਨਹੀਂ ਲੈਂਦਾ। ਜੋ ਕੁਛ ਵੀ ਇਸ ਸੰਸਾਰ ਵਿੱਚ ਹੋ ਰਿਹਾ ਨਾ, ਉਹ ਰੱਬੀ ਰਜ਼ਾ ਦੇ ਵਿੱਚ ਹੋ ਰਿਹਾ ਹੈ, ਸਿਸਟਮ ਦੇ ਅੰਦਰ ਆਟੋਮੈਟਿਕਲੀ ਹੋਈ ਚਲੀ ਜਾ ਰਿਹਾ ਹੈ। ਉਹ ਸਰਬ ਵਿਆਪਕ ਰੱਬ ਕਿਸੇ ਤੋਂ ਸਲਾਹ ਨਹੀਂ ਲੈਂਦਾ ਤੇ ਨਾ ਕਿਸੇ ਦੀ ਸਲਾਹ ਦੇ ਨਾਲ ਉਹ ਸਿਸਟਮ ਨੂੰ ਚੇਂਜ ਕਰਦਾ ਹੈ। ਜੇ ਸਿਸਟਮ ਚੇਂਜ ਹੋਣ ਲੱਗ ਜਾਵੇ ਨਾ, ਰੱਬ ਸਲਾਹ ਲੈਣ ਲੱਗ ਜਾਏ, ਤਾਂ ਦੁਨੀਆ ਚੱਲ ਹੀ ਨਹੀਂ ਸਕਦੀ। ਕਹਿੰਦੇ ਨੇ ਕਿਸੇ ਜ਼ਿਮੀਂਦਾਰ ਦੀਆਂ 2 ਬੇਟੀਆਂ ਸਨ ਤੇ ਇੱਕ ਤਾਂ ਉਹ ਜ਼ਿਮੀਂਦਾਰਾਂ ਵੱਲ ਵਿਆਹੀ ਸੀ, ਕਿਸਾਨਾਂ ਵੱਲ, ਤੇ ਦੂਜੀ ਵਿਆਹੀ ਸੀ ਪ੍ਰਜਾਪਤਾਂ ਵੱਲ। ਤੇ ਉਹ ਬੰਦਾ ਆਪਣੀਆਂ ਬੇਟੀਆਂ ਦਾ ਪਤਾ ਲੈਣ ਗਿਆ, ਮਿਲਣ ਵਾਸਤੇ ਗਿਆ, ਤੇ ਜਦੋਂ ਕਿਸਾਨ ਵੱਲ ਗਿਆ ਨਾ, ਬੇਟੀ ਨੂੰ ਜਾ ਕੇ ਮਿਲਿਆ, ਲੰਗਰ ਪ੍ਰਸ਼ਾਦਾ ਛਕਿਆ, ਹਾਲ ਚਾਲ ਪੁੱਛਿਆ। ਕਹਿਣ ਲੱਗਾ ਬੇਟੀ ਕੀ ਹਾਲ ਹੈ? ਕਹਿਣ ਲੱਗੀ ਪਿਤਾ ਜੀ ਬਹੁਤ ਵਧੀਆ, ਐਤਕੀ ਅਸੀਂ ਫਸਲ ਬੀਜੀ ਹੈ, ਜੇ ਬਰਸਾਤ ਪੈ ਗਈ ਫਸਲ ਬਹੁਤ ਹੋਏਗੀ, ਅਸੀਂ ਮਾਲਾ ਮਾਲ ਹੋ ਜਾਵਾਂਗੇ, ਤੇ ਜੇ ਐਤਕੀ ਬਰਸਾਤ ਨਾ ਪਈ ਅਸੀਂ ਭੁੱਖੇ ਮਰ ਜਾਵਾਂਗੇ, ਫਿਰ ਅਸੀਂ ਬਰਬਾਦ ਹੋ ਜਾਵਾਂਗੇ, ਫਿਰ ਅਸੀਂ ਮਰ ਜਾਵਾਂਗੇ। ਉਸ ਤੋਂ ਬਾਅਦ ਉਹ ਦੂਜੇ ਘਰ ਵਿੱਚ ਗਿਆ, ਪ੍ਰਜਾਪਤਾਂ ਵੱਲ ਬੇਟੀ ਵਿਆਹੀ ਸੀ, ਉਧਰ ਜਾ ਕੇ ਹਾਲ ਚਾਲ ਪੁੱਛਿਆ, ਲੰਗਰ ਪ੍ਰਸ਼ਾਦਾ ਛਕਿਆ, ਪੁੱਛਿਆ ਬੇਟਾ ਕੀ ਹਾਲ ਹੈ? ਕਹਿਣ ਲੱਗੀ ਪਿਤਾ ਜੀ ਬਹੁਤ ਵਧੀਆ। ਕੰਮਕਾਰ? ਕਹਿਣ ਲੱਗੀ ਪਿਤਾ ਜੀ ਬਹੁਤ ਵਧੀਆ, ਬੜੇ ਭਾਂਡੇ ਬਣਾਏ ਨੇ, ਐਤਕੀ ਇੱਟਾਂ ਬੜੀਆਂ ਬਣਾਈਆਂ ਨੇ, ਪਰ ਜੇ ਮੀਂਹ ਪੈ ਗਿਆ ਤਾਂ ਅਸੀਂ ਮਰ ਜਾਵਾਂਗੇ, ਫਿਰ ਮੈਂ ਮਰ ਗਈ ਸਮਝੋ। ਤੇ ਜੇ ਮੀਂਹ ਨਾ ਪਿਆ ਫਿਰ ਆ ਦੇਖੋ ਕਿੰਨੇ ਭਾਂਡੇ ਨੇ, ਸਾਡੀਆਂ ਆਵੀਆਂ ਪੱਕਣੀਆਂ, ਫਿਰ ਅਸੀਂ ਮਾਲਾ ਮਾਲ ਹੋ ਜਾਵਾਂਗੇ, ਤੇ ਜੇ ਮੀਂਹ ਪੈ ਗਿਆ ਅਸੀਂ ਮਰ ਗਏ ਸਮਝੋ। ਦੂਜੀ ਕਹਿੰਦੀ ਜੇ ਮੀਂਹ ਨਾ ਪਿਆ ਤਾਂ ਅਸੀਂ ਮਰ ਗਏ ਸਮਝੋ। ਤੇ ਇਹ ਮਿਲ ਕੇ ਜਦੋਂ ਘਰ ਗਿਆ ਨਾ ਵਾਪਸ, ਤੇ ਘਰ ਵਾਲੀ ਨੇ ਪੁੱਛਿਆ ਵੀ ਕੁੜੀਆਂ ਦਾ ਕੀ ਹਾਲ ਹੈ? ਕਹਿੰਦਾ ਹਾਲ ਠੀਕ ਹੈ, ਇੱਕ ਕੁੜੀ ਵਾਸਤੇ ਕਫਨ ਤਿਆਰ ਕਰ ਲੈ ਬਸ, ਵੀ ਜੇ ਮੀਂਹ ਪੈ ਗਿਆ ਉਹਨੇ ਮਰ ਜਾਣਾ, ਨਾ ਪਿਆ ਦੂਜੀ ਨੇ ਮਰ ਜਾਣਾ। ਕਹਿਣ ਤੋਂ ਮਤਲਬ ਵੀ ਜੇ ਰੱਬ ਸਾਡੀ ਗੱਲ ਮੰਨੇ ਤਾਂ ਅਸੀਂ ਤੇ ਕਵਾਂਗੇ ਮੀਂਹ ਪਵੇ, ਦੂਜੇ ਨੇ ਕਹਿਣਾ ਮੀਂਹ ਨਾ ਪਵੇ। ਮੈਂ ਲੇਟ ਹੋ ਰਿਹਾ, ਮੈਂ ਕਹਿਣਾ ਰੱਬਾ ਅੱਜ ਸੂਰਜ ਘੰਟਾ ਪਹਿਲੋਂ ਲੇਟ ਛਿਪਾ, ਤੇ ਦੂਜੇ ਨੇ ਕਹਿਣਾ ਰੱਬਾ ਮੈਨੂੰ ਨੀਂਦ ਆਈ, ਅੱਜ ਸੂਰਜ ਘੰਟਾ ਪਹਿਲੋਂ ਛਿਪ ਜਾਵੇ ਤੇ ਕਿੰਨਾ ਮਜ਼ਾ ਆਵੇ।
ਗਰਮੀਆਂ ਦੇ ਵਿੱਚ ਜਿਹਨੂੰ ਗਰਮੀ ਨਹੀਂ ਚੰਗੀ ਲੱਗਦੀ ਉਹਨੇ ਕਹਿਣਾ ਕਿਤੇ ਸਿਆਲ ਹੋ ਜਾਏ ਨਾ, ਤੇ ਦੂਜੇ ਨੇ ਕਹਿਣਾ ਕਿਤੇ ਗਰਮੀ ਹੋ ਜਾਏ, ਤੇ ਕਿਤੇ ਚੱਲੇਗਾ? ਸੰਸਾਰ ਚੱਲ ਹੀ ਨਹੀਂ ਸਕਦਾ। ਇਸ ਲਈ ਆਪ ਕਰੇ ਆਪਨ ਵਿਚਾਰੇ, ਜੋ ਕੁਛ ਕਰਦਾ ਹੈ ਆਪਣੀ ਵਿਚਾਰ ਮੁਤਾਬਕ ਕਰ ਰਿਹਾ ਹੈ। ਭਾਵ ਜੋ ਵੀ ਹੋ ਰਿਹਾ ਹੈ ਉਹ ਰੱਬੀ ਰਜ਼ਾ ਦੇ ਅੰਦਰ ਹੋ ਰਿਹਾ ਹੈ, ਉਸ ਰਜ਼ਾ ਤੋਂ ਬਾਹਰ ਕੁਛ ਨਹੀਂ ਹੈ। ਕਿਸੇ ਦੀ ਵਿਚਾਰ ਨਹੀਂ ਮੰਨੀ ਜਾਂਦੀ, ਇਹ ਗੱਲ ਸਮਝ ਲੈਣਾ। ਇਹ ਤੇ ਕਿਸੇ ਦੀ ਸਲਾਹ ਨਹੀਂ ਲਈ ਜਾਂਦੀ, ਤੇ ਨਾ ਰੱਬ ਕਿਸੇ ਦੀ ਸਲਾਹ ਦੇ ਨਾਲ ਆਪਣੇ ਸਿਸਟਮ ਨੂੰ ਬਦਲਦਾ ਹੈ। ਜੇ ਲੋਕਾਂ ਨੂੰ ਇਹ ਗੱਲ ਸਮਝ ਆ ਜਾਵੇ ਤਾਂ ਜਿਹੜਾ ਫਿਰ ਸਾਡਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ ਖਤਮ ਹੋ ਜਾਏਗਾ। ਫਿਰ ਅਸੀਂ ਜਾਣਦੇ ਹਾਂ ਨਾ ਬਾਬਿਆਂ ਕੋਲ, ਤੇ ਬਾਬੇ ਸੇਬ ਦਿੰਦੇ ਨੇ ਕਿ ਇਹ ਨਾਣੇ ਹੋਣਗੇ। ਫਿਰ ਸਮਝ ਆ ਜਾਏਗੀ ਕਿ ਸੇਬਾਂ ਨਾਲ ਨਾਣੇ ਥੋੜੀ ਹੁੰਦੇ ਨੇ। ਸਿਸਟਮ, ਉਹ ਕਿਸੇ ਬਾਬੇ ਦੀ ਗੱਲ ਕਰ ਰਹੇ ਸਨ, ਤੇ ਉੱਥੇ ਮਾਈਆਂ ਬੀਬੀਆਂ ਵੀਰ ਭੈਣਾਂ ਵੀਰ ਗਏ ਸਨ, ਤੇ ਬਾਬਾ ਜੀ ਸਾਡੇ ਘਰ ਔਲਾਦ ਨਹੀਂ ਹੁੰਦੀ, ਸਾਡੀ ਨੂੰਹ ਵੱਲ ਕੋਈ ਕਹਿੰਦੀ ਸੀ ਕਿ ਮਾਈ ਸਾਡੀ ਬੇਟੀ ਵੱਲ ਔਲਾਦ ਨਹੀਂ, ਤੇ ਬਾਬੇ ਨੇ 2-2 ਸੇਬ ਦੇ ਦਿੱਤੇ ਵੀ ਇਹ ਸੇਬ ਆਪਣੀਆਂ ਨੂੰਹਾਂ ਨੂੰ ਜਾਂ ਧੀਆਂ ਨੂੰ ਦਿਆ ਜੇ, ਜਾਂ ਆਪ ਖਾ ਲਿਆ ਜੇ। ਤੇ ਇੱਕ ਬੀਬੀ ਦੇ ਹੱਥੋਂ ਸੇਬ ਡਿੱਗ ਗਿਆ, ਤੇ ਸੇਬ ਗਿਆ ਰੇੜ, ਉਹਨੂੰ ਪਤਾ ਨਹੀਂ ਲੱਗਿਆ। ਤੇ ਨਾਲ ਦੀ ਬੀਬੀ ਕਹਿੰਦੀ ਭੈਣ ਤੇਰਾ ਕਾਕਾ ਰਿੜਿਆ ਜਾਂਦਾ ਪਰ। ਯਾਨੀ ਫਿਰ ਸਾਡਾ ਇਮੋਸ਼ਨਲ ਬਲੈਕਮੇਲਿੰਗ ਨਹੀਂ ਨਾ ਹੋਏਗੀ, ਫਿਰ ਅਸੀਂ ਇਹਨਾਂ ਜਿਹੜੇ ਵਹਿਮ ਭਰਮ ਨੇ ਇਹਨਾਂ ਤੋਂ ਉਤਾਂ ਉੱਠ ਜਾਵਾਂਗੇ, ਕਿਉਂਕਿ ਕਿਸੇ ਬਾਬੇ ਦੀ ਰੱਬ ਨਹੀਂ ਸਲਾਹ ਮੰਨਦਾ। ਸਿਸਟਮ ਜਿਹੜਾ ਹੈ ਕਿਸੇ ਬਾਬੇ ਦੀ ਸਲਾਹ ਨਾਲ ਨਹੀਂ ਚੱਲ ਰਿਹਾ, ਕਿਸੇ ਜੋਤਸ਼ੀ ਦੀ ਸਲਾਹ ਨਾਲ ਨਹੀਂ ਚੱਲ ਰਿਹਾ, ਕਿਸੇ ਦੇਵਤੇ ਦੀ ਸਲਾਹ ਦੇ ਨਾਲ ਨਹੀਂ ਚੱਲਦਾ ਪਿਆ। ਇਹ ਸਿਸਟਮ ਨਿਰਭਉ ਹੈ, ਨਿਰਵੈਰ ਹੈ, ਇਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਔਰ ਕਿਸੇ ਦਾ ਕੋਈ ਲਿਹਾਜ਼ ਨਹੀਂ, ਸਭ ਵਾਸਤੇ ਇੱਕ ਬਰਾਬਰ ਚੱਲੀ ਜਾ ਰਿਹਾ। ਦੋਹਾਂ ਸਿਰਿਆਂ का आप स्वामी, ਦੋਹਾਂ ਸਿਰਿਆਂ ਦਾ ਮਤਲਬ ਜਨਮ ਔਰ ਮਰਨ, ਉਤਪत्ति ਔਰ ਲਹਿਤਾ, ਇਹਨਾਂ ਦਾ ਮਾਲਕ ਪ੍ਰਭੂ परमात्मा आप है। यानी उत्पत्ति लहता सब कुछ रब्बी रजा दे अंदर हो रहा है। ना किसी दी सलाह दे नाल लोग पैदा हो रहे ने, ते ना किसी दी सलाह दे नाल लोग मरदे ने। रब किसी दी सलाह नहीं मनदा कि फलाने कौम दे विच बंदियां दी गिनती वधा दे, ते इह सलाह भी नहीं मनदा कि फलानी कौम नूं मार दे। एवें नहीं, कोई सलाह नहीं। दोहां सिरियां का आप स्वामी, यानी जन्म और मरण जो है ये रब्बी रजा दे अंदर है। खेलै बिगसै अंतरजामी, खेलै दा मतलब खेल खेलदा है, आ जगत दी जिहड़ी रचना है खेड। बिगसै दा मतलब है खेड वेख के खुश हुंदा है, हमेशा खेड़े विच है। अंतरजामी दा मतलब अंदर दी गल जानन वाला है, वो सब दे दिल दी जानन वाला है। जगत खेल खेलदा है और बिगसै दा मतलब खुश है, चढ़दी कला विच है, खेड़े विच है हमेशा। रब नूं कोई चिंता नहीं है, रब नूं कोई फिक्र नहीं है, कोई डर नहीं है। सानू ते फिक्र है ना कि कदे साडा कुछ खत्म हो गया, कल दी चिंता है भी कल सवेर वास्ते पत्ती है नहीं, दुध है नहीं, असीं रसोई विच लिया के समान धरदे हां तां है, जे ना लियाईए तां कुछ खत्म, कदे कुछ मुक गया, कदे कुछ, कदे नानी मर गई, कदे दादी बीमार हो गई, किते विआह शादी विच जाना, कई खुशियां गमियां। रब नूं इहो जिहे झमेले नहीं हन। जो कुछ पाया सो एक वार, वो विकसित है, खुश है, प्रसन्न है, खेड़े विच है। खेल जगत दी आप खेल रहा है और हर एक दे दिल दी जानन वाला है। हुण देखो, जे चीज समझ लवीए ते इस संसार नूं एक खेल समझिए कि रब दी एक खेल है, ते जे जीवन नूं एक खेड समझ के खेडिया जाए तां किन्नियां खुशियां आ जाणगियां ना। ਅਸੀਂ ਜ਼ਿੰਦਗੀ ਨੂੰ ਜੰਗ ਬਣਾ ਬੈਠੇ ਹਾਂ, ਜੰਗ ਲੜ ਰਹੇ ਹਾਂ। ਜੰਗ ਦੇ ਵਿੱਚ ਵੀ ਜਿੱਤ ਹਾਰ ਹੁੰਦੀ ਹੈ, ਖੇਡ ਵਿੱਚ ਵੀ ਜਿੱਤ ਹਾਰ ਹੁੰਦੀ ਹੈ, ਪਰ ਖੇਡ ਦੇ ਅੰਦਰ ਦੁਸ਼ਮਣੀ ਨਹੀਂ ਹੈ, ਖੇਡ ਦੇ ਅੰਦਰ ਸਿਰਫ ਖੁਸ਼ੀ ਹੈ। ਜੰਗ ਦੇ ਅੰਦਰ ਦੁਸ਼ਮਣੀ ਵੀ ਹੈ ਔਰ ਜੰਗ ਦੇ ਅੰਦਰ ਦੁੱਖ ਵੀ ਹੈ। ਇਸ ਜੀਵਨ ਨੂੰ ਖੇਲ ਸਮਝ ਕੇ ਖੇਲੋ। ਜੀਵਨ ਦੇ ਅੰਦਰ ਸਾਨੂੰ ਰੋਲ ਮਿਲੇ ਨੇ, ਪਾਰਟ ਮਿਲੇ ਨੇ, ਹਰ ਇੱਕ ਪਾਰਟ ਨੂੰ, ਹਰ ਇੱਕ ਰੋਲ ਨੂੰ ਚੰਗੀ ਤਰ੍ਹਾਂ ਨਿਭਾਓ और खेड़े दे अंदर रहो, क्योंकि वो हर वक्त खिड़िया हुआ है। जे रजा दे विच जुड़ांगे असीं भी खिड़े हुए रह सकते हैं। अंतरजामी साडे अंदर दियां जानन वाला है। रब नूं इमोशनल ब्लैकमेल नहीं किया जा सकता। इसलिए जिहड़ा अंतरजामी
ਨੂੰ ਸਮਝੇਗਾ ਉਹ ਅੰਦਰੋਂ ਔਰ ਬਾਹਰੋਂ ਇੱਕ ਹੋਏਗਾ, ਕਥਨੀ ਔਰ ਕਰਨੀ ਦਾ ਇੱਕ ਹੋਏਗਾ। ਉਹ ਦੂਜਿਆਂ ਦੀਆਂ ਭਾਵਨਾਵਾਂ ਦਾ ਕਦਰ ਔਰ ਸਤਿਕਾਰ ਆਦਰ ਕਰੇਗਾ। ਜੋ ਭਾਵੈ ਸੋ ਕਾਰ ਕਰਾਵੇ। ਜੋ ਰੱਬ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ, ਉਹੀ ਜੀਵਾਂ ਪਾਸੋਂ ਕਰਾਉਂਦਾ ਹੈ ਜੋ ਪਾਉਂਦਾ ਹੈ। ਹੁਣ ਇਹ ਚੀਜ਼ ਸਾਨੂੰ ਸਮਝ ਆ ਰਹੀ ਹੈ। ਭਾਣੇ ਦਾ ਮਤਲਬ ਰੱਜਾ, ਤੇ ਜੇ ਅਸੀਂ ਇਹ ਸਮਝੀਏ ਕਿ ਉੱਤੋਂ ਹੁਕਮ ਦਿੰਦਾ ਹੈ ਤਾਂ ਫਿਰ ਉਹਦੀ ਇੰਟਰਪ੍ਰੀਟੇਸ਼ਨ ਗਲਤ ਹੋ ਜਾਏਗੀ, ਤੇ ਗਲਤ ਇੰਟਰਪ੍ਰੀਟੇਸ਼ਨ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਉਹਦੇ ਵਿੱਚ ਵੀ ਗਲਤੀ ਆ ਜਾਏਗੀ। ਫਿਰ ਅਸੀਂ ਸਮਝਾਂਗੇ ਕਿ ਰੱਬ ਉੱਤੋਂ ਹੁਕਮ ਦੇ ਰਿਹਾ ਹੈ ਕਿ ਇਹ ਬੰਦਾ ਚੰਗਾ ਬਣ ਜਾਏ, ਇਹ ਬੰਦਾ ਮਾੜਾ ਬਣ ਜਾਏ। ਜੇ ਅਸੀਂ ਇਸ ਚੀਜ਼ ਨੂੰ ਇੰਟਰਪ੍ਰੀਟੇਸ਼ਨ ਐਵੇਂ ਦੀ ਕਰੀਏ ਹੁਕਮ ਦੀ, ਫਿਰ ਤਾਂ ਅਸੀਂ ਨਿਰਦੋਸ਼ ਹਾਂ, ਫਿਰ ਤਾਂ ਸਾਡਾ ਕੋਈ ਦੋਸ਼ ਹੈ ਹੀ ਨਹੀਂ ਕਿ ਰੱਬ ਸਾਡੇ ਤੋਂ ਚੋਰੀ ਕਰਾ ਰਿਹਾ ਹੈ। ਤੇ ਆਪ ਹੀ ਚੋਰੀ ਕਰਾਵੇ ਤੇ ਆਪ ਹੀ ਫਿਰ ਕਵੇ ਕਿ ਮੈਂ ਤੈਨੂੰ 20 ਸਾਲ ਕੈਦ ਕਰਨੀ ਹੈ ਕਿ ਤੂੰ ਚੋਰੀ ਕੀਤੀ ਹੈ, ਫਿਰ ਤਾਂ ਪ੍ਰੋਬਲਮ ਆ ਗਈ ਨਾ। ਤੇ ਚੋਰੀ ਵਾਸਤੇ ਆਪ ਹੀ ਰੱਬ ਕਵੇ ਵੀ ਤੂੰ ਚੋਰੀ ਕਰ, ਤੇ ਜਿਹਦੇ ਘਰ ਚੋਰੀ ਹੋਣ ਲੱਗੀ ਉਹਨੂੰ ਕਵੇ ਵੀ ਤੇਰੀ ਉਹ ਚੋਰੀ ਕਰਨ ਲੱਗਾ, ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਇਹ ਚੀਜ਼ ਨੂੰ ਸਮਝਣਾ ਹੈ। ਭਾਵੈ ਦਾ ਮਤਲਬ ਭਾਣਾ, ਰਜ਼ਾ। ਭਾਣੇ ਦੇ ਅੰਦਰ ਸਭ ਕੁਝ ਹੋ ਰਿਹਾ ਹੈ। ਹੁਣ ਤੁਸੀਂ ਚੋਰੀ ਕਰਨੀ ਹੈ, ਜਾ ਕੇ ਵੰਡ ਕੇ ਛਕਣਾ ਹੈ, ਇਹ ਸਾਰਾ ਕੁਛ ਇਹਦਾ ਫਲ ਭਾਣੇ ਵਿੱਚ ਮਿਲਣਾ, ਲੇਕਿਨ ਚੋਣ ਸਾਡੀ ਆਪਣੀ ਹੈ। ਜੇ ਚੋਰੀ ਕਰੋਗੇ ਤਾਂ ਰੱਬੀ ਰਜ਼ਾ ਭਾਣੇ ਦੇ ਅੰਦਰ, ਸਿਸਟਮ ਦੇ ਅੰਦਰ ਤੁਹਾਡਾ ਨਾਮ ਚੋਰ ਪੈ ਜਾਏਗਾ, ਚੋਰੀਆਂ ਦੀ ਸਜ਼ਾ ਵੀ ਭੁਗਤਣੀ ਪਵੇਗੀ। ਜੇ 10 ਨਵਾਂ ਦੀ ਕਿਰਤ ਕਮਾਈ ਕਰੋਗੇ, ਵੰਡ ਕੇ ਛਕੋਗੇ, ਤਾਂ ਤੁਹਾਡਾ ਨਾਮ ਭਲੇ ਪੁਰਸ਼ਾਂ ਦੇ ਵਿੱਚ ਆ ਜਾਏਗਾ ਸਿਸਟਮ ਦੇ ਅੰਦਰ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਧਰਮ ਕਮਾਉਣ ਵਾਲੇ ਨੂੰ ਧਰਮੀ ਔਰ ਪਾਪ ਕਮਾਉਣ ਵਾਲੇ ਨੂੰ ਪਾਪੀ ਕਰਕੇ ਜਾਣਿਆ ਜਾਏਗਾ। ਇਸ ਲਈ ਜੋ ਕੁਛ ਵੀ ਇਸ ਜਗਤ ਦੇ ਅੰਦਰ ਹੈ ਸਿਸਟਮ ਵਿੱਚ ਹੈ, ਸਿਸਟਮ ਤੋਂ ਬਾਹਰ ਨਹੀਂ। ਜੋ ਕੁਛ ਪਾਇਆ ਸੋ ਇੱਕ ਵਾਰ, ਕੁਦਰਤ ਦੇ ਨੇਮ ਇੱਕ ਵਾਰੀ ਬਣ ਗਏ ਨੇ। ਉਹਨਾਂ ਨੇਮਾਂ ਦੇ ਅੰਦਰ ਕੋਈ ਚੇਂਜਿੰਗ ਨਹੀਂ ਹੈ ਕਿਸੇ ਵਾਸਤੇ ਵੀ, ਕਿ ਮੇਰੇ ਵਾਸਤੇ ਰੱਬ ਕੁਦਰਤ ਦੇ ਨਿਯਮਾਂ ਨੂੰ ਚੇਂਜ ਕਰ ਦੇਵੇ। ਮੈਂ ਅੱਗ ਵਿੱਚ ਡਿੱਗ ਜਾਵਾਂ ਤੇ ਅੱਗ ਆਪਣੇ ਸੁਭਾਅ ਨੂੰ ਬਦਲ ਦੇਵੇ, ਅੱਗ ਬਰਫ਼ ਬਣ ਜਾਏ, ਅੱਗ ਨੇ ਅੱਗ ਹੀ ਰਹਿਣਾ ਹੈ। ਕੋਈ ਚੋਰ ਡਿੱਗੇ ਜਾਂ ਧਰਮੀ ਡਿੱਗੇ, ਉਹਨੇ ਸਾੜਨਾ ਹੀ ਸਾੜਨਾ। ਪਾਣੀ ਦੇ ਵਿੱਚ ਜੇ ਕੋਈ ਬੰਦਾ ਡਿੱਗੇਗਾ, ਤਰਨਾ ਨਹੀਂ ਆਉਂਦਾ, ਤਾਂ ਉਹ ਡੁੱਬੇਗਾ ਹੀ ਡੁੱਬੇਗਾ, ਕਿਉਂਕਿ ਨਿਯਮ ਨੇ ਨਾ। ਨਿਯਮਾਂ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੇ ਕੋਈ ਫਸਲ ਤੁਸੀਂ ਬੀਜਣੀ ਹੈ ਤਾਂ ਉਹ ਨੇਮ ਦੇ ਅੰਦਰ ਬੀਜੋਗੇ। ਪੈਲੀ ਨੂੰ ਵਾਵਾਂਗੇ, ਉਹਦੇ ਵਿੱਚ ਵੱਤਰ ਵੀ ਹੋਵੇ ਔਰ ਫਿਰ ਪੈਲੀ ਵੀ ਠੀਕ ਹੋਵੇ, ਤੇ ਸੀਜ਼ਨ ਵੀ ਹੋਵੇ, ਮੌਸਮ ਵੀ ਹੋਵੇ। ਜੇ ਬੇਮੌਸਮ ਬੀਜ ਬੀਜਾਂਗੇ ਤਾਂ ਨਹੀਂ ਉਗਣਗੇ। ਕਲਰ ਵਾਲੀ ਜ਼ਮੀਨ ਵਿੱਚ ਬੀਜਾਂਗੇ ਤਾਂ ਨਹੀਂ ਉਗਣਗੇ। ਪੱਥਰ ਦੇ ਉੱਤੇ ਕਣਕ ਰੱਖ ਛੱਡੋਗੇ ਤਾਂ ਖੇਤੀ ਥੋੜਾ ਹੋਣ ਲੱਗੀ ਹੈ। ਨਿਯਮ ਹੈ ਨਾ ਹਰ ਚੀਜ਼ ਦਾ। ਇਸੇ ਤਰ੍ਹਾਂ ਜੇ ਅਸੀਂ ਸੁੱਖ ਪਾਣਾ ਚਾਹੁੰਦੇ ਹਾਂ ਤਾਂ ਸੁੱਖ ਵਾਸਤੇ ਕੁਝ ਨਿਯਮ ਨੇ ਨਾ। ਸ਼ਾਂਤੀ ਵਾਸਤੇ ਨਿਯਮ ਨੇ, ਸੱਚ ਬੋਲੀਏ, ਪ੍ਰੇਮ ਨਾਲ ਰਹੀਏ, ਨਿਮਰਤਾ ਨਾਲ ਰਹੀਏ, ਸੱਚੀ ਸੁੱਚੀ ਕਿਰਤ ਕਰੀਏ, ਦੂਜਿਆਂ ਦੀ ਕਦਰ ਕਰੀਏ, ਇੱਕ ਦੂਜੇ ਦਾ ਸਹਿਯੋਗ ਕਰੀਏ। ਤਾਂ ਜੇ ਇਹਨਾਂ ਨਿਯਮਾਂ ਨੂੰ ਵਰਤਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆਏਗੀ। ਤੇ ਜੇ ਅਸੀਂ ਈਰਖਾ ਕਰੀਏ, ਕ੍ਰੋਧ ਦੇ ਵਿੱਚ ਫਿਰਦੇ ਰਹੀਏ, ਹੰਕਾਰ ਦੇ ਵਿੱਚ ਡੁੱਬੇ ਰਹੀਏ, ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੀਏ, ਤਾਂ ਫਿਰ ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਇਹ ਨਿਯਮ ਹੈ, ਨਿਯਮ ਦੇ ਅੰਦਰ ਨੇ ਸੁੱਖ ਦੁੱਖ। ਤੁਸੀਂ ਕਿਹੜੇ ਨੇਮ ਨੂੰ ਫੋਲੋ ਕਰੋਗੇ ਡਿਪੈਂਡ ਉਸ ਚੀਜ਼ ਤੇ ਕਰੇਗਾ। ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਦ੍ਰਿਸ਼ਟੀ ਦਾ ਮਤਲਬ ਨਜ਼ਰ ਵਿੱਚ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਬਚਨ ਕਰ ਰਹੇ ਨੇ ਕਿ हे ਨਾਨਕ, ਰੱਬ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਪੈ ਰਿਹਾ। ਰੱਬ ਵਰਗਾ ਇੱਕ ਤਾਂ ਹੋਰ ਕੋਈ ਨਜ਼ਰ ਨਹੀਂ ਕਿ ਰੱਬ ਵਰਗਾ ਕੋਈ ਹੋਰ ਹੋਵੇ। ਦੂਜੀ ਗੱਲ, ਰੱਬ ਤੋਂ ਬਿਨਾਂ ਕੁਛ ਨਜ਼ਰ ਹੀ ਨਹੀਂ ਪੈ ਰਿਹਾ, ਹੈ ਹੀ ਸਾਰਾ ਕੁਛ ਰੱਬ। ਹੁਣ ਦੇਖੋ ਕਿੰਨਾ ਪਿਆਰ ਨਾਲ ਗੁਰੂ ਜੀ ਸਮਝਾ ਰਹੇ ਨੇ ਔਰ ਆਪਣੇ ਤਜਰਬੇ ਵਿੱਚੋਂ ਦੱਸ ਰਹੇ ਨੇ। ਜੋ ਕੁਛ ਆਪ ਮੰਨ ਰਹੇ ਨੇ ਉਹ ਦੱਸ ਰਹੇ ਨੇ ਕਿ ਰੱਬ ਤੋਂ ਬਿਨਾਂ ਹੋਰ ਕੋਈ ਨਜ਼ਰ ਪੈ ਹੀ ਨਹੀਂ ਰਿਹਾ ਕਿ ਜਿਹੜਾ ਇਸ ਸੰਸਾਰ ਨੂੰ ਚਲਾ ਸਕੇ, ਜਿਹਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੋਵੇ, ਜਿਹੜਾ ਇਸ ਸੰਸਾਰ ਨੂੰ ਖਤਮ ਕਰੇ, ਜਿਹੜਾ ਇਸ ਸੰਸਾਰ ਦੀ ਪਾਲਣਾ ਕਰੇ। ਹੋਰ ਕੋਈ ਹੈ ਹੀ ਨਹੀਂ, ਨਜ਼ਰ ਹੀ ਨਹੀਂ ਪੈਂਦਾ। ਕੌਣ ਹੈ ਹੋਰ?
कि कोई देवी देवता, कोई बाबा, कोई पीर, कोई कबर, कोई मड़ी, कोई जंतर मंतर, कोई ज्योतिषी, कोई एक एनिक डली भी पैदा कर सकता ढिम दी? नहीं कर सकता। ਤਾਂ ਫਿਰ ਕਿਹਦੇ ਉੱਤੇ ਨਜ਼ਰ ਰੱਖੀਏ? ਪਹਿਲੀ ਗੱਲ। ਦੂਜੀ ਗੱਲ ਹੈ ਕਿ ਇਸ ਸੰਸਾਰ ਵੱਲ ਦੇਖਦੇ ਆ ਤੇ ਗੁਰੂ ਜੀ ਕਹਿੰਦੇ ਨੇ ਰੱਬ ਤੋਂ ਬਿਨਾ ਹੋਰ ਕੋਈ ਨਜ਼ਰੀ ਆਉਂਦਾ ਹੀ ਨਹੀਂ, ਜਿੱਧਰ ਵੇਖਦੇ ਆ ਰੱਬ ਹੀ ਦਿਸਦਾ ਹੈ। ਜੋ ਦਿਸ ਹੈ ਸੋ ਤੇਰਾ ਰੂਪ, ਸਭ ਮੈਂ ਜੋਤ ਜੋਤ ਹੈ ਸੋਏ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਭਗਤ ਕਬੀਰ ਜੀ ਕਹਿੰਦੇ ਨੇ ਦੋਏ ਦੋਏ ਲੋਚਨ ਪੇਖਾਂ ਹੂੰ ਹਰ ਬਿਨ ਔਰ ਨਾ ਦੇਖਾ। ਮੈਂ ਬੜੇ ਗੌਰ ਨਾਲ ਵੇਖਿਆ, ਮੈਨੂੰ ਰੱਬ ਤੋਂ ਬਿਨਾ ਹੋਰ ਕੁਛ ਦਿਸੇ ਹੀ ਨਹੀਂ। ਅਸੀਂ ਕਹਿੰਦੇ ਆ ਸਾਨੂੰ ਰੱਬ ਨਹੀਂ ਦਿਸਦਾ, ਤੇ ਗੁਰੂ ਜੀ ਕਹਿੰਦੇ ਨੇ ਸਾਨੂੰ ਰੱਬ ਤੋਂ ਬਿਨਾ ਹੋਰ ਕੁਛ ਦਿਸਦਾ ਹੀ ਨਹੀਂ। ਨਜ਼ਰ ਹੈ ਨਾ, ਨਜ਼ਰੀਆ ਹੈ। ਇਸ ਲਈ ਸੋਚ ਨੂੰ ਵਿਸ਼ਾਲ ਕਰਨਾ ਹੈ। ਜਦੋਂ ਅਸੀਂ ਰੱਬੀ ਰਜ਼ਾ ਵਿੱਚ ਗੁਰੂ ਦੇ ਦਿੱਤੇ ਵੇ ਆਫ ਲਾਈਫ ਮੁਤਾਬਕ, ਗੁਰੂ ਦੇ ਗਿਆਨ ਮੁਤਾਬਕ ਦੇਖਾਂਗੇ ਤਾਂ ਹਰ ਪਾਸੇ ਰੱਬ ਨਜ਼ਰੀ ਪਵੇਗਾ। ਫਿਰ ਇਹ ਸਾਰਾ ਵਿਸ਼ਵ ਉਸ ਰੱਬ ਦਾ ਰੂਪ ਨਜ਼ਰੀ ਪਵੇਗਾ। ਤਾਂ ਜ਼ਰੂਰਤ ਹੈ ਆਪਣੇ ਨਜ਼ਰੀਏ ਨੂੰ ਬਦਲਣ ਦੀ, ਜ਼ਰੂਰਤ ਹੈ ਰੱਬੀ ਰਜ਼ਾ ਭਾਣੇ ਵਿੱਚ ਤੁਰਨ ਦੀ, ਜ਼ਰੂਰਤ ਹੈ ਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਅਮਲ ਕਰਨ ਦੀ। ਜੇ ਅਸੀਂ ਅਮਲ ਕਰੀਏ ਤਾਂ ਇਹ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬਿਲਕੁਲ ਬਦਲ ਸਕਦੀ ਹੈ। ਬਹੁਤ ਵੱਡੀ ਚੇਂਜਿੰਗ ਆ ਸਕਦੀ ਹੈ। ਸਾਡੀਆਂ ਹਾਰਾਂ ਜਿੱਤਾਂ ਵਿੱਚ ਬਦਲ ਜਾਣਗੀਆਂ, ਕਿਉਂਕਿ ਜਿੱਤ ਵਾਸਤੇ ਕੁਝ ਨਿਯਮ ਹੁੰਦੇ ਨੇ, ਰਿਕੁਆਇਰਮੈਂਟ ਹੁੰਦੀ ਹੈ। ਜਦੋਂ ਅਸੀਂ ਰਿਕੁਆਇਰਮੈਂਟ ਪੂਰੀ ਕਰਾਂਗੇ ਤੇ ਸਾਡੀ ਹਾਰ ਜਿੱਤ ਵਿੱਚ ਬਦਲ ਜਾਏਗੀ। ਸਾਡੀਆਂ ਚਿੰਤਾਵਾਂ ਖੁਸ਼ੀਆਂ ਵਿੱਚ ਬਦਲ ਜਾਣਗੀਆਂ। ਚਿੰਤਾ ਵਾਸਤੇ ਰਿਕੁਆਇਰਮੈਂਟ ਹੈ, ਜੇ ਉਹ ਪੂਰੀ ਕਰ ਰਹੇ ਹਾਂ ਤੇ ਅਸੀਂ ਚਿੰਤਾ ਵਿੱਚ ਹਾਂ, ਤੇ ਜੇ ਅਸੀਂ ਖੁਸ਼ੀ ਵਾਲੀ ਰਿਕੁਆਇਰਮੈਂਟ ਪੂਰੀ ਕਰਾਂਗੇ ਤਾਂ ਸਾਡੀ ਚਿੰਤਾ ਚਿੰਤਾ ਨਹੀਂ, ਖੁਸ਼ੀ ਵਿੱਚ ਬਦਲ ਜਾਏਗੀ। ਬੁਰਾਈਆਂ ਵਾਸਤੇ ਕੁਝ ਰਿਕੁਆਇਰਮੈਂਟ ਹੈ, ਉਹ ਪੂਰੀ ਕਰਾਂਗੇ ਤੇ ਅਸੀਂ ਬੁਰੇ ਬਣ ਜਾਵਾਂਗੇ। ਲੇਕਿਨ ਚੰਗਿਆਈਆਂ ਵਾਸਤੇ ਕੁਝ ਰਿਕੁਆਇਰਮੈਂਟ ਹੈ, ਉਹ ਪੂਰੀ ਕਰਾਂਗੇ ਤਾਂ ਸਾਡੀਆਂ ਬੁਰਾਈਆਂ ਚੰਗਿਆਈਆਂ ਵਿੱਚ ਬਦਲ ਜਾਣਗੀਆਂ, ਅਸੀਂ ਚੰਗੇ ਹੋ ਜਾਵਾਂਗੇ। ਇਹ ਹਰ ਇੱਕ ਦੇ ਆਪਣੇ ਹੱਥ ਵਿੱਚ ਹੈ, ਤੇ ਆਪਣੇ ਵਸ ਵਿੱਚ ਹੈ। ਬੰਦੇ ਦੀ ਆਪਣੀ ਚੁਆਇਸ ਹੈ, ਬੰਦੇ ਦੀ ਆਪਣੀ ਚੋਣ ਹੈ, ਔਰ ਸੁੱਖ ਦੁੱਖ ਸਾਡੇ ਆਪਣੇ ਕੀਤੇ ਹੋਏ ਵਿਹਾਰ ਔਰ ਬੋਲਾਂ ਦਾ ਫਲ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬ ਤੋਂ ਬਿਨਾ ਹੋਰ ਕੋਈ ਨਜ਼ਰੀ ਨਹੀਂ ਪੈਂਦਾ, ਜਿਹੜਾ ਇਸ ਸੰਸਾਰ ਨੂੰ ਚਲਾਉਂਦਾ ਹੈ, ਪਾਲਦਾ ਹੈ। ਰੱਬ ਹੀ ਇਸ ਸੰਸਾਰ ਦੇ ਅੰਦਰ ਪਸਰਿਆ ਹੋਇਆ ਹੈ। ਚਾਰ ਚਫੇਰੇ ਉਹਦਾ ਹੀ ਰੂਪ ਨਜ਼ਰੀ ਪੈ ਰਿਹਾ ਹੈ, ਔਰ ਜਿਹਦੇ ਚਰਨਾਂ ਦੇ ਵਿੱਚ ਜਾ ਕੇ ਸਾਨੂੰ ਸੁੱਖ ਸ਼ਾਂਤੀ ਮਿਲੇ, ਉਹਦੇ ਵਰਗਾ ਹੋਰ ਕੋਈ ਨਜ਼ਰੀ ਨਹੀਂ ਪੈ ਰਿਹਾ। ਤਾਂ ਗੁਰੂ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਆਪ ਵਿਚਾਰੀਏ, ਔਰ ਖਾਸ ਗੱਲ ਗੁਰਬਾਣੀ ਦੇ ਉੱਤੇ ਅਮਲ ਕਰੀਏ, ਤਾਂ ਬੜੇ ਸੁਖੈਨ ਢੰਗ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਅਸੀਂ ਆਪਣੇ ਜੀਵਨ ਨੂੰ ਸਵਰਗ ਬਣਾ ਸਕਦੇ ਹਾਂ। ਅਸੀਂ ਇਸ ਸੰਸਾਰ ਨੂੰ ਸਵਰਗ ਬਣਾ ਸਕਦੇ ਹਾਂ। ਇਹ ਪੋਸੀਬਿਲਿਟੀ ਸਾਰਿਆਂ ਦੇ ਵਿੱਚ ਹੈ, ਪਰ ਉਹਦੇ ਵਾਸਤੇ ਯਤਨ ਤਾਂ ਕਰਨੇ ਪੈਣਗੇ। ਬੁਰਾਈਆਂ ਛੱਡਣੀਆਂ ਹੋਣਗੀਆਂ, ਗੁਣਾਂ ਦੇ ਧਾਰਨੀ ਹੋਣਾ ਪਵੇਗਾ, ਔਰ ਰੱਬੀ ਰਜ਼ਾ ਨੂੰ ਸਮਝਣਾ ਪਵੇਗਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਪਵੇਗਾ। ਫਿਰ ਬੜੇ ਸੁਖੈਨ ਢੰਗ ਦੇ ਨਾਲ ਸਾਡਾ ਇਹ ਜੀਵਨ ਹੀ ਸਵਰਗ ਹੋ ਜਾਏਗਾ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਜੋ ਵਿਚਾਰ ਹੈ ਇਹਨਾਂ ਦੋ ਪਦਾਂ ਦੇ ਵਿੱਚ, ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਸਵਾਲ ਕਰ ਸਕਦਾ ਹੈ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤੇ ਉਹ ਆਪਣੇ ਵਿਚਾਰ ਦੇ ਸਕਦੇ ਨੇ। ਫੇਸਬੁੱਕ ਤੇ ਜਿਹੜੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਜਿੱਦਾਂ ਗਿਆਨੀ ਜੀ ਨੇ ਕਿਹਾ ਹੈ ਜੀ, ਅੱਜ ਦੀ ਕਥਾ ਦੇ ਵਿੱਚੋਂ ਆਪਣੇ ਕੋਈ ਵਿਚਾਰ ਦੇਣੇ ਹੋਣ ਤਾਂ ਤੁਸੀਂ ਅਨਮਿਊਟ ਹੋ ਜਾਓ ਤੇ ਆਪਣੇ ਸਵਾਲ ਜਵਾਬ ਤੁਸੀਂ ਕਰ ਸਕਦੇ ਆ। ਤੇ ਕੁਲਦੀਪ ਕੌਰ ਜੀ ਅਨਮਿਊਟ ਹੋਏ ਆ। ਕੁਲਦੀਪ ਕੌਰ ਜੀ। ਹਾਂਜੀ ਗਿਆਨੀ ਜੀ, ਹਾਂਜੀ ਭੈਣ। ਇਹ ਜਿਹੜੀ ਲਾਈਨ ਸੀ ਨਾ, ਅੰਤ ਨਹੀਂ ਕਿਛ ਪਾਰਾਵਾਰ, ਇਹ ਕਿਛ ਤੇ ਇਹ ਵਿਸ਼ਰਾਮ ਲੱਗਣਾ? ਹਾਂਜੀ, ਅੰਤ ਨਹੀਂ ਕਿਛ, ਕਿਛ ਤੇ ਠੀਕ ਹੈ। ਥੈਂਕ ਯੂ। ਜੇ ਅਸੀਂ ਲਾਵਾਂਗੇ ਨਾ ਅੰਤ ਨਹੀਂ ਕਿਛ ਪਾਰਾਵਾਰ, ਤੇ ਹੋ ਜਾਣਾ ਪਾਰਾਵਾਰ ਕੁਛ ਹੈਗਾ, ਪਰ ਇੱਥੇ ਨਾ ਅੰਤ ਨਹੀਂ ਕਿਛ, ਕੋਈ ਵੀ ਅੰਤ ਨਹੀਂ ਪਾਰਾਵਾਰ ਦਾ। ਠੀਕ ਹੈ ਜੀ, ਥੈਂਕ ਯੂ। ਹਾਂਜੀ, ਹੋਰ ਕੋਈ ਜੀ ਕਿਸੇ ਨੇ ਵੀ
ਕੋਈ ਪੁੱਛਣਾ ਹੋਵੇ, ਦੱਸਣਾ ਹੋਵੇ ਜਾਂ ਕੁਝ ਸਲਾਹ। ਅਵਤਾਰ ਸਿੰਘ ਜੀ। ਜਿਹੜੇ ਅਰਦਾਸ ਕਰਦੇ ਕਹਿੰਦੇ ਨਾ ਭੁੱਲ ਚੁੱਕ ਮਾਫ, ਭੁੱਲ ਤਾਂ ਹੋਈ, ਚੁੱਕ ਕੀ ਹੋਈ ਜੀ? ਇਹ ਜੀ ਚੁੱਕ ਹੋ ਜੀ, ਜਿਵੇਂ ਠੀਕ ਠਾਕ, ਠੀਕ ਦੇ ਨਾਲ ਜਿਵੇਂ ਠਾਕ ਹੈ ਉਵੇਂ ਚੁੱਕ ਜੀ। ਇੱਕ ਨਾ ਕੁਛ ਜਦੋਂ ਅਸੀਂ ਬੋਲਦੇ ਆ ਉਹਦੇ ਨਾਲ ਨਾ ਕੁਛ ਨਿਰਰਥਕ ਸ਼ਬਦ ਹੁੰਦੇ ਨੇ, ਠੀਕ ਹੈ, ਤੇ ਉਹਦੇ ਨਾਲ ਫਿਰ ਉਹ ਪੂਰਾ ਗੱਲ ਬਣ, ਜਿਵੇਂ ਠੀਕ ਠਾਕ। ਹੁਣ ਠਾਕ ਕੁਛ ਨਹੀਂ, ਉਹ ਨਿਰਰਥਕ ਸ਼ਬਦ ਹੈ। ਐਵੇਂ ਭੁੱਲ ਦੇ ਨਾਲ ਚੁੱਕ ਜਿਹੜਾ ਇੱਕ ਨਿਰਰਥਕ ਸ਼ਬਦ, ਤੇ ਉਹ ਜਰਾ ਵਧੀਆ ਲੱਗਦਾ ਹੈ। ਸ਼ਬਦ ਦੀ ਦ੍ਰਿੜਤਾ ਹੋ ਜਾਂਦੀ ਨਾ ਮੇਰਾ ਖਿਆਲ। ਹਾਂਜੀ ਹਾਂਜੀ, ਅੰਡਰਲਾਈਨ। ਠੀਕ ਹੈ ਜੀ, ਥੈਂਕ ਯੂ ਜੀ। ਤੇ ਕੁਲਦੀਪ ਕੌਰ ਜੀ, ਤੁਸੀਂ ਫਿਰ ਅਨਮਿਊਟ ਹੋਏ ਆ। ਮੈਂ ਬਸ ਉਹੀ ਕਹਿਣਾ ਸੀ, ਮੈਂ ਕਿਹਾ ਕਿ ਉਹ ਫਰੇਜ਼ ਬਣਾਉਣ ਵਾਸਤੇ ਨਾ ਨਾਲ ਇਕੱਠਾ ਜੋੜ ਦਿੰਦੇ। ਨਾਲੇ ਨਾ ਚੁੱਕ ਦਾ ਮਤਲਬ ਜਿਹੜਾ ਨਾ ਚੂਕ ਤੋਂ ਬਣਿਆ ਚੁੱਕ ਸ਼ਬਦ ਨਾ, ਚੂਕ ਦਾ ਮਤਲਬ ਵੀ ਭੁੱਲ ਹੀ ਹੁੰਦਾ। ਚੂਕ ਦਾ ਮਤਲਬ ਗਲਤੀ ਹੁੰਦਾ, ਭੁੱਲ ਚੁੱਕ ਕੋਈ ਭੁੱਲ ਜਾਂ ਕੋਈ ਚੂਕ ਹੋ ਗਈ ਹੋਵੇ, ਗਲਤੀ ਹੋ ਗਈ ਹੋਵੇ। ਠੀਕ ਹੈ ਜੀ, ਓਕੇ ਜੀ, ਧੰਨਵਾਦ। ਜਗਜੀਤ ਕੌਰ ਜੀ, ਤੁਸੀਂ। ਆਪਣੇ ਪੰਜਾਬੀ ਵਿੱਚ ਚੂਕ ਮਤਲਬ ਕੋਨਾ ਵੀ ਹੁੰਦਾ ਹੈ। ਹਾਂਜੀ, ਚੂਕ ਨਾਲ ਗੰਢ ਬੰਨ ਦਈਦਾ। ਚੂਕ ਮਤਲਬ ਕੋਨਾ ਵੀ ਹੁੰਦਾ ਨਾ, ਚੁੰਨੀ ਹੋ ਗਈ, ਕੁਝ ਵੀ ਹੋ ਗਈ, ਚਾਦਰ ਦੀ। ਹਾਂ, ਕਈ ਸਾਰੇ ਅਰਥ। ਚੁੱਕ ਉਹਨੂੰ ਵੀ ਕਹਿੰਦੇ ਜਿਵੇਂ ਚੁੱਕ ਪੈ ਗਈ, ਹਾਂਜੀ, ਨੱਕ ਦੇ ਵਿੱਚ ਪੀੜ ਹੋਣ ਲੱਗ ਜਾਂਦੀ। ਇੱਕ ਸ਼ਬਦ ਦੇ ਕਈ ਸਾਰੇ ਅਰਥ ਹੁੰਦੇ। ਹਾਂਜੀ, ਪਰ ਉਹ ਡਿਪੈਂਡ ਕਰਦਾ ਵੀ ਪਹਿਲਾਂ ਕਿਹੜਾ ਕਿਹਾ ਗਿਆ ਹੈ। ਜਿੱਦਾਂ ਭੁੱਲ ਚੁੱਕਦਾ ਤਾਂ ਉਹਦਾ ਮਤਲਬ ਉਹ ਰਿਲੇਟਡ ਹੈ। ਹਾਂਜੀ, ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਹੋਰ ਤਾਂ ਕੋਈ ਹੈ ਨਹੀਂ ਜੀ ਅਨਮਿਊਟ ਹੋਇਆ ਤਾਂ। ਮੇਰੇ ਖਿਆਲ ਚ ਸ਼ੁੱਕਰਵਾਰ ਵਾਲੇ ਦਿਨ ਗੁਰਜੀਤ ਕੌਰ ਬੇਟੀ ਨੇ ਕੋਈ ਸਵਾਲ ਭੂਤ ਪ੍ਰੇਤ ਬਾਰੇ ਕੀਤਾ ਸੀ, ਤੇ ਜੇ ਗੁਰਜੀਤ ਕੌਰ ਬੇਟੀ ਹੁਣ ਤਾਂ ਤੁਸੀਂ ਜੇ ਉਹਦੇ ਬਾਰੇ ਡਿਸਕਸ ਕਰਨਾ ਚਾਹੋ ਤਾਂ ਕਰ ਸਕਦੇ ਹੋ, ਕਿਉਂਕਿ ਮੇਰੇ ਖਿਆਲ ਚ ਨਾਮ ਤੁਹਾਡਾ ਦਿਸ ਨਹੀਂ ਰਿਹਾ। ਤੇ ਜੇ ਗੁਰਜੀਤ ਕੌਰ ਜਾਂ ਜਿਨ੍ਹਾਂ ਨੇ ਭੂਤ ਬਾਰੇ ਸਵਾਲ ਕੀਤਾ ਸੀ, ਜੇ ਉਹ ਕਰਨਾ ਚਾਹਣ ਤਾਂ ਵਿਚਾਰ ਕਰ ਸਕਦੇ ਨੇ ਅਨਮਿਊਟ ਹੋ ਕੇ। ਫਰਾਈਡੇ ਵਾਲੇ ਦਿਨ, ਸ਼ੁੱਕਰਵਾਰ ਵਾਲੇ ਦਿਨ ਜੀ। ਹਾਂਜੀ, ਚਲੋ ਕੋਈ ਗੱਲ ਨਹੀਂ ਜੀ, ਜੇ ਨਹੀਂ ਵੀ ਉਹ ਮੈਨੂੰ ਤਾਂ ਯਾਦ ਨਹੀਂ ਆ ਰਿਹਾ ਵੈਸੇ, ਪਰ ਚਲੋ ਤੁਸੀਂ ਕਰ ਦਿਓ ਜੀ ਗੱਲ। ਫਿਰ ਜੇ ਭੂਤ ਪ੍ਰੇਤਾਂ ਦੀ ਕੋਈ ਜਿਹੜੀ ਗੱਲਬਾਤ ਹੈਗੀ ਉਹ ਤੁਸੀਂ ਦੱਸ ਦਿਓ, ਤਾਂ ਕਿ ਸਾਡੇ ਕੋਲ ਵਹਿਮ ਭਰ ਵੀ ਨਿਕਲ ਸਕਦੇ। ਤਾਂ ਇਹਨਾਂ ਬਾਰੇ ਮੈਨੂੰ ਪਤਾ ਨਹੀਂ ਕੁਐਸਚਨ ਕੀ ਸੀਗਾ ਉਹਨਾਂ ਦਾ। ਇਹ ਸੀ ਕਿ ਭੂਤ ਪ੍ਰੇਤ ਹੈ ਨੇ ਜਾਂ ਨਹੀਂ। ਬਾਕੀ ਕਲਾਸ ਦਾ ਕਲੀਅਰ ਹੀ ਹੈ ਕਿ ਭੂਤ ਪ੍ਰੇਤ ਨਹੀਂ ਹੈਗੇ। ਹਾਂਜੀ ਹਾਂਜੀ ਹਾਂਜੀ, ਤੇ ਜੇ ਚਾਹੁੰਦੇ ਹੋ ਤਾਂ ਮੈਂ 2-4 ਮਿੰਟ ਲਗਾ ਦੇਣਾ, ਨਹੀਂ ਤਾਂ ਬਾਕੀ ਕਲਾਸ ਦਾ ਤਾਂ ਕਲੀਅਰ ਹੀ ਹੈ ਕਿ ਨਹੀਂ ਹੈਗੇ। ਚਲੋ ਮੇਰਾ ਖਿਆਲ ਜੇ ਤੁਸੀਂ ਕਰਦੇ ਹੋ ਤਾਂ ਇਹਦੇ ਕਈ ਵਾਰੀ ਇੱਦਾਂ ਹੁੰਦੀ ਹੈ ਵੀ ਜੇ ਸਾਡੇ ਵਿੱਚੋਂ ਇੱਕ ਵੀ ਕੋਈ ਭੁਲੇਖੇ ਦੇ ਵਿੱਚ ਹੋਊਗਾ ਤਾਂ ਫਿਰ ਮੁੜ ਕੇ ਉਹਨਾਂ ਦੇ ਕਲੀਅਰ ਹੋ ਸਕਦੇ। ਤੁਸੀਂ ਮਾੜਾ ਜਿਹਾ ਮੇਰੇ ਖਿਆਲ ਸਮਝਾ ਦਿਓ ਤਾਂ ਠੀਕ ਹੈ। ਥੈਂਕ ਯੂ। ਓਕੇ, ਭੂਤ ਪ੍ਰੇਤਾਂ ਬਾਰੇ ਇਸ ਤਰ੍ਹਾਂ ਦੀ ਕੁਝ ਸ਼ਬਦ ਨੇ ਗੁਰਬਾਣੀ ਦੇ ਵਿੱਚ, ਭੂਤ ਪ੍ਰੇਤ ਔਰ ਜਿੰਨ। ਹੁਣ 2 ਤਰ੍ਹਾਂ ਦੇ ਸ਼ਬਦ ਨੇ, ਗੁਰੂ ਜੀ ਨੇ ਸ਼ਬਦ ਵਰਤੇ ਨੇ, ਲੇਕਿਨ ਉਹਨਾਂ ਨੂੰ ਅਰਥ ਨਵੇਂ ਦਿੱਤੇ ਨੇ। ਤੇ ਅਸੀਂ ਕਈ ਵਾਰ ਇਸ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਸ਼ਬਦ ਅਸੀਂ ਗੁਰਬਾਣੀ ਚੋਂ ਲੈ ਲੈਂਦੇ ਹਾਂ, ਔਰ ਉਹਦੇ ਮੀਨਿੰਗ ਜਿਹੜੇ ਨੇ ਜਾਂ ਉਹਦੀ ਡੈਫੀਨੇਸ਼ਨ ਹੈ ਉਹ ਕਿਸੇ ਹੋਰ ਧਰਮ ਗ੍ਰੰਥ ਜਾਂ ਕਿਸੇ ਹੋਰ ਧਰਮ ਚੋਂ ਲੈ ਲੈਂਦੇ ਹਾਂ। ਉਦੋਂ ਸਾਡੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਭੂਤ ਪ੍ਰੇਤਾਂ ਬਾਰੇ ਜੇਕਰ ਤੁਸੀਂ ਸਮਝਣਾ ਹੋਵੇ ਤਾਂ ਇੱਕ ਸ਼ਬਦ ਹੈਗਾ ਬ੍ਰਾਹਮਣ। ਇਹ ਚੀਜ਼ ਸਮਝਣ ਵਾਸਤੇ ਨਾ ਮੈਂ 2 ਸ਼ਬਦ ਵਰਤਾਂਗਾ। ਇੱਕ ਸ਼ਬਦ ਹੈਗਾ ਬ੍ਰਾਹਮਣ, ਤੇ ਜਿਹੜਾ ਗੁਰਮਤ ਤੋਂ ਬਾਹਰ ਦੀ ਗੱਲ ਹੈ, ਉਹ ਕਿਹਾ ਜਾਂਦਾ ਹੈ ਕਿ ਬ੍ਰਹਮਾ ਦੇ ਮੁਖ ਦੇ ਵਿੱਚੋਂ, ਮੂੰਹ ਚੋਂ ਬ੍ਰਾਹਮਣ ਪੈਦਾ ਹੋਇਆ, ਬਾਹਾਂ ਦੇ ਵਿੱਚੋਂ ਕਸ਼ਤਰੀ ਪੈਦਾ ਹੋਇਆ, ਪੇਟ ਵਿੱਚੋਂ ਵੈਸ਼ਯ ਔਰ ਪੈਰਾਂ ਦੇ ਵਿੱਚੋਂ ਸ਼ੂਦਰ ਪੈਦਾ ਹੋਇਆ। ਇਹ ਚੀਜ਼ ਮੰਨੀ ਜਾਂਦੀ ਹੈ। ਮਤਲਬ ਗੁਰੂ ਜੀ ਨਹੀਂ ਮੰਨ ਰਹੇ ਇਸ ਚੀਜ਼ ਨੂੰ, ਲੇਕਿਨ ਬ੍ਰਾਹਮਣ ਮੰਨ ਰਿਹਾ। ਤਾਂ ਹੁਣ ਕੀ ਤੁਸੀਂ ਮੰਨਦੇ ਹੋ ਕਿ ਆਪਣਾ ਕਿਸੇ ਬੰਦੇ ਦੇ ਮੂੰਹ ਦੇ ਵਿੱਚੋਂ ਬੱਚਾ ਪੈਦਾ ਹੋ ਸਕਦਾ ਹੈ? ਕਿਉਂਕਿ ਸਿਰ ਹਿਲਾ ਕੇ ਦੱਸ ਦੋ, ਸਾਰੇ ਅਨਮਿਊਟ ਰਹਿੰਦਾ। ਨਹੀਂ ਤਾਂ ਪੈਰਾਂ ਵਿੱਚੋਂ ਬੱਚਾ ਪੈਦਾ ਹੋ ਸਕਦਾ ਹੋਵੇ ਜਾਂ ਬਾਹਾਂ ਚੋਂ? ਨਹੀਂ ਹੋ ਸਕਦਾ ਨਾ। ਇਹ ਤਾਂ ਉਹ ਮੰਨਦੇ ਨੇ ਕਿ ਬ੍ਰਾਹਮਣ ਉਹ ਹੈ ਜੋ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਇਆ। ਲੇਕਿਨ ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਗੱਲ ਗਲਤ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਬ੍ਰਾਹਮਣ ਉਹ ਹੈ ਜਿਹੜਾ ਰੱਬ ਦੀ ਵਿਚਾਰ ਕਰਦਾ ਹੈ। ਤਾਂ ਇਹਦਾ ਮਤਲਬ ਦੂਜਾ ਬ੍ਰਾਹਮਣ ਤੇ ਨਾ ਹੋਇਆ ਨਾ। ਇੱਕ ਭਰਮ ਹੈ, ਮੰਨ ਰਹੇ ਨੇ ਲੋਕ ਲੇਕਿਨ ਹੈ ਨਹੀਂ। ਇੱਕ ਭਰਮ ਹੈ ਔਰ ਉਸ ਭਰਮ ਕਰਕੇ ਮੰਨੀ ਜਾ ਰਹੇ। ਦੂਜੀ ਗੱਲ ਹੈਗੀ ਹੈ, ਜਿਵੇਂ ਭਗਉਤੀ ਦੀ ਗੱਲ ਕਰੀਏ, ਜਿਵੇਂ ਆਪਾਂ ਸੁਖਮਨੀ ਸਾਹਿਬ ਵਿੱਚ ਵਿਚਾਰਿਆ
ਕਿ ਭਗਉਤੀ ਕੌਣ ਨੇ। ਦੇਖੋ ਮੰਨ ਰਹੇ ਨੇ ਵੀ ਭਗਉਤੀ ਉਹ ਨੇ ਵੀ ਜਿਹੜੇ ਰਾਸ ਲੀਲਾ ਕਰਦੇ, ਨੱਚਦੇ ਟੱਪਦੇ ਨੇ, ਪਰ ਗੁਰੂ ਜੀ ਕਹਿੰਦੇ ਨੇ ਭਗਉਤੀ ਭਗਵਨ ਭਗਤ ਕਾ ਰੰਗ, ਅਸਲੀ ਭਗਉਤੀ ਭਾਈ ਉਹ ਹੈ ਜਿਹਨੂੰ ਰੱਬ ਦੀ ਭਗਤੀ ਦਾ ਰੰਗ ਚੜ ਗਿਆ। ਗੁਰੂ ਜੀ ਉਹਨੂੰ ਭਗਉਤੀ ਮੰਨ ਰਹੇ ਨੇ। ਦੂਜਾ ਜੇ ਕੋਈ ਮੰਨਦਾ ਹੈ ਤਾਂ ਉਹਦਾ ਆਪਣਾ ਵਿਚਾਰ ਹੈ, ਪਰ ਗੁਰਬਾਣੀ ਜਿਹੜੀ ਹੈ ਭਗਉਤੀ ਕਿਹਨੂੰ ਮੰਨ ਰਹੀ ਹੈ? ਪੰਡਿਤ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਹੁਣ ਪੰਡਿਤ ਲੋਕ ਮੰਨਦੇ ਨੇ ਵਿਦਵਾਨ ਨੂੰ, ਪਰ ਗੁਰੂ ਜੀ ਕਹਿੰਦੇ ਨੇ ਵੀ ਪੰਡਿਤ ਉਹ ਹੈ ਜਿਹੜਾ ਮਨ ਨੂੰ ਪ੍ਰਬੁੱਧ ਹੈ। ਠੀਕ ਹੈ ਨਾ, ਮਤਲਬ ਇਹ ਸਾਰੇ ਡੈਫੀਨੇਸ਼ਨਸ ਗੁਰੂ ਜੀ ਨੇ ਵੱਖਰੇ ਦਿੱਤੇ ਨੇ। ਇਸੇ ਤਰ੍ਹਾਂ ਹੁਣ ਜੋ ਭੂਤ ਸ਼ਬਦ ਹੈ, ਜੋ ਆਮ ਲੋਕ ਮੰਨਦੇ ਨੇ, ਉਹ ਮੰਨਦੇ ਨੇ ਕਿ ਜਦੋਂ ਬੰਦਾ ਮਰ ਜਾਂਦਾ ਨਾ ਤੇ ਉਹਦੀ ਆਤਮਾ ਨੂੰ ਮਾਂ ਨਹੀਂ ਮਿਲਦੀ ਅੱਗੇ ਪੈਦਾ ਕਰਨ ਵਾਸਤੇ। ਜਿਹੜੇ ਕਿ ਬਹੁਤ ਬੁਰੇ ਲੋਕ ਹੁੰਦੇ ਨੇ, ਉਹਨਾਂ ਨੂੰ ਪੈਦਾ ਕਰਨ ਵਾਸਤੇ ਮਾਂ ਵੀ ਓਨੀ ਕਠੋਰ ਚਾਹੀਦੀ ਹੈ, ਤੇ ਜਦੋਂ ਤੱਕ ਓਨੀ ਕਠੋਰ ਮਾਂ ਨਹੀਂ ਮਿਲਦੀ ਤਾਂ ਉਹ ਭਟਕਦੇ ਰਹਿੰਦੇ ਨੇ ਤੇ ਉਹ ਭੂਤ ਬਣ ਜਾਂਦੇ ਨੇ, ਉਹਨਾਂ ਨੂੰ ਭੂਤ ਕਹਿੰਦੇ ਨੇ। ਤੇ ਦੂਜੇ ਪਾਸੇ ਵੀ ਜੇ ਕੋਈ ਬਹੁਤ ਚੰਗਾ ਬੰਦਾ ਮਰਿਆ ਹੋਵੇ ਤੇ ਉਹਦੇ ਹਾਲੇ ਮੁਕਤੀ ਨਾ ਹੋਈ ਹੋਵੇ ਤੇ ਉਹਦੇ ਜਨਮ ਵਾਸਤੇ ਦੁਬਾਰਾ ਉਹਨੂੰ ਜਨਮ ਲੈਣ ਲਈ ਮਾਂ ਬਹੁਤ ਨਰਮ ਹਿਰਦੇ ਵਾਲੀ ਚਾਹੀਦੀ ਹੈ। ਜਦੋਂ ਤੱਕ ਮਾਂ ਨਹੀਂ ਮਿਲਦੀ ਉਦੋਂ ਤੱਕ ਉਹ ਆਤਮਾ ਭਟਕਦੀ ਹੈ ਤੇ ਉਹਨੂੰ ਦੇਵਤਾ ਕਹਿੰਦੇ ਨੇ। ਤੇ ਜਦੋਂ ਚੰਗੀ ਕੋਈ ਮਾਂ ਮਿਲਦੀ ਹੈ ਤੇ ਉਦੋਂ ਉਹ ਫਿਰ ਬੰਦਾ ਬਣ ਕੇ ਜਨਮ ਲੈਂਦਾ ਹੈ। ਇਹ ਗੱਲ ਮਸਕੀਨ ਜੀ ਵੀ ਕਰਦੇ ਸੀ ਕਿ ਤੁਸੀਂ ਸੁਣੀ ਹੋਣੀ, ਪਰ ਇਹ ਗੱਲ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਕਿਉਂ? ਦੇਖੋ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਔਰ ਪ੍ਰਿਥੀਆ ਜੀ ਇੱਕ ਹੀ ਮਾਂ ਦੀ ਕੁੱਖ ਚੋਂ ਪੈਦਾ ਹੋਏ ਨੇ, ਤਾਂ ਹੁਣ ਉਸ ਮਾਤਾ ਦੀ ਕੁੱਖ ਨੂੰ ਕੀ ਕਹੋਗੇ ਵੀ ਕਠੋਰ ਕੇ ਨਰਮ? ਗੁਰੂ ਅਰਜਨ ਦੇਵ ਜੀ ਵਰਗਾ ਨਰਮ ਇਨਸਾਨ ਕੋਈ ਨਹੀਂ ਦੁਨੀਆ ਤੇ ਪ੍ਰਿਥੀ ਵਰਗਾ ਕਠੋਰ ਕੋਈ ਨਹੀਂ। ਇਸ ਲਈ ਗੁਰੂ ਜੀ ਹੁਣ ਭੂਤ ਕਿਹਨੂੰ ਕਹਿੰਦੇ ਨੇ, ਇਹ ਗੱਲ ਸਮਝਣ ਵਾਲੀ ਹੈ। ਗੁਰੂ ਜੀ ਕਹਿੰਦੇ ਨੇ ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਵਾਹੇ। ਜਿਹੜੇ ਬੰਦੇ ਰੱਬੀ ਗੁਣਾਂ ਦੇ ਧਾਰਨੀ ਨਹੀਂ, ਉਹ ਬੰਦੇ ਭੂਤ ਨੇ, ਉਹ ਬੰਦੇ ਭੂਤ ਨੇ। ਗੁਰੂ ਜੀ ਉਹਨੂੰ ਮੰਨਦੇ ਨੇ। ਹਾਂ, ਦੁਨੀਆ ਤੋਂ ਬਾਹਰ ਕੋਈ ਕੌਣ ਮੰਨਦਾ ਹੈ ਉਹ ਉਹਨਾਂ ਦੀ ਮਰਜ਼ੀ ਹੈ, ਪਰ ਗੁਰਬਾਣੀ ਮੰਨਦੀ ਹੈ। ਗੁਰੂ ਜੀ ਇਹ ਮੰਨਦੇ ਨੇ ਭੂਤ ਹੋਵੇ। ਨਾਮਹੀਨ ਫਿਰੇ ਬੇਤਾਲ, ਬੇਤਾਲ ਦਾ ਮਤਲਬ ਭੂਤਨਾ। ਜਿਹੜਾ ਨਾਮਹੀਨ ਬੰਦਾ ਹੈ, ਸੱਚ ਨਾਲੋਂ ਟੁੱਟਿਆ ਹੈ, ਉਹ ਬੰਦਾ ਭੂਤਨਾ ਹੈ। ਗੁਰੂ ਜੀ ਉਹਨੂੰ ਭੂਤ ਮੰਨਦੇ ਨੇ। ਬਾਹਰ ਵਾਲੇ ਲੋਕ ਕੀ ਮੰਨਦੇ ਨੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਅਗਲੀ ਗੱਲ ਆ ਜਾਂਦੀ ਹੈ ਪ੍ਰੇਤ। ਭੂਤ ਦੇ ਨਾਲੋਂ ਪ੍ਰੇਤ ਵੱਡਾ ਮੰਨਦੇ ਨੇ। ਹੁਣ ਦੁਨੀਆ ਵਿੱਚ ਮੰਨਿਆ ਜਾ ਰਿਹਾ ਕਿ ਪ੍ਰੇਤ ਭੂਤ ਦੇ ਨਾਲੋਂ ਵੀ ਕੋਈ ਵੱਡਾ ਹੁੰਦਾ ਹੈ, ਪਰ ਗੁਰੂ ਜੀ ਕੀ ਕਹਿੰਦੇ ਨੇ? ਗੁਰੂ ਜੀ ਕਹਿੰਦੇ ਨੇ ਮਾਇਆ ਮੋਹ ਸਭ ਪ੍ਰੇਤ ਹੈ। ਮਾਇਆ ਦਾ ਮੋਹ ਪ੍ਰੇਤ ਹੈ। ਜਿਹੜੀ ਮੈਂਟੈਲਿਟੀ, ਜਿਹੜਾ ਮਾਇਆ ਦੇ ਮੋਹ ਦੇ ਵਿੱਚ ਖਚਤ ਹੈ, ਉਹ ਬੰਦਾ ਹੀ ਪ੍ਰੇਤ ਹੈ। ਦੂਜੀ ਗੱਲ ਦੇਖੋ, ਕਲ ਮਹਿ ਪ੍ਰੇਤ ਜਿੰਨੀ ਰਾਮ ਨਾ ਪਛਾਤਾ, ਯਾਨੀ ਉਹ ਬੰਦਾ ਜਿਹੜਾ ਬੰਦਿਆਂ ਦੇ ਵਿੱਚ ਰੱਬ ਨੂੰ ਨਹੀਂ ਪਛਾਣਦਾ, ਬੰਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦਾ, ਉਹ ਬੰਦਾ ਹੀ ਪ੍ਰੇਤ ਹੈ। ਦੂਜੇ ਲੋਕ ਪ੍ਰੇਤ ਹੋਰ ਨੂੰ ਮੰਨਦੇ ਨੇ। ਗੁਰਬਾਣੀ ਪ੍ਰੇਤ ਕਹਿੰਦੀ ਹੈ ਜਿਹੜਾ ਰੱਬ ਦੀ ਪਛਾਣ ਨਹੀਂ ਕਰਦਾ, ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਦਾ, ਉਹ ਇਨਸਾਨ ਪ੍ਰੇਤ ਹੈ। ਜਿੰਨ ਕੌਣ ਹੈ? ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਕਲੀ ਦਾ ਮਤਲਬ ਕਲਯੁਗ, ਤੇ ਕਲਯੁਗ ਦਾ ਮਤਲਬ ਇਹ ਨਹੀਂ ਕਿ ਜਿਹੜਾ ਸਮਾਂ ਚੱਲ ਰਿਹਾ ਹੈ। ਕਲਯੁਗ ਦੀ ਡੈਫੀਨੇਸ਼ਨ ਬਾਣੀ ਵਿੱਚ ਕੀ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਿਹੜੀ ਘੜੀ ਵਿੱਚ ਬੰਦਾ ਰੱਬ ਨਾਲੋਂ ਟੁੱਟਾ ਹੁੰਦਾ ਨਾ, ਸਾਡੀ ਸੋਚ ਸੱਚ ਨਾਲੋਂ ਟੁੱਟੀ ਹੁੰਦੀ ਹੈ। ਜਿਹੜੀ ਹਾਲਾਤ ਸਾਡੀ ਸੋਚ ਮੈਂਟੈਲਿਟੀ ਦੀ ਉਦੋਂ ਹੁੰਦੀ ਹੈ, ਉਸ ਹਾਲਾਤ ਨੂੰ ਗੁਰੂ ਜੀ ਕਲਯੁਗ ਕਹਿ ਰਹੇ ਨੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਤੋਂ ਟੁੱਟੀ ਹੋਈ ਅਵਸਥਾ ਦੇ ਵਿੱਚ ਜੀ ਰਿਹਾ ਉਹ ਜਿੰਨ ਹੈ। ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਮਿਸਾਲ ਵਜੋਂ ਮੈਂ ਸੱਚ ਨਾਲੋਂ ਟੁੱਟੀ ਅਵਸਥਾ ਵਿੱਚ ਜੀ ਰਿਹਾ ਤਾਂ ਮੈਂ ਹੈਗਾ ਜਿੰਨ। ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਪੁੱਤ ਜਨੂਰਾ, ਜੇ ਮੈਂ ਸੱਚ ਨਾਲੋਂ ਟੁੱਟਿਆ ਤਾਂ ਮੈਂ ਹੈਗਾ ਜਿੰਨ, ਤੇ ਜੇ ਮੇਰਾ ਪੁੱਤਰ ਮੇਰਾ ਬੇਟਾ ਸੱਚ ਨਾਲੋਂ ਟੁੱਟਿਆ ਤੇ ਉਹ ਜਨੂਰਾ ਹੈ। ਜਨੂਰਾ ਦਾ ਮਤਲਬ ਜਿੰਨ ਦਾ ਬੱਚਾ। ਜਿਵੇਂ ਅਸੀਂ ਮੱਝ ਦੇ ਬੱਚੇ ਨੂੰ ਕਹਿੰਦੇ ਆ ਕੱਟਾ, ਗਾਂ ਦੇ ਬੱਚੇ ਨੂੰ ਕਹਿੰਦੇ ਆ ਵੱਛਾ, ਤੇ ਜਿੰਨ ਦਾ ਬੱਚਾ ਜਨੂਰਾ, ਉਹ ਜਨੂਰਾ ਹੈ, ਸੱਚ ਨਾਲੋਂ ਟੁੱਟਿਆ ਪੁੱਤਰ। ਤੇ ਜੇ ਮੇਰੀ ਬੇਟੀ ਸੱਚ ਨਾਲੋਂ ਟੁੱਟੀ ਹੈ ਤਾਂ ਉਹ ਜਨੂਰੀ ਹੈ, ਜਨੂਰੀ।
ਗਾਂ ਦੇ ਜਿਹੜੀ ਵੱਛੀ ਬੇਟੀ ਹੋਏਗੀ ਉਹਨੂੰ ਵੱਛੀ ਕਵਾਂਗੇ, ਮੱਝ ਦਾ ਜਿਹੜਾ ਫੀਮੇਲ ਬੱਚਾ ਹੋਏਗਾ ਉਹਨੂੰ ਕੱਟੀ ਕਵਾਂਗੇ, ਤੇ ਜਿੰਨ ਦੇ ਬੱਚੀ ਨੂੰ ਕਵਾਂਗੇ ਜਨੂਰੀ। ਰੱਬ ਨਾਲੋਂ ਟੁੱਟਿਆ ਬੰਦਾ ਜਿੰਨ ਹੈ, ਰੱਬ ਨਾਲੋਂ ਟੁੱਟਿਆ ਪੁੱਤਰ ਜਨੂਰਾ ਹੈ, ਰੱਬ ਨਾਲੋਂ ਟੁੱਟੀ ਧੀ ਜਨੂਰੀ ਹੈ, ਜੋਰੂ ਜਿੰਨਾਂ ਦਾ ਸਿਕਦਾਰ। ਤੇ ਜੇ ਮੇਰੀ ਘਰ ਵਾਲੀ ਰੱਬ ਨਾਲੋਂ ਟੁੱਟੀ ਹੈ ਤੇ ਉਹ ਸਾਡੇ ਸਾਰਿਆਂ ਦੀ ਜਥੇਦਾਰ ਨਹੀਂ ਹੈ, ਪ੍ਰਧਾਨ ਨੇਤਾ, ਉਹ ਸਾਰਿਆਂ ਤੋਂ ਵੱਡੀ ਜਿੰਨ ਹੈ। ਹੁਣ ਜਿੰਨ ਕੌਣ ਹੋਇਆ? ਰੱਬ ਦੇ ਨਾਲੋਂ ਜਿਹੜਾ ਟੁੱਟਿਆ ਹੋਇਆ ਬੰਦਾ ਹੈ। ਤੇ ਇਹੋ ਜਿਹੇ ਕਈ ਕਰੋੜਾਂ ਹੀ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਰੋੜਾਂ ਨੇ ਇਹੋ ਜਿਹੇ ਜਿਹੜੇ ਰੱਬ ਦੇ ਨਾਲੋਂ ਟੁੱਟੇ ਹੋਏ ਨੇ। ਪਹਿਲੀ ਗੱਲ ਇਹ, ਯਾਨੀ ਜਿੰਨ ਭੂਤ ਦੀ ਹੋਂਦ ਗੁਰਬਾਣੀ ਇਹ ਨਹੀਂ ਮੰਨਦੀ। ਅਗਲੀ ਗੱਲ ਹੈ ਕਿ ਸਾਨੂੰ ਹੁਣ ਕਿਹਾ ਜਾਂਦਾ ਹੈ, ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ ਕਿ ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਨਹਿ ਜੇ ਮਰੈ, ਪ੍ਰੇਤ ਜੋਨ ਵਲਵਲ ਅਵਤਰੈ। ਕਿ ਜਿਹੜਾ ਅੰਤ ਕਾਲ ਵਿੱਚ ਮੰਦਰ ਸਿਮਰਦਾ ਹੈ ਉਹ ਪ੍ਰੇਤ ਦੀ ਜੂਨ ਵਿੱਚ ਪੈਂਦਾ ਹੈ। ਤਾਂ ਇਹਦਾ ਮਤਲਬ ਪ੍ਰੇਤ ਦੀ ਜੂਨ ਹੈ ਤਾਂ ਹੀ ਪੈਂਦਾ ਨਾ। ਇਹ ਪੰਕਤੀ ਸਾਨੂੰ ਸਾਡੇ ਸਾਹਮਣੇ ਆਉਂਦੀ ਹੈ। ਇਸ ਪੰਕਤੀ ਦਾ ਉੱਤਰ ਇਸੇ ਸ਼ਬਦ ਦੇ ਵਿੱਚੋਂ ਸਾਨੂੰ ਮਿਲ ਜਾਏਗਾ। ਇਸ ਸ਼ਬਦ ਦੇ ਵਿੱਚ ਪੰਕਤੀ ਹੈ, ਅੰਤ ਕਾਲ ਜੇ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਵੇਸ਼ਵਾ ਜੋਨ ਵਲਵਲ ਅਵਤਰੈ। ਹੁਣ ਤੁਸੀਂ ਮੈਨੂੰ ਦੱਸੋ ਕਿ ਵੈਸ਼ਿਆ ਕੌਣ ਹੁੰਦੀ ਹੈ? ਗਾਂ ਹੁੰਦੀ ਹੈ, ਮੱਝ ਹੁੰਦੀ ਹੈ, ਜਾਂ ਵੈਸ਼ਿਆ ਕਿਹਨੂੰ ਕਹਿੰਦੇ ਨੇ? ਕੋਈ ਵੀਰ ਭੈਣ ਬੋਲ ਕੇ ਦੱਸੋਗੇ? ਵੀਰ ਤਰਲੋਚਨ ਸਿੰਘ ਜੀ, ਤੁਸੀਂ ਦੱਸੋਗੇ ਵੈਸ਼ਿਆ ਜਨਾਨੀ ਹੁੰਦੀ ਹੈ ਨਾ? ਜਨਾਨੀ ਹੁੰਦੀ ਜੀ, ਔਰਤ ਹੁੰਦੀ ਹੈ ਨਾ। ਇਹਦਾ ਮਤਲਬ ਵੈਸ਼ਿਆ ਦੀ ਕੋਈ ਵੱਖਰੀ ਜੂਨ ਤੇ ਨਹੀਂ ਹੈ। ਸਿਰ ਹਿਲਾ ਕੇ ਦੱਸੋ, ਵੱਖਰੀ ਜੂਨ ਹੈ ਵੈਸ਼ਿਆ? ਨਹੀਂ ਹੈ ਨਾ। ਤਾਂ ਇਹਦਾ ਮਤਲਬ ਵੈਸ਼ਿਆ ਜਿਹੜੀ ਸੁਹਾਗਣ ਹੈ, ਆਚਰਨ ਵਾਲੀ ਔਰਤ ਹੈ, ਉਹਨੂੰ ਸੁਹਾਗਵੰਤੀ ਕਿਹਾ ਜਾਂਦਾ। ਤੇ ਜਿਹੜੀ ਔਰਤ ਆਪਣਾ ਤਨ ਵੇਚਦੀ ਹੈ ਉਸ ਔਰਤ ਨੂੰ ਵੈਸ਼ਿਆ ਕਹਿ ਦਿੱਤਾ ਜਾਂਦਾ ਹੈ। ਉਹਦੀ ਆਪਣੀ ਮਰਜ਼ੀ ਹੈ, ਮਜਬੂਰੀਆਂ ਨੇ, ਉਹ ਇੱਕ ਵੱਖਰਾ ਟੌਪਿਕ ਹੈ ਕਿ ਉਹ ਸਾਡੀ ਇਸ ਦੁਨੀਆ ਦੀ ਮੂਰਖਤਾ ਕਰਕੇ ਕੁਝ ਧੀਆਂ ਭੈਣਾਂ ਨੂੰ ਐਸਾ ਕਰਨਾ ਪੈ ਗਿਆ, ਉਹ ਇੱਕ ਵੱਖਰਾ ਟੌਪਿਕ ਹੈ। ਪਰ ਵੈਸ਼ਿਆ ਹੁੰਦੀ ਔਰਤ ਹੈ, ਉਹਦੀ ਵੱਖਰੀ ਜੂਨ ਤੇ ਨਹੀਂ ਨਾ ਹੈ। ਇਸੇ ਤਰ੍ਹਾਂ ਪ੍ਰੇਤ ਦੀ ਜੂਨ ਵੀ ਵੱਖਰੀ ਕੋਈ ਨਹੀਂ। ਜਿਵੇਂ ਔਰਤ ਹੀ ਵੈਸ਼ਿਆ ਉਵੇਂ ਬੰਦਾ ਹੀ ਪ੍ਰੇਤ ਹੈ। ਅਗਲੀ ਗੱਲ, ਅਸੀਂ ਫਿਰ ਕਹਿੰਦੇ ਹਾਂ ਕਿ ਜਿਹੜੀਆਂ ਬੀਬੀਆਂ ਜਾਂ ਬੰਦੇ ਸਿਰ ਮਾਰਦੇ ਨੇ ਵਾਲ ਖਿਲਾਰ ਕੇ, ਉਹਨਾਂ ਦੇ ਵਿੱਚ ਕੋਈ ਬੋਲਦਾ ਹੈ, ਉਹ ਕੀ ਹੈ? ਦੇਖੋ, ਤੁਸੀਂ ਇੰਟਰਨੈਟ ਤੇ ਪਾਓ ਹਿਸਟੀਰੀਆ। ਹਿਸਟੀਰੀਆ ਇੱਕ ਬਿਮਾਰੀ ਹੈ। ਇਹ ਕਈ ਸਾਰੀਆਂ ਘਰੇਲੂ ਸਮੱਸਿਆਵਾਂ ਕਰਕੇ ਪੈਦਾ ਹੁੰਦੀ ਹੈ, ਦਮਿਤ ਇੱਛਾਵਾਂ ਕਰਕੇ ਪੈਦਾ ਹੁੰਦੀ ਹੈ, ਦਿਲ ਕੁਛ ਹੋਰ ਕਹਿੰਦਾ ਹੈ, ਦਿਮਾਗ ਕੁਛ ਹੋਰ ਕਹਿੰਦਾ ਹੈ। ਐਸੀ ਕਸ਼ਮਕਸ਼ ਦੇ ਅੰਦਰ ਇਹ ਰੋਗ ਜਿਹੜੇ ਨੇ ਪੈਦਾ ਹੋ ਜਾਂਦੇ ਨੇ। ਕਈ ਡਾਕਟਰ ਇਹਨੂੰ ਬਹਾਨੇਬਾਜ਼ੀ ਤੋਂ ਸ਼ੁਰੂ ਮੰਨਦੇ ਨੇ, ਲੇਕਿਨ ਕੱਲੀ ਇਹ ਬਹਾਨੇਬਾਜ਼ੀ ਨਹੀਂ ਹੁੰਦੀ। ਇਹ ਦਿਲ ਔਰ ਦਿਮਾਗ ਦਾ ਕਈ ਸਾਰਾ ਚੱਕਰ ਹੈ, ਦਮਿਤ ਇੱਛਾਵਾਂ ਵਗੈਰਾ। ਇਹਨੂੰ ਕੋਈ ਐਕਸਪਲੇਨ ਕੋਈ ਡਾਕਟਰ ਚੰਗੀ ਕਰ ਸਕਦਾ ਹੈ। ਖੈਰ, ਹਿਸਟੀਰੀਆ ਦੀ ਬਿਮਾਰੀ ਦੇ ਅੰਦਰ ਖਾਸ ਕਰਕੇ ਇਹ ਬਿਮਾਰੀ ਜ਼ਿਆਦਾ ਔਰਤਾਂ ਨੂੰ ਹੁੰਦੀ ਹੈ। 12, 14, 15 ਸਾਲ ਤੋਂ ਲੈ ਕੇ 40, 42 ਸਾਲ ਤੱਕ ਦੀਆਂ ਔਰਤਾਂ ਨੂੰ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ, ਕਿਉਂਕਿ ਔਰਤਾਂ ਦੇ ਵਿੱਚ ਇਮੋਸ਼ਨਲ ਜ਼ਿਆਦਾ ਹੁੰਦੀਆਂ ਨੇ, ਔਰ ਇਹਨਾਂ ਦੀ ਇਮੋਸ਼ਨਲ ਬਲੈਕਮੇਲਿੰਗ ਵੀ ਤੇ ਕਈ ਕੁਛ ਕਾਰਨ ਨੇ। ਜਦੋਂ ਹਿਸਟੀਰੀਆ ਬਿਮਾਰੀ ਹੁੰਦੀ ਹੈ ਨਾ ਕਿਸੇ ਨੂੰ, ਤਾਂ ਹਿਸਟੀਰੀਆ ਦਾ ਮਰੀਜ਼ ਤੁਰਦਾ ਤੁਰਦਾ ਇੱਕਦਮ ਡਿੱਗ ਪੈਂਦਾ ਹੈ, ਲੇਕਿਨ ਉਹਨੂੰ ਸੱਟ ਨਹੀਂ ਲੱਗਦੀ। ਹਿਸਟੀਰੀਆ ਦੇ ਰੋਗ ਦੇ ਵਿੱਚ ਬੰਦੇ ਦੀ ਦੰਦਨ ਪੈ ਜਾਂਦੀ ਹੈ, ਕਈ ਦੰਦਲ ਕਹਿੰਦੇ ਨੇ, ਕਈ ਦੰਦਨ ਕਹਿੰਦੇ ਨੇ, ਦੰਦ ਘੁੱਟ ਜਾਂਦੇ ਨੇ, ਅੱਖਾਂ ਮੀਚੀਆਂ ਜਾਂਦੀਆਂ ਨੇ, ਸਰੀਰ ਆਕੜ ਜਾਂਦਾ ਹੈ, ਔਰ ਬੰਦੇ ਨੂੰ ਸੁਣਦਾ ਸਾਰਾ ਕੁਝ ਹੁੰਦਾ ਹੈ ਲੇਕਿਨ ਉਹ ਬੋਲ ਨਹੀਂ ਪਾਉਂਦਾ। ਹਿਸਟੀਰੀਆ ਵਿੱਚ ਐਵੇਂ ਹੁੰਦਾ ਹੈ। ਹਿਸਟੀਰੀਆ ਦੀ ਬਿਮਾਰੀ ਦੇ ਅੰਦਰ ਜਿਹੜਾ ਬੰਦਾ ਹੈ ਉਹ ਜਨਾਨੀ ਦੀ ਤਰ੍ਹਾਂ ਆਵਾਜ਼ ਕੱਢ ਲੈਂਦਾ ਹੈ, ਤੇ ਜਨਾਨੀ ਬੰਦੇ ਦੀ ਤਰ੍ਹਾਂ ਆਵਾਜ਼ ਕੱਢ ਲੈਂਦੀ ਹੈ। ਹਿਸਟੀਰੀਆ ਦੀ ਬਿਮਾਰੀ ਵਿੱਚ ਕਈ ਵਾਰ ਬੰਦਾ ਲੈਂਗੁਏਜ ਨੂੰ ਬਦਲ ਕੇ ਹੋਰ ਤਰ੍ਹਾਂ ਦੀਆਂ ਬੋਲੀਆਂ ਬੋਲਣ ਲੱਗ ਜਾਂਦਾ, ਕਈ ਕਿਸਮ ਦੀਆਂ। ਤੇ ਹਿਸਟੀਰੀਆ ਦੀ ਬਿਮਾਰੀ ਦੇ ਅੰਦਰ ਕਿਸੇ ਕਮਜ਼ੋਰ ਦੀ ਔਰਤ ਦੇ ਵਿੱਚ ਇੰਨੀ ਤਾਕਤ ਆ ਜਾਂਦੀ ਕਿ 2-3 ਬੰਦਿਆਂ ਨੂੰ ਪਰਾਂ ਸੁੱਟ ਦਿੰਦੀ, ਜਾਂ ਬੰਦੇ ਵਿੱਚ ਤਾਕਤ ਆ ਜਾਂਦੀ ਹੈ। ਹਿਸਟੀਰੀਆ ਦੀ ਬਿਮਾਰੀ ਦੇ ਅੰਦਰ ਫੀਲਿੰਗਸ ਆਉਂਦੀਆਂ ਨੇ ਕਿ ਮੇਰੇ ਅੰਦਰ ਕੋਈ ਸ਼ੈ ਪ੍ਰਵੇਸ਼ ਕਰ ਗਈ ਹੈ, ਮੈਂ ਵਰ ਦੇ ਸਕਣਾ, ਸਰਾਫ ਦੇ ਸਕਣਾ। ਤੇ ਜੇ ਇਸ ਬਿਮਾਰੀ ਦਾ ਇਲਾਜ ਨਾ ਕਰਾਇਆ ਜਾਏ, ਬਿਮਾਰੀ ਲੰਮੇ ਸਮੇਂ ਤੱਕ ਚੱਲਦੀ ਹੈ। ਜਿੰਨੇ ਵੀ ਚੌਂਕੀਆਂ ਦੇਣ ਵਾਲੇ ਨੇ,
ਮੇਰੇ ਵਿੱਚ ਫਲਾਣਾ ਬਾਬਾ ਹੁੰਦਾ, ਇਹ ਸਾਰੇ ਹਿਸਟੀਰੀਆ ਦੀ ਬਿਮਾਰੀ ਦੇ ਮਰੀਜ਼ ਨੇ ਔਰ ਬਹੁਤੇ ਚੰਟ ਲੋਕ ਨੇ ਮੂਰਖ ਬਣਾਉਣ ਵਾਲੇ। ਹਿਸਟੀਰੀਆ ਦੀ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਸ਼ੁਰੂਆਤੀ ਦੌਰ ਦੇ ਅੰਦਰ ਕਾਉਂਸਲਿੰਗ ਦੇ ਨਾਲ ਠੀਕ ਹੋ ਜਾਂਦੀ ਹੈ ਚੀਜ਼, ਜਿਹੜੀ ਉਹਦੀ ਸਮੱਸਿਆ ਹੈ ਉਹਨੂੰ ਸੋਲਵ ਕਰ ਦਿੱਤਾ ਜਾਏ ਤਾਂ ਉਹ ਠੀਕ ਹੋ ਜਾਂਦੀ ਹੈ ਚੰਦ ਦਿਨਾਂ ਵਿੱਚ। ਤੇ ਜੇ ਨਹੀਂ ਤਾਂ ਫਿਰ ਦਵਾਈ ਦੀ ਲੋੜ ਕਈ ਵਾਰ ਪੈਂਦੀ ਹੈ। ਅੱਜ ਦਵਾਈ ਸ਼ੁਰੂ ਕਰੋ ਤਾਂ ਹਿਸਟੀਰੀਆ ਦੀ ਜਿਹੜੀ ਬਿਮਾਰੀ ਹੈ 5ਵੇਂ-6ਵੇਂ ਦਿਨ ਦੇ ਵਿੱਚ ਠੀਕ ਸ਼ੁਰੂ ਹੋ ਜਾਂਦੀ ਹੈ, 10 ਦਿਨ ਦੇ ਵਿੱਚ ਪੂਰਾ ਕੰਟਰੋਲ ਹੋ ਜਾਂਦਾ ਹੈ, 2-3 ਮਹੀਨੇ ਦੀ ਦਵਾਈ ਖਾਣ ਤੋਂ ਬਾਅਦ ਦਵਾਈ ਛੁੱਟ ਜਾਂਦੀ ਹੈ। ਇਹ ਸਿੰਪਲ ਜੀ ਬਿਮਾਰੀ ਹੈ। ਜੇ ਕਿਸੇ ਨੂੰ ਐਸੀ ਪ੍ਰੋਬਲਮ ਆਵੇ ਤਾਂ ਸਾਈਕੈਟ੍ਰਿਕ ਜਾਂ ਕਿਸੇ ਸਾਈਕੋਲੋਜਿਸਟ ਕੋਲ ਵਿਖਾਉਣਾ ਚਾਹੀਦਾ ਹੈ। ਇਹ ਤਾਂ ਹੈ ਹਿਸਟੀਰੀਆ। ਇਸ ਤੋਂ ਇਲਾਵਾ ਇੱਕ ਬਿਮਾਰੀ ਹੈ ਹੈਲੂਸੀਨੇਸ਼ਨ। ਜਦੋਂ ਤੁਸੀਂ ਗੂਗਲ ਦੇ ਵਿੱਚ ਪਾਓਗੇ ਹੈਲੂਸੀਨੇਸ਼ਨ ਤਾਂ ਉਹ 4 ਕਿਸਮ ਦੀ ਹੈ। ਸਾਹਮਣੇ ਬੰਦਾ ਜਾਂਦਾ ਹੋਇਆ ਦਿਸ ਰਿਹਾ ਹੈ, ਚਿੱਟੇ ਕੱਪੜੇ ਪਾਏ ਨੇ ਜਿਹਨੂੰ ਭੂਤ ਪ੍ਰੇਤ ਕਹਿ ਦਿੰਦੇ ਆ, ਬੰਦਾ ਦਿਸ ਰਿਹਾ ਹੈ ਨਹੀਂ, ਬੰਦਾ ਹੁੰਦਾ ਨਹੀਂ ਪਰ ਦਿਸਦਾ ਹੈ। ਜਿਹਨੂੰ ਦਿਸਦਾ ਹੈ ਉਹ ਵਿਚਾਰਾ ਝੂਠ ਨਹੀਂ ਬੋਲਦਾ, ਉਹ ਸੱਚਾ ਹੁੰਦਾ ਹੈ ਕਿਉਂਕਿ ਉਹਨੂੰ ਦਿਸ ਰਿਹਾ ਹੈ। ਉਹਨੂੰ ਦਿਸ ਰਿਹਾ ਹੈ ਉਹ ਸੱਚਾ ਹੈ, ਇਹ ਸੱਚਾਈ ਹੈ। ਪਰ ਬੰਦਾ ਹੈ ਵੀ ਨਹੀਂ, ਇਹ ਵੀ ਇੱਕ ਸੱਚਾਈ ਹੈ। ਇਹ ਦਿਮਾਗ ਦੀ ਬਿਮਾਰੀ ਹੈ, ਇਹਨੂੰ ਕਹਿੰਦੇ ਨੇ ਹੈਲੂਸੀਨੇਸ਼ਨ। ਕਈ ਵਾਰ ਬੰਦੇ ਨੂੰ ਆਵਾਜ਼ ਆਉਂਦੀ ਹੈ, ਜਿਵੇਂ ਮੇਰਾ ਨਾਮ ਲੈ ਕੇ ਆਵਾਜ਼ ਆਈ ਮੋਹਰ ਸਿੰਘ, ਤੁਹਾਨੂੰ ਆਵਾਜ਼ ਨਹੀਂ ਸੁਣੇਗੀ ਮੈਨੂੰ ਸੁਣੇਗੀ, ਤੇ ਮੈਂ ਜਾ ਕੇ ਦੇਖਾਂਗਾ ਤੇ ਉੱਥੇ ਹੋਏਗਾ ਕੋਈ ਵੀ ਨਹੀਂ, ਆਵਾਜ਼ ਆ ਰਹੀ ਹੈ ਪਰ ਹੈ ਨਹੀਂ। ਇਹ ਵੀ ਹੈਲੂਸੀਨੇਸ਼ਨ ਹੈ। ਕਈ ਵਾਰ ਬੰਦੇ ਨੂੰ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ ਪਰ ਹੁੰਦੀ ਨਹੀਂ, ਕਈ ਵਾਰ ਬਦਬੂ ਆਉਂਦੀ ਹੈ ਪਰ ਹੁੰਦੀ ਨਹੀਂ, ਹੈਲੂਸੀਨੇਸ਼ਨ। ਔਰ ਕਈ ਵਾਰ ਬੰਦੇ ਦੀ ਜੀਭ ਨਾ ਇੱਕਦਮ ਮਿੱਠੀ ਹੋ ਜਾਂਦੀ ਬੜੀ, ਕਈ ਵਾਰ ਕੌੜੀ ਹੋ ਜਾਂਦੀ ਬਿਨਾਂ ਕਾਰਨ ਤੋਂ, ਹੁੰਦੀ ਨਹੀਂ ਲੇਕਿਨ ਫੀਲਿੰਗਸ ਆਉਂਦੀਆਂ ਨੇ। ਇਹ ਹੈਲੂਸੀਨੇਸ਼ਨ ਬਿਮਾਰੀ ਹੈ। ਇਹਦੇ ਵਾਸਤੇ ਨੀਨਾ ਭੈਣ ਜੀ ਕਾਫੀ ਕੁਝ ਦੱਸ ਸਕਦੇ ਨੇ। ਹੈਲੂਸੀਨੇਸ਼ਨ ਇਹ ਰੋਗ ਹੈ, ਇਹਦਾ ਜਿਹੜਾ ਹੈ ਉਹ ਇਲਾਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡਿਪਰੈਸ਼ਨ ਹੈ, ਨਿਊਰੋਸਥੀਨੀਆ ਹੈ, 2-2.5 ਹਜ਼ਾਰ ਕਿਸਮ ਦਾ ਫੋਬੀਆ ਹੈ, ਪਰਸਨੈਲਿਟੀ ਡਿਸਆਰਡਰਸ ਨੇ। ਤਾਂ ਇਹ ਮਾਨਸਿਕ ਰੋਗ ਨੇ, ਇਸ ਲਈ ਇਹਨਾਂ ਮਾਨਸਿਕ ਰੋਗਾਂ ਦਾ ਇਲਾਜ ਹੋਣਾ ਚਾਹੀਦਾ ਹੈ। ਜਿੰਨੇ ਲੋਕ ਵਡਭਾਗ ਸਿੰਘ ਦੇ ਡੇਰੇ ਤੇ ਜਾ ਕੇ ਲੱਖਾਂ ਦੀ ਗਿਣਤੀ ਵਿੱਚ ਸਿਰ ਮਾਰਦੇ, ਧੌਲੀ ਧਾਰ ਥੱਲੇ ਨਹਾਉਂਦੇ ਜਾਂ ਬਾਬਿਆਂ ਕੋਲ ਜਾਂਦੇ ਨੇ, ਇਹ ਸਾਰਾ ਮਾਨਸਿਕ ਰੋਗ ਹੈ ਔਰ ਮਾਨਸਿਕ ਰੋਗਾਂ ਦਾ ਇਲਾਜ ਹੋਣਾ ਚਾਹੀਦਾ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਕਿਸੇ ਬਾਬੇ ਕੋਲ ਜਾ ਕੇ ਬੰਦਾ ਠੀਕ ਹੋ ਜਾਂਦਾ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਬਾਬੇ ਦੀ ਕਰਾਮਾਤ ਨਾਲ ਠੀਕ ਹੋ ਗਿਆ, ਸਿਰਫ ਉਹਨੇ ਮੰਨ ਲਿਆ ਸੀ ਕਿ ਮੈਨੂੰ ਭੂਤ ਚੰਬੜ ਗਿਆ, ਮੰਨ ਲਿਆ ਸੀ, ਸਾਈਕੋਲੋਜੀਕਲ ਇਫੈਕਟ ਸੀ, ਭੂਤ ਤਾਂ ਹੈ ਨਹੀਂ, ਤੇ ਬਾਬੇ ਨੇ ਦੇ ਦਿੱਤਾ ਤਵੀਤ, ਤੇ ਉਹਦੇ ਅੰਦਰ ਕੌਨਫੀਡੈਂਸ ਆ ਗਿਆ ਕਿ ਹੁਣ ਤਵੀਤ ਵੱਜ ਗਿਆ, ਹੁਣ ਭੂਤ ਨੇ ਮੇਰੇ ਨੇੜੇ ਨਹੀਂ ਆਉਣਾ। ਉਹਦਾ ਆਪਣਾ ਕੌਨਫੀਡੈਂਸ ਹੀ ਉਹਨੂੰ ਠੀਕ ਕਰ ਦਿੰਦਾ ਹੈ। ਸਾਈਕੋਲੋਜੀਕਲ ਇਫੈਕਟ ਹੁੰਦੇ ਨੇ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ। ਇੱਕ ਮਾਂ ਸੀ ਕਿ ਉਹ ਆਪਣੇ ਬੱਚੇ ਨੂੰ ਡਰਾਉਂਦੀ ਸੀ। ਅਸੀਂ ਨਾ ਨਿੱਕੇ ਨਿੱਕੇ ਹੁੰਦੇ ਸੀ ਤੇ ਮਾਂ ਨੇ ਕਹਿਣਾ ਮਾਊ ਖਾ ਜਾਏਗੀ, ਸਾਨੂੰ ਮਾਊ ਤੋਂ ਡਰਾਉਂਦੇ ਰਹੇ ਨਾ ਤੁਸੀਂ, ਵੀ ਡਰਦੇ ਰਹੇ ਮਾਊ ਤੋਂ, ਪਰ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਾ ਵੀ ਉਹ ਮਾਊ ਹੈ ਕੀ। ਅਸੀਂ ਮਾਊ ਤੋਂ ਡਰਦੇ ਰਹੇ, ਫਿਰ ਮਾਊ ਦਾ ਪਤਾ ਲੱਗ ਗਿਆ, ਫਿਰ ਸਾਨੂੰ ਚੂਹੇ ਤੋਂ ਡਰਾਇਆ, ਫਿਰ ਬਿੱਲੀ ਤੋਂ ਡਰਾਇਆ, ਬਿੱਲੀ ਪੈ ਜਾਏਗੀ, ਕੁੱਤਾ ਪੈ ਜਾਏਗਾ, ਸ਼ੇਰ। ਹੁਣ ਜਦੋਂ ਬੰਦਾ ਵੱਡਾ ਪੈ ਗਿਆ ਵੀ ਕੁੱਤਾ ਬਿੱਲੀ ਸ਼ੇਰਾਂ ਤੋਂ ਡਰਨਾ ਹਟ ਗਿਆ, ਤੇ ਫਿਰ ਸਾਡੇ ਅੰਦਰ ਇੱਕ ਡਰ ਪਾਇਆ, ਬੇਟਾ ਉਧਰ ਨਾ ਜਾਈਂ, ਉਧਰ ਭੂਤ ਰਹਿੰਦਾ, ਮੜੀਆਂ ਵੱਲ ਨਾ ਜਾਈਂ, ਭੂਤ ਰਹਿੰਦਾ। ਤੇ ਮਾਂ ਨੇ ਡਰਾਣਾ ਵੀ ਬੇਟਾ ਸੜਕ ਤੋਂ ਪਰਲੇ ਪਾਸੇ ਨਾ ਜਾਈਂ, ਜਿਹੜੇ ਪਿੱਪਲ ਹੈ ਨਾ ਇੱਥੇ ਭੂਤ ਰਹਿੰਦਾ। ਉਹ ਬੱਚਾ ਵਿਚਾਰਾ ਉਧਰ ਨਾ ਜਾਏ, ਮਾਂ ਬੜੀ ਖੁਸ਼ ਵੀ ਬੱਚਾ ਬਾਹਰ ਜਾਂਦਾ ਨਹੀਂ, ਮਾਂ ਖੁਸ਼। ਤੇ ਇੱਕ ਦਿਨ ਕਹਿੰਦੀ ਵੀ ਜਾ ਬੇਟਾ ਮਾਸੀ ਦੇ ਘਰੋਂ ਜਾ ਕੇ ਨਾ ਖੰਡ ਲਿਆ। ਤੇ ਉਹ ਬੇਟਾ ਕਹਿੰਦਾ ਮਾਂ ਮੈਂ ਤੇ ਨਹੀਂ ਜਾਂਦਾ। ਕਿਉਂ? ਵੀ ਉੱਥੇ ਪਿੱਪਲ ਤੇ ਭੂਤ ਰਹਿੰਦਾ, ਮੈਂ ਤੇ ਨਹੀਂ ਬਾਹਰ ਜਾਣਾ। ਹੁਣ ਬੱਚਾ ਜਾ ਨਹੀਂ ਰਿਹਾ ਕਿਉਂਕਿ ਉਹਨੂੰ ਭੂਤ ਦਿਸ ਰਿਹਾ। ਤੇ ਮਾਂ ਨੇ ਦੂਜਾ ਫਾਰਮੂਲਾ ਅਪਣਾਇਆ, ਕਹਿੰਦੀ ਹੁਣ ਤੂੰ ਇੰਝ ਕਰ ਵੀ ਰੱਬ ਰੱਬ ਕਰਦਾ ਨਿਕਲਦਾ, ਰੱਬ ਦੇ ਨੇੜੇ ਨਹੀਂ ਭੂਤ ਆਉਂਦਾ, ਰੱਬ ਭੂਤ ਤੋਂ ਵੀ ਤਗੜਾ ਹੁੰਦਾ। ਉਹ ਰੱਬ ਰੱਬ ਕਰਦਾ ਚਲਾ ਗਿਆ ਤੇ ਉਹਨੂੰ ਭੂਤ ਨਾ ਚੰਬੜਿਆ, ਕਿਉਂਕਿ ਭੂਤ ਤੇ ਹੈ ਨਹੀਂ ਸੀ, ਰੱਬ ਰੱਬ ਕਰਦਾ ਚਲਾ ਗਿਆ, ਖੰਡ ਲੈ ਆਇਆ। ਬੱਚਾ ਬੜਾ ਖੁਸ਼ ਵੀ ਰੱਬ ਤੇ ਭੂਤ ਤੋਂ ਤਗੜਾ ਹੁੰਦਾ। ਹੁਣ ਬੱਚਾ ਰੱਬ ਰੱਬ ਕਰਦਾ ਬਾਹਰ ਜਾਣ ਲੱਗਾ। ਤੇ ਮਾਂ ਤੋਂ ਪੁੱਛਦਾ, ਮਾਂ ਰੱਬ ਕਿੱਥੇ ਰਹਿੰਦਾ? ਵੀ ਭੂਤ ਤੇ ਰਹਿੰਦਾ ਪਿੱਪਲ ਤੇ ਰੱਬ ਕਿੱਥੇ ਰਹਿੰਦਾ? ਰੱਬ ਭੂਤ ਤੋਂ ਤਗੜਾ ਹੁੰਦਾ। ਕਹਿੰਦੀ ਹਾਂ। ਰੱਬ ਰਹਿੰਦਾ ਕਿੱਥੇ? ਕਹਿੰਦੀ ਪੁੱਤਰ ਰੱਬ ਤੇ ਹਰ ਇੱਕ ਥਾਂ ਤੇ ਰਹਿੰਦਾ ਹੈ। ਤੇ ਮੁੰਡਾ ਮਾਂ ਦੀ ਝੋਲੀ ਦੇ ਵਿੱਚ ਵੜ ਕੇ ਬਹਿ ਗਿਆ, ਥੱਲੇ ਹੀ ਨਾ ਉਤਰੇ ਵੀ ਜਿਵੇਂ ਥੱਲੇ ਉਤਰਿਆ ਉਹਨੂੰ ਰੱਬ ਚੰਬੜ ਜਾਏਗਾ, ਰੱਬ ਖਾਏਗਾ। ਕਹਿਣ ਤੋਂ ਭਾਵ ਕਿ ਅਸੀਂ ਇਹਨਾਂ ਵਹਿਮਾਂ ਦੇ ਵਿੱਚ ਪਏ ਹੋਏ ਹਾਂ।
ਭੂਤ ਪ੍ਰੇਤ ਨਾਂ ਦੀ ਚੀਜ਼ ਇਸ ਦੁਨੀਆ ਵਿੱਚ ਨਹੀਂ ਹੈ, ਔਰ ਗੁਰਬਾਣੀ ਭੂਤਾਂ ਪ੍ਰੇਤਾਂ ਨੂੰ ਬਿਲਕੁਲ ਵੀ ਨਹੀਂ ਮੰਨਦੀ, ਕਿਉਂਕਿ ਅਸੀਂ ਤਾਂ ਮੰਨ ਰਹੇ ਹਾਂ ਵੀ ਲੋਕਾਂ ਦੀ ਗੱਲ ਅਸੀਂ ਸੁਣ ਰਹੇ ਹਾਂ। ਗੁਰਬਾਣੀ ਦੇ ਅੰਦਰ ਜੋ ਭੂਤ ਪ੍ਰੇਤ ਦੀ ਡੈਫੀਨੇਸ਼ਨ ਦਿੱਤੀ ਗਈ, ਸਾਨੂੰ ਉਹ ਚੀਜ਼ ਨੂੰ ਅਪਣਾਉਣ ਦੀ ਜ਼ਰੂਰਤ ਹੈ। ਤਾਂ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਆਪ ਕਰ ਸਕਦੇ ਹੋ। ਠੀਕ ਹੈ ਜੀ, ਧੰਨਵਾਦ ਗਿਆਨੀ ਜੀ ਬਹੁਤ ਬਹੁਤ, ਕਿਉਂਕਿ ਇਹ ਬਹੁਤ ਬੜਾ ਸਾਡੇ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਸਾਡੇ ਧਾਰਮਿਕ ਸਟੇਜਾਂ ਤੋਂ ਵੀ ਇਹ ਇੱਦਾਂ ਕੁਝ ਦੱਸਿਆ ਜਾਂਦਾ ਸੀਗਾ ਜਿਹੜਾ ਕਿ ਸਾਨੂੰ ਮੁੜ ਕੇ ਉੱਥੇ ਲੈ ਜਾਂਦਾ ਸੀਗਾ। ਤੁਸੀਂ ਮਸਕੀਨ ਜੀ ਦੀ ਗੱਲ ਕੀਤੀ ਹੈ, ਉਹਨਾਂ ਦੀਆਂ ਟੇਪਾਂ ਮੈਂ ਵੀ ਸੁਣੀਆਂ, ਉਹਦੇ ਵਿੱਚ ਵੀ ਇਹ ਮੈਂਸ਼ਨ ਕੀਤਾ ਹੋਇਆ। ਤੇ ਕੁਝ ਡੇਰੇ ਦੇ ਵਿੱਚ ਚਿੰਨ ਭੂਤ ਕੱਢਣ ਦੀ ਵੀ ਇੱਕ ਟੇਪ ਚੱਲ ਰਹੀ ਆ ਜਾਂ ਕਿੱਦਾਂ ਨਾ, ਤੇ ਉਹ ਵਧੀਆ ਹੋਇਆ ਕਿ ਤੁਸੀਂ ਸਾਰਾ ਐਕਸਪਲੇਨ ਕਰਦੇ ਗੁਰਬਾਣੀ ਦੇ ਆਧਾਰ ਤੇ। ਜੇ ਕਿਸੇ ਨੇ ਵੀ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਅਨਮਿਊਟ ਹੋ ਸਕਦਾ। ਸਾਡੇ ਨਾਲ 2 ਜਣੇ ਅਨਮਿਊਟ ਹੈ ਜੀ, ਇੱਕ ਤਾਂ ਹੈਗੀ ਆ ਕੁਲਦੀਪ ਕੌਰ ਤੇ ਇੱਕ ਮੇਰੀ ਘਰ ਵਾਲੀ ਵੀ ਆ। ਪਹਿਲਾਂ ਕੁਲਦੀਪ ਕੌਰ ਜੀ ਤੁਸੀਂ ਆ ਜਾਓ। ਹਾਂਜੀ, ਮੈਂ ਤਾਂ ਵੀਰ ਜੀ ਇਹੀ ਕਹਿਣਾ ਸੀ, ਮੈਂ ਕਿਹਾ ਮਸਕੀਨ ਜੀ ਨੇ 3-4 ਦੇ ਵਿੱਚ ਕਾਫੀ ਗਲਤੀਆਂ ਕੀਤੀਆਂ ਹੋਈਆਂ, 3-4 ਵੀਡੀਓ 'ਚ ਉਹਨਾਂ ਨੇ ਕਾਫੀ ਗਲਤੀਆਂ ਕੀਤੀਆਂ ਹੋਈਆਂ, ਉਹਨਾਂ ਨੇ ਬਾਅਦ 'ਚ ਮੰਨਿਆ ਵੀ ਹੈ, ਮੈਂ ਸੁਣਿਆ ਸੀ। ਜਿੱਦਾਂ 84 ਲੱਖ ਦੀ ਵੀ ਉਹਨਾਂ ਨੇ ਉਹਦੇ 'ਚ ਵੀ ਉਹਨਾਂ ਨੇ ਗਲਤੀ ਕੀਤੀ ਸੀਗੀ, ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਗੁਰਬਾਣੀ ਤਾਂ 84 ਲੱਖ ਨੂੰ ਮੰਨਦੀ ਨਹੀਂ। ਫਿਰ ਬਾਅਦ 'ਚ ਮੈਂ ਸੁਣਿਆ ਕਿ ਉਹਨਾਂ ਨੇ ਮਾਫੀ ਵੀ ਮੰਗੀ ਸੀ ਉਸ ਚੀਜ਼ ਦੀ। ਬਸ ਇੰਨਾ ਹੀ ਕਹਿਣਾ ਸੀ। ਥੈਂਕ ਯੂ ਜੀ। ਠੀਕ ਹੈ ਜੀ, ਦੇਖੋ ਪਤਾ ਨਹੀਂ ਕਿੰਨੀਆਂ ਮਨੌਤਾਂ ਹੁਣ ਤਾਂ ਚੱਲਦੀਆਂ ਆਈਆਂ, ਤੇ ਉਹਦੇ ਵਿੱਚ ਤੁਹਾਨੂੰ ਜੇ ਗੁਰਬਾਣੀ ਦੇ ਆਧਾਰ ਤੇ ਤੁਸੀਂ ਦੇਖ ਲਓ ਤਾਂ ਉਹ ਜ਼ਿਆਦਾ ਸਾਡੇ ਵਾਸਤੇ ਸੂਟੇਬਲ ਆ। ਅੱਗੋਂ ਪਿੱਛੋਂ ਜੋ ਅੱਜ ਤੱਕ ਦੱਸਿਆ ਗਿਆ ਉਹਨੂੰ ਗੁਰਬਾਣੀ ਜੇ ਕੱਟਦੀ ਆ ਤਾਂ ਸਾਨੂੰ ਆਪਣੀਆਂ ਮਨੌਤਾਂ ਨੂੰ ਕੱਟਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਤਾਂ ਕਿ ਤੁਸੀਂ ਆਪਣੀ ਨੋਰਮਲ ਜ਼ਿੰਦਗੀ ਬਤੀਤ ਕਰ ਸਕੋ। ਜਿੱਦਾਂ ਹੁਣ ਗਿਆਨੀ ਜੀ ਨੇ ਐਕਸਪਲੇਨ ਕੀਤਾ ਹੀ ਆ, ਭੂਤ ਪ੍ਰੇਤ ਜਿੰਨ ਹੋਰ ਸਾਰਾ ਕੁਝ ਜੋ ਵੀ ਸੀਗਾ ਤਾਂ ਉਹਦਾ ਕੋਈ ਕਾਰਨ ਆ, ਤੇ ਉਹ ਇੱਦਾਂ ਨਹੀਂ ਐਗਜ਼ਿਸਟ ਕਰਦੀ ਜਿੱਦਾਂ ਸਾਨੂੰ ਦੱਸੀਆਂ ਗਈਆਂ। ਠੀਕ ਹੈ ਜੀ, ਧੰਨਵਾਦ ਜੀ ਗਿਆਨੀ ਜੀ, ਤੇ ਬਾਕੀ ਸਾਰਿਆਂ ਦਾ ਫਿਰ ਜਿੱਦਾਂ ਵੀ ਸਵਾਲ ਜਵਾਬ ਕੀਤੇ ਆ, ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਆਪਾਂ ਕੱਲ੍ਹ ਨੂੰ ਮੁੜ ਕੇ ਫੇਰ ਆਵਾਂਗੇ 1 ਵਜੇ ਦੇ ਹਿਸਾਬ ਨਾਲ, ਇੰਗਲੈਂਡ ਦੇ ਹਿਸਾਬ ਨਾਲ, ਤੇ ਉੱਦਾਂ ਹੀ ਛੁੱਟੀਆਂ ਲਓ ਤੇ ਕੱਲ੍ਹ ਨੂੰ ਮਿਲਦੇ ਹਾਂ ਜੀ। ਲਓ ਜੀ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ।